ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਪ੍ਰੋਗਰਾਮ ਹੈ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਹਾਜ਼ਰ ਹਾਂ। ਤੇ ਕੋਸ਼ਿਸ਼ ਸਾਡੀ ਇਹ ਹੈ ਕਿ ਵੀ ਗੱਲਾਂ ਖਬਰਾਂ ਦੀਆਂ ਕਰ ਲਈਏ, ਪਰ ਕਰੀਏ ਕੀ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰੀਦੀ ਹੈ ਖਬਰਾਂ ਵਾਲੇ ਪਾਸੇ ਜਾਣ ਦੀ, ਪਰ ਖਬਰਾਂ ਹੀ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਕਈ ਵਾਰ ਵੀ ਗੱਲਾਂ 'ਚ ਕਦੋਂ ਖਬਰਾਂ ਆਈਆਂ ਪਤਾ ਨਹੀਂ ਲੱਗਦਾ। ਸੋ ਅੱਜ ਵੀ ਕੋਸ਼ਿਸ਼ ਕੁਛ ਇੱਦਾਂ ਦੀ ਆ। ਇੱਕ ਤਾਂ ਬਿਜਲੀ ਦਾ ਵਾਹਵਾ ਰੌਲਾ, ਕਹਿੰਦੇ ਵੀ ਬੱਤੀ ਇੰਨੀ ਹੋ ਗਈ ਆ ਵੀ ਕਰੰਟ ਮਾਰਦੀ ਆ, ਕੋਈ ਕਹਿੰਦੇ ਵੀ ਬੱਤੀ ਲੱਭਦੀ ਨਹੀਂ ਭਾਈ ਸਾਹਿਬ, ਅਸੀਂ ਤਾਂ ਕਰੰਟ ਮਰਾਉਣ ਖਲੋਂ ਬੈਠੇ ਹਾਂ। ਫਿਰ ਕਣਕ ਦੀ ਗੱਲਬਾਤ ਵੀ ਕਰ ਲਵਾਂਗੇ। ਇਸ ਤੋਂ ਇਲਾਵਾ ਨਸ਼ਿਆਂ ਬਾਰੇ ਵੀ ਕਾਫੀ ਕੁਛ ਰੌਲਾ ਰੱਪਾ ਪੈ ਰਿਹਾ। ਫਿਰ ਕੁਝ ਇੱਕ ਐਸੇ ਵਿਸ਼ੇ ਨੇ ਜਿਨ੍ਹਾਂ ਵਿਸ਼ਿਆਂ ਦੇ ਉੱਪਰ ਮੌਜੂਦਾ ਸਰਕਾਰ ਕਹਿੰਦੀ ਹੈ ਕਿ ਵੀ ਸਾਡਾ ਪੂਰਾ ਧਿਆਨ ਆ, ਦੇਖੋ ਅਸੀਂ ਵੱਟ ਕਿੱਦਾਂ ਕੱਢਦੇ ਹਾਂ, ਅਤੇ ਵਿਰੋਧੀ ਕਹਿੰਦੇ ਕਿ ਮਹਾਰਾਜ ਇਹ ਲੋਕਾਂ ਦੇ ਨਾਲ ਧੋਖਾ ਹੋ ਗਿਆ। ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ। ਨਾਲ ਆਪਣੇ ਵੀਰ ਪਰਮੀਤ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਫਿਰ ਸਿਹਤਾਂ ਹੁਣ ਠੀਕ, ਦਿਨੋਂ ਦਿਨ ਵਧੀਆ। ਜਿੱਦਾਂ ਗਰਮੀ ਇੱਥੇ ਆਈ ਜਾਂਦੀ ਹੈ, ਸੈਰ ਸੁਰ ਹੁੰਦੀ ਹੈ ਹੁਣ ਚੰਗੀ, ਠੀਕ ਹੈ। ਗਰਮੀ ਦੇ ਤੁਸੀਂ ਐਂ ਆਖਿਆ ਵੀ ਜਿੱਦਾਂ ਤੁਸੀਂ ਸੋਲਰ 'ਤੇ ਹੋ ਗਏ। ਨਹੀਂ, ਸੋਲਰ ਤੇ ਤਾਂ ਨਹੀਂ ਹੋ ਗਿਆ, ਪਰ ਫਿਰ ਵੀ ਹੁੰਦਾ ਹੀ ਹੈ। ਦੇਖੋ ਸਰੀਰ ਦਾ ਹਿਸਾਬ ਹੁੰਦਾ। ਅੱਛਾ, ਹੁਣ ਮੇਰੀ ਤਾਂ ਸਿੱਧੀ ਠੰਡ ਮੈਨੂੰ ਨਾ ਬਹੁਤ ਇੱਦਾਂ ਕਿ ਸਿੱਧੀ ਹੱਡੀ ਨੂੰ ਲੱਗਦੀ ਹੈ। ਤੁਹਾਨੂੰ ਤਾਂ ਠੰਡ ਜੇ ਬਹੁਤ ਵੇ ਤੁਹਾਡੇ ਹੱਡੀ ਤੱਕ ਪਹੁੰਚਦੇ ਟਾਈਮ ਲੱਗਦਾ ਹੀ। ਆਏ ਹੀ ਚੱਕਰਾਂ ਠੰਡ ਕਹਿੰਦੇ ਹੱਡੀ ਨੂੰ ਪੈ ਗਈ। ਹੱਡ ਠਰ ਗਿਆ ਕਿ ਹੱਡ ਠਰ ਗਿਆ। ਆ ਨਹੀਂ, ਇਹ ਗੱਲ ਹੈਗੀ। ਇਸ ਲੌਜਿਕ ਦੇ ਹਿਸਾਬ ਨਾਲ ਮੰਨ ਲੈਂਦੇ ਆ ਵੀ ਆਹੋ ਜਦੋਂ ਸੇਕਾ ਜਾ ਹੋਵੇ ਫਿਰ ਉਸ ਹਿਸਾਬ ਨਾਲ ਸੈੱਟ ਹੈ ਕੰਮ। ਪਰ ਚਲੋ ਚੰਗੀ ਗੱਲ, ਮੌਸਮ ਤਬਦੀਲ ਹੋ ਰਿਹਾ। ਆਪਾਂ ਦੇਖੋ ਇੱਧਰ ਕਹਿੰਦੇ ਆ ਵੀ ਹਾਂ ਅੱਗੇ ਨਾਲੋਂ ਥੋੜ੍ਹਾ ਮੌਸਮ ਠੀਕ ਹੀ ਜੀ, ਸੂਰਜ ਚੜ੍ਹਿਆ ਹੀ। ਆਹਾ, ਅਤੇ ਜਿਹੜਾ ਸੂਰਜ ਚੜ੍ਹਿਆ ਵੇਖ ਕੇ ਇੱਥੇ ਥੋੜ੍ਹੀ ਜਿਹੀ ਜਾਨ 'ਚ ਜਾਨ ਆਉਂਦੀ ਹੈ ਨਾ। ਉਹੋ ਹੀ ਸੂਰਜ ਜਦੋਂ ਪੰਜਾਬ 'ਚ ਚੜ੍ਹਦਾ ਅਤੇ ਉਹ ਕਹਿੰਦਾ ਆਏ ਹਾਏ ਹਾਏ ਜਾਨ ਨਿਕਲ ਚੱਲੀ ਹੋਏ, ਫਿਰ ਚੜ੍ਹ ਗਈ ਅੱਜ। ਸੰਧਾਲੀਆ ਸਾਹਿਬ ਜਦੋਂ ਨਾ ਖਬਰ ਵੀ ਸੁਣਦੇ ਆ, ਪੜ੍ਹਦੇ ਆ, ਵੇਖਦੇ ਆ 43 ਡਿਗਰੀ 44 ਡਿਗਰੀ, ਉਸੇ ਵੇਲੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਕਿ ਜੇ ਤਾਂ ਜੂਨ ਮਹੀਨੇ ਦਾ ਆਖਰੀ ਹਫ਼ਤਾ ਹੋਵੇ, 20 ਜੂਨ ਤੋਂ ਬਾਅਦ ਦੀ ਗੱਲ ਹੋਵੇ, ਤਾਂ ਮਾੜਾ ਮੋਟਾ ਸਮਝ ਆਉਂਦਾ ਕਿ ਚੱਲ ਯਾਰ 2 4 5 7 8 ਬੜੀ ਹੱਦ 10 12 ਦਿਨ ਦੀ ਖੇਡ ਹੈ। ਉਧਰੋਂ 42 43 ਤੇ 44 ਡਿਗਰੀ ਟੈਂਪਰੇਚਰ, ਤਾਪਮਾਨ ਪੰਜਾਬ ਦਾ। ਉਧਰਲੇ ਪਾਸੇ ਮਹੀਨਾ ਜੇ ਅਪ੍ਰੈਲ ਚੱਲਦਾ ਹੀ, ਫਿਰ ਬੰਦੇ ਨੂੰ ਚੇਤਾ ਆਉਂਦਾ ਉਹ ਮਈ ਸਾਰਾ ਹੀ ਪਿਆ ਹੀ, ਉਹ ਜੂਨ ਸਾਰਾ ਹੀ ਪਿਆ, ਉਹ ਜੁਲਾਈ ਦਾ ਅੱਧ ਵੀ ਇੱਦਾਂ ਨਿਕਲਣਾ। 2.5 ਮਹੀਨੇ ਕੱਢਣੇ ਕਿੱਦਾਂ? ਕਾਂ ਅੱਖ ਨਿਕਲਦੀ ਆ ਬਾਹਰ, ਧੁੱਪ ਬੜੀ ਹੈ, ਗਰਮੀ ਤੋਂ ਰਾਹਤ ਕੋਈ ਨਹੀਂ, ਦਰਖਤ ਸੁੱਖ ਨਾਲ ਆਪਾਂ ਵੱਢ ਛੱਡੇ, ਅਤੇ ਉੱਪਰੋਂ ਬਿਜਲੀ ਦੇ ਜਿਹੜੇ ਕੱਟ ਹੈ। ਹੁਣ ਤਾਂ ਬਹੁਤੇ ਘਰਾਂ ਦੇ ਵਿੱਚ ਪੱਖੀਆਂ ਵੀ ਨਹੀਂ। ਮੈਂ ਤਾਂ ਇਹ ਵੀ ਬੇਨਤੀ ਕਰਨ ਲੱਗਿਆ ਸੀ ਕਿ ਠੀਕ ਹੈ, ਸਰਕਾਰ 'ਤੇ ਦੋਸ਼ ਲਾਉਣਾ, ਉਹਨਾਂ ਨੇ ਪਿਛਲਿਆਂ 'ਤੇ ਲਾਉਣਾ, ਉਹ ਇੱਕ ਵੱਖਰੀ ਗੱਲ ਹੈ। ਅੱਗੇ ਹੁੰਦਾ ਸੀ ਕਿ ਭਾਈ ਜਦੋਂ ਗਰਮੀ ਹੋਣੀ, ਜਦੋਂ ਬਿਜਲੀ ਦੇ ਕੱਟ ਲੱਗਣੇ, ਬੀਬੀਆਂ ਨੇ ਪੇਟੀਆਂ 'ਚੋਂ, ਸੰਦੂਕਾਂ 'ਚੋਂ, ਕਈਆਂ ਨੇ ਟਰੰਕ 'ਚ ਪੱਕਾ ਹੀ ਹੁੰਦਾ ਸੀ ਕਿ ਇੱਥੇ ਪੱਖੀਆਂ ਪਈਆਂ, ਉਹ ਪੱਖੀਆਂ ਕੱਢ ਲਿਆਉਣੀਆਂ। ਝਾਲਰ ਕਈਆਂ ਦੀ ਜੇ ਮਾੜੀ ਮੋਟੀ ਉੱਧੜੀ ਹੋਣੀ ਤਾਂ ਉਹਨੂੰ ਮਾੜੀ ਜਿਹਾ ਸਿਉਂ ਦੇਣਾ, ਪੱਖੀਆਂ ਝੱਲਣ ਲੱਗ ਪੈਣਾ। ਹੁਣ ਤਾਂ ਬਹੁਤੇ ਪਰਿਵਾਰ ਇੱਦਾਂ ਦੇ ਹੀ ਹੈ ਜਿਹੜੇ ਸਾਲ ਬਾਅਦ ਪੱਖੀਆਂ ਨਵੀਆਂ ਲੈਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਐਤਕੀ ਪੱਖੀਆਂ ਦੀ ਲੋੜ ਪਊਗੀ। ਕਹਿੰਦੇ ਪੱਖੀਆਂ ਦੀ ਵਿਕਰੀ ਵਾਹਵਾ ਹੋਈ ਹੈ। ਨਹੀਂ, ਹੋ ਰਹੀ ਹੈ, ਵਧੀਆ ਗੱਲ ਹੈ। ਦੂਜੀ ਗੱਲ ਤੁਸੀਂ ਕਹਿੰਦਾ ਵੀ ਕਾਂ ਅੱਖ ਨਿਕਲਦੀ ਹੈ। ਮੈਂ ਨਾ ਕਾਂ ਨੂੰ ਐਨਕਾਂ ਲੈਣੀਆਂ ਚਾਹੀਦੀਆਂ ਸੀ, ਪਤਾ ਲੱਗੇ ਅੱਖ ਹੀ ਕਢਾਵ ਹੋਵੇ ਐਵੇਂ ਕਿਤੇ ਗਰਮੀ ਦੇ ਨਾਲ। ਪਰ ਦੂਜੀ ਗੱਲ ਇਹ ਵੀ ਹੈ ਬਾਠ ਸਾਹਿਬ, ਮੈਨੂੰ ਐਂ ਜਾਪਦਾ ਵੀ ਹੋ ਸਕਦਾ ਮੈਂ ਗਲਤ ਹਾਂ, ਪਰ ਮੈਨੂੰ ਲੱਗਦਾ ਵੀ ਜਦੋਂ ਇਹੋ ਜਿਹੀ ਨੌਬਤ ਆਉਂਦੀ ਹੈ ਨਾ ਕਿ ਵੀ ਪਿਛਲੇ ਆਪਾਂ ਜੇ ਕੁਝ ਸੀਜ਼ਨਾਂ ਦੀ ਗੱਲ ਕਰੀਏ, ਅਕਸਰ ਇਹ ਗੱਲ ਚੱਲਣ ਲੱਗ ਪਈ ਵੀ ਯਾਰ ਸਿਆਲ ਹੀ ਬੜਾ ਲੰਮਾ ਹੋ ਗਿਆ। ਆਮ ਹੀ ਆਪਾਂ ਮਾਰਚ ਦੇ ਐਂਡ ਤੱਕ, ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਆਉਂਦੇ ਮੀਂਹ ਕਣੀ ਠੰਡ, ਅਤੇ ਗੱਲਾਂ ਪਤਾ ਕੀ ਚੱਲਦੀਆਂ ਹੁੰਦੀਆਂ ਇਹ, ਯਾਰ ਸਮਝ ਨਹੀਂ ਲੱਗਦੀ ਵੀ ਸਵੈਟਰ ਸਾਂਭ ਦੀਏ ਕਿ ਰੱਖ ਲਈਏ, ਸਮਝ ਨਹੀਂ ਲੱਗਦੀ ਵੀ ਹੁਣ ਕੰਬਲ ਦੀ ਲੋੜ ਹੈ ਕਿ ਖੇਸ ਦੀ ਲੋੜ ਹੈ ਨਾ। ਅਜੇ 2 ਕੁ ਸੀਜ਼ਨ ਇੱਦਾਂ ਲੰਘੇ। ਹੁਣ ਅਚਾਨਕ ਜਿਹੜਾ, ਅਤੇ ਉਦੋਂ ਬਾਅਦ ਕੀ ਹੁੰਦਾ ਸੀ ਵੀ ਪਹਿਲਾਂ ਠੰਡ ਰਹਿਣੀ, ਬਾਅਦ 'ਚ ਗਰਮੀ ਬਹੁਤ ਜ਼ਿਆਦਾ ਪੈਂਦੀ ਸੀ। ਹੁਣ ਮੈਂ ਇਹ ਗੱਲ ਕਰ ਰਿਹਾ ਵੀ ਜੇ ਗਰਮੀ ਸਟਾਰਟਿੰਗ 'ਚ ਆ ਗਈ ਆ, ਇਹ ਨਾ ਹੋਵੇ ਵੀ ਉੱਧਰੋਂ ਮੌਨਸੂਨ ਵਾਲਾ ਵੀ ਕੋਈ ਬਾਬੇ ਨੇ ਪਹਿਲਾਂ ਲਿਖਿਆ ਹੋਵੇ ਵੀ ਤੁਸੀਂ ਵੀ ਮਹੀਨਾ ਪਹਿਲਾਂ ਹੀ ਚੱਲ ਪੈਣਾ, ਲੋੜ ਆ ਤੁਹਾਡੀ ਬਹੁਤ, ਅਤੇ ਪਤਾ ਲੱਗੇ ਵੀ ਆਪਾਂ ਹੁਣ ਅਪ੍ਰੈਲ ਦੀ ਗੱਲ ਕਰਦੇ ਹਾਂ ਅਤੇ ਮਈ ਅੱਧ ਤੋਂ ਬਾਅਦ ਹੀ ਫਿਰ ਹੌਲੀ ਹੌਲੀ ਬਦਲੀ ਹੋ ਜੇ ਕੰਮ। ਦੇਖੋ ਜੇ ਕਿਤੇ ਇੱਦਾਂ ਹੋ ਜਾਏ ਫਿਰ ਸਾਡਾ ਥੋੜ੍ਹਾ ਜਿਹਾ ਸਰ ਜਾਏ, ਕਿਉਂਕਿ ਝੋਨਾ ਜਦੋਂ ਲੱਗਣਾ ਸ਼ੁਰੂ ਹੋਣਾ, ਲਾਉਣਾ ਤਾਂ ਹੈਗਾ ਹੀ ਆ, ਜਦੋਂ ਲੱਗਣਾ ਸ਼ੁਰੂ ਹੋਣਾ ਤਾਂ ਫਿਰ ਉਦੋਂ ਮੀਂਹ ਪੈ ਜਾਵੇ ਤਾਂ ਸਾਨੂੰ ਧਰਤੀ ਹੇਠੋਂ ਪਾਣੀ ਘੱਟ ਕੱਢਣਾ ਪਵੇ। ਮੇਰੇ ਨਾਲ ਹੀ ਇੱਕ ਮਨ ਦੇ ਵਿੱਚ ਗੱਲ ਆਉਂਦੀ ਸੀ, ਆਪਾਂ ਬੜੀਆਂ ਰੀਝਾਂ ਨਾਲ ਕਹਿੰਦੇ ਜੀ ਪੱਕਾ ਮਕਾਨ ਪਾਉਣਾ। ਸਾਰਿਆਂ ਦੇ ਕੱਚੇ ਮਕਾਨ ਹੁੰਦੇ ਸੀ ਬਾਲਿਆਂ ਵਾਲੇ, ਕੰਧਾਂ ਵੀ ਜਿਹੜੀਆਂ ਵੱਧ ਤੋਂ ਵੱਧ ਟੀਪ ਕੀਤੀ ਹੋਣੀ, ਅਤੇ ਉਦੋਂ ਹਰ ਇੱਕ ਬੰਦੇ ਦੀ ਖਵਾਹਿਸ਼ ਹੁੰਦੀ ਆ, ਪੈਸੇ ਇਕੱਠੇ ਕਰਦੇ, ਇੱਧਰੋਂ ਉੱਧਰ ਰਿਸ਼ਤੇਦਾਰਾਂ ਤੋਂ 4 ਪੈਸੇ ਫੜੀ ਦੇ ਵੀ ਆ ਕਿ ਮਕਾਨ ਪੱਕਾ ਪਾ ਲਿਆ, ਲੈਂਟਰ ਪਾ ਲਿਆ, ਵੀ ਪਲਸਤਰ ਕਰ ਲਿਆ ਆਲੇ ਦੁਆਲੇ। ਹੁਣ ਜਦੋਂ ਮਕਾਨ 'ਤੇ ਲੈਂਟਰ ਪਾਇਆ, ਉਦੋਂ ਜਿਹੜਾ ਇੱਕ ਅੱਧਾ ਦਰਖਤ ਕੋਈ ਧਰੇਕ ਧਰੂਕ ਸੀਗੀ ਉਹ ਵੀ ਵੜ ਸਿੱਟੀ ਕਿ ਭਾਈ ਟਰਾਲੀ ਅੰਦਰ ਲਿਆਉਣ ਨੂੰ ਔਖਾ ਹੁੰਦਾ, ਕਹਿੰਦਾ ਫਰਸ਼ ਲਾਉਣੀ ਆ ਵਧੀਆ, ਪੱਤੇ ਨਹੀਂ ਡਿੱਗਣਗੇ। ਹੁਣ ਜਦੋਂ ਫਿਰ 40 45 ਡਿਗਰੀ ਟੈਂਪਰੇਚਰ ਹੋਇਆ, ਮੈਂ ਨਹੀਂ ਕਹਿੰਦਾ ਕਿ ਪੱਕੇ ਮਕਾਨ ਨਹੀਂ ਪਾਉਣੇ ਚਾਹੀਦੇ, ਫਿਰ ਕਿਹੜੀ ਬੀਬੀਆਂ ਕਹਿੰਦੀਆਂ ਇਹ ਤਪਦਾ ਹੀ ਬੜਾ, ਪਹਿਲਾਂ ਠੰਡਾ ਹੁੰਦਾ ਸੀ, ਉਧਰੋਂ ਦੁਪਹਿਰ ਹੋਣੀ, ਅੰਦਰ ਬਹਿ ਜਾਣਾ, ਠੀਕ ਹੁੰਦਾ ਸੀ, ਸਾਹ ਆਉਂਦਾ ਸੀ ਮਾੜਾ ਜਿਹਾ। ਆਹ ਤਾਂ ਬਹੁਤਾ ਤਪਦਾ, ਛੱਤ ਵੀ ਤਪੀ ਜਾਂਦੀ, ਆਲੇ ਦੁਆਲੇ ਕੰਧਾਂ ਵੀ ਤਪੀ ਜਾਂਦੀਆਂ, ਨਾਲੇ ਬੀਬੀਆਂ ਨੇ ਐਂ ਝੱਲ ਮਾਰੀ ਜਾਣੀ। ਨਹੀਂ, ਇਹ ਤਾਂ ਗੱਲ ਹੈਗੀ ਆ।
ਵੈਸੇ ਇੱਕ ਗੱਲ ਹੈ, ਕੁਦਰਤ ਦੇ ਨਿਯਮ ਨੂੰ ਮੈਨੂੰ ਲੱਗਦਾ ਆਪਾਂ ਸਮਝਦੇ ਘੱਟ ਆ। ਜੇ ਆਪਾਂ ਸਿਆਲਾਂ ਦੀ ਗੱਲ ਕਰੀਏ ਨਾ ਤੇ ਉਹੀ ਬੂਟੇ ਗੰਜੇ ਹੋ ਜਾਂਦੇ ਜੀ। ਪੱਤਝੜ ਹੋ ਗਈ ਜੀ, ਉਸ ਤੋਂ ਬਾਅਦ ਇੱਧਰ ਤਾਂ ਆਪਾਂ ਜਮਾਂ ਹੀ ਉਹ ਦੇਖਦੇ ਵੀ ਬਿਲਕੁਲ ਹੀ ਟਾਹਣੀਆਂ ਰਹਿ ਜਾਂਦੀਆਂ। ਬੰਦਾ ਸੋਚਦਾ ਵੀ ਯਾਰ ਇਹ ਕੀ ਲਾ ਰੱਖਿਆ ਵੀ ਇਹਨੂੰ ਕੁਝ ਲੱਗੂ ਵੀ, ਤੇ ਜਿੱਦਾਂ ਹੀ ਹੁਣ ਆਹ ਮੌਸਮ ਤਬਦੀਲ ਹੋਇਆ ਤੇ ਬੰਦਾ ਸੋਚਦਾ ਤੇਰਾ ਭਲਾ ਸੁੱਕੀਆਂ ਟਾਹਣੀਆਂ ਤੇ ਫੁੱਲ ਲੱਗੇ ਆ, ਅਚਾਨਕ ਫਿਰ ਪੱਤੇ ਪੱਤੀ ਹੋ ਜਾਂਦਾ ਕੰਮ। ਇੱਦਾਂ ਹੀ ਉੱਧਰ ਵੀ ਤੇ ਹੈ ਆਪਣੇ ਵੀ, ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਸਿਆਲਾਂ 'ਚ ਉਹੀ ਰੁੱਖ ਹੁੰਦੇ ਆ, ਉਹੀ ਕਿਤੇ ਪੱਤੇ ਪੀਲੇ ਜੇ ਵਿਰਲੇ ਵਾਂਝੇ ਜੇ ਸੁੱਕੀਆਂ ਜਿਹੀਆਂ ਟਾਹਣੀਆਂ। ਇਹਦਾ ਮਤਲਬ ਇਹ ਹੋ ਗਿਆ ਕਿ ਬਾਬੇ ਨੂੰ ਪਤਾ ਵੀ ਯਾਰ ਹੁਣ ਲੋੜ ਨਹੀਂ ਛਾਂ ਦੀ, ਇਸ ਕਰਕੇ ਰਹਿਣ ਦਿਓ। ਇਹ ਆਪਾਂ ਹੀ ਨਹੀਂ ਮੇਰਾ ਖਿਆਲ ਉਹਦੀ ਕਹਾਣੀ ਸਮਝ ਸਕੇ ਵੀ ਯਾਰ ਉਹ ਆਪਣੇ ਆਪ ਹੀ ਆਪਣਾ ਪ੍ਰਬੰਧ ਕਰ ਛੱਡਦਾ, ਆਪਾਂ ਇਸ ਚੱਕਰ 'ਚ ਨਾ ਪਈਏ। ਆਪਾਂ ਨੂੰ ਤਾਂ ਇਹੀ ਲੱਗੇ ਨਾ ਵੀ ਇਹਦੇ ਨਾਲ ਪੱਤੇ ਬੜੇ ਝੜਦੇ, ਹੁਣ ਜਿਹੜੇ ਲੱਗੇ ਝੜਨਗੇ ਹੀ ਇੱਕ ਜਦੋਂ ਝੜ ਗਏ ਤੇ ਆਪੇ ਸਾਂਭੇ ਜਾਣਗੇ, ਗੱਲ ਖਤਮ ਹੋ ਜੂਗੀ। ਜਦੋਂ ਲੋੜ ਹੋਣੀ ਹੈ ਗਾਂ ਗਰਮੀਆਂ ਨੂੰ ਉਦੋਂ ਫਿਰ ਨਵੇਂ ਪੱਤੇ ਆ ਜਾਣੇ, ਨਵੀਂ ਛਾਂ ਆ ਜਾਣੀ। ਪਰ ਮੈਨੂੰ ਲੱਗਦਾ ਵੀ ਉਹ ਸਾਰਾ ਕੁਛ ਨਾ ਸਮਝਣ ਨਹੀਂ ਦਿੰਦਾ ਬਾਜ਼ਾਰ ਆਪਾਂ ਨੂੰ, ਜਦੋਂ ਹਰ ਪਾਸੇ ਰੌਲਾ ਰੱਪਾ ਪਵੇ। ਲੈ ਰਿਸ਼ਤੇਦਾਰ ਨਹੀਂ ਆ ਕੇ ਮਾਣਦੇ, ਨੀਲੇ ਜੇ ਬਜਾਜ ਚੇਤਕ ਸਕੂਟਰ ਤੇ ਆਣਗੇ ਨਾ, ਮਤਲਬ ਵੀ ਨਾਲੇ ਤੇ 6 ਕੇਲੇ ਕਾਲੇ ਲਿਫਾਫੇ ਹੀ ਦੇ ਦੇਣੇ ਤੇ ਨਾਲੇ ਉਹ ਚੋਂ 2 ਆਪ ਹੀ ਖਾ ਜਾਣੇ। ਵੀ ਤੁਸੀਂ ਹੁਣ ਭੈਣ ਜੀ ਤੁਸੀਂ ਵੀ ਕੋ ਪਾ ਲਓ ਕੋਠਾ ਕਾਠਾ, ਇੰਨਾ 'ਚ ਹੁਣ ਕੌਣ ਰਹਿੰਦਾ? ਉਹ ਨਿਆਣੇ ਵਿਆਹੁਣੇ ਆ ਹੈ ਨਾ, ਇੰਨਾ 'ਚ ਕੌਣ ਰਹਿੰਦਾ? ਦੇ ਚੱਕਰ ਦੇ ਵਿੱਚ ਹੀ ਬੰਦੇ ਨੂੰ ਪਤਾ ਲੱਗਦਾ ਵੀ ਪਤਾ ਨਹੀਂ ਉਹ ਹੁਣ ਕੁਛ ਸ਼ਾਹ ਕੋਲੋਂ ਫੜ ਲਏ, ਕੁਛ ਬੈਂਕ ਵਾਲਿਆਂ ਲਿਮਟ ਬੰਨ੍ਹਤੀ, ਕੁਛ ਇੱਧਰੋਂ ਉੱਧਰੋਂ ਕਰ ਲਏ। ਚਲੋ ਕੋਠੀ ਪੈ ਗਈ, ਮਕਾਨ ਤੇ ਨਵਾਂ ਬਣ ਗਿਆ, ਪਰ ਉਦੋਂ ਤੋਂ ਲੈ ਕੇ ਜਿਹੜੀ ਕਾਪੀ ਤੇ ਹੁੰਦਾ ਨਾ ਵੀ ਕਿਸੇ ਵੇਲੇ ਉਦੋਂ ਤਾਂ ਪੈਨ ਲਿਖ ਦਿੰਦੇ ਨਾ ਵੀ ਇੰਨੇ ਪੈਸੇ ਜਮ੍ਹਾਂ ਤੇ ਇੰਨੇ ਕਢਾਏ। ਅੱਜ ਕੱਲ੍ਹ ਤੇ ਚਲੋ ਐਪਾਂ ਉਪਾਂ ਜਿਹੀਆਂ ਆ ਗਈਆਂ, ਉਹਦੇ 'ਚ ਉਹ ਪੈਸੇ ਹੁੰਦੇ ਜਿਹਦੇ 'ਚ ਜਮ੍ਹਾਂ ਲਿਖੇ ਹੁੰਦੇ ਜੀ। ਤੇ ਹੁਣ ਤੇ ਮੇਰੇ ਖਿਆਲ ਨਾਲ ਬਹੁਤੀਆਂ ਚਿੱਠੀਆਂ ਆਉਂਦੀਆਂ ਬੈਂਕ ਦੀਆਂ ਦੂਜੀਆਂ, ਜਿਹਦੇ 'ਚੋਂ ਕਹਿੰਦੇ ਵੀ ਇੰਨੇ ਬਣਨੇ ਭਾਈ ਸਾਹਿਬ, ਕਿਸ਼ਤ ਜਾਣੀ ਤੁਹਾਡੀ, ਪੈਸੇ ਰੱਖਿਓ। ਨਹੀਂ ਸੰਧਾਲੀਆ ਸਾਹਿਬ, ਥੋੜ੍ਹਾ ਜਿਹਾ ਤਾਂ ਧਿਆਨ ਦੇਣਾ ਹੀ ਪਊਗਾ ਨਾ। ਜਦੋਂ ਅਗਲਾ ਕਹਿੰਦਾ ਥੋੜ੍ਹਾ ਜਿਹਾ ਬਣਾ ਲਓ, ਹਾਂ ਕੋਈ ਫਰਕ ਨਹੀਂ ਪੈਂਦਾ, ਕਿੰਨੇ ਪੈਸੇ ਲੱਗਣੇ, 10-15 ਹਜ਼ਾਰ ਦਾ ਸੋਫਾ ਲਿਆ ਕੇ ਰੱਖ ਲਓ, ਆਉਣ ਜਾਣ ਲੱਗਾ ਰਹਿੰਦਾ, ਫਿਰ ਠੀਕ ਰਹਿੰਦਾ। ਸਮੇਂ ਦੇ ਨਾਲ ਤਾਂ ਭੈਣ ਜੀ ਚੱਲਣਾ ਪੈਂਦਾ ਥੋੜ੍ਹਾ ਜਿਹਾ ਔਖੇ ਹੋ ਕੇ। ਉਹ ਫਿਰ ਜਦੋਂ ਇਦਾਂ ਕਹਿੰਦੇ ਕਈ ਬੰਦਾ ਇੰਨਾ ਔਖਾ ਹੋ ਜਾਂਦਾ, ਮੁੜ ਕੇ ਔਖਾ ਹੀ ਰਹਿੰਦਾ ਸਾਰੀ ਉਮਰ। ਬਾਕੀ ਸੰਧਾਲੀਆ ਸਾਹਿਬ ਇੱਕ ਬੇਨਤੀ, ਸੋਫਾ ਦੇਖੋ, ਮੈਂ ਮਾਫੀ ਚਾਹੁੰਦਾ ਗੱਲ ਕਿ ਤੈਨੂੰ ਦਿੱਤੀ ਮਾਫੀ। ਪਹਿਲਾਂ ਸੋਫਾ ਲਿਆਉਣਾ ਚਾਅ ਨਾਲ, ਫਿਰ ਨਿਆਣੇ ਦਬਕਣੇ ਕਿ ਡੰਡੇ ਫਿਰਨੇ ਉਹਨਾਂ ਦੇ। ਉਹ ਤੈਨੂੰ ਕਿਹਨੇ ਆਖਿਆ ਵੀ ਕਿਸੇ ਆਏ ਗਏ ਲਈ ਰੱਖਿਆ, ਤੂੰ ਇਹ ਤੇ ਕੱਲ ਦੀ ਚੜਦਾ ਫਿਰਦਾ? ਜਵਾਕ ਨੂੰ ਡਹਿ ਲਾਉਣ ਲੱਗ ਪੈਂਦਾ ਵੀ ਤੇਰਾ ਭਲਾ ਯਾਰ, ਮੈਂ ਸੋਫੇ ਤੇ ਚੜਾਂਗੇ ਨਾ ਚੜਾਂ। ਬੜੇ ਨਿਆਣੇ ਹੁੰਦੇ ਜਿਹੜੇ ਬੀਬੀ ਕਿਤੇ ਗਈ ਹੋਵੇ, ਕਿਤੇ ਅਫਸੋਸ ਤੇ ਕਿਤੇ ਭੋਗ ਤੇ, ਮਗਰ ਉਹ ਸੋਫੇ ਤੇ ਬਹਿ ਦੇਖਦੇ ਹੁੰਦੇ ਆ, ਚਾਦਰ ਚੱਕ ਕੇ ਕਿ ਭਾਈ ਸੋਫਾ ਪੋਲਾ ਹੀ ਹੈ ਨਾ, ਇੱਥੇ ਮਾਮਾ ਹੀ ਬਹਿੰਦਾ, ਮਾਸੜ ਫੁੱਫੜ ਉਹੀ ਬਹਿੰਦੇ ਆ, ਪ੍ਰਾਹੁਣਾ ਸਾਹਿਬ ਹੀ ਬਹਿੰਦੇ, ਸਾਡੀ ਵਾਰੀ ਨਹੀਂ ਕਦੇ ਆਉਂਦੀ। ਬਾਕੀ ਸੰਧਾਲੀਆ ਸਾਹਿਬ ਗਰਮੀ ਬਹੁਤ ਹੈ, ਬੱਤੀ ਘੱਟ ਆਉਂਦੀ ਆ, ਬਿਜਲੀ ਕੱਟ ਲੰਮੇ ਨੇ। ਜਦੋਂ ਲੰਮੇ ਕੱਟ ਆ ਤੇ ਆਪਾਂ ਬਿਜਲੀ ਵਾਲੀ ਗੱਲ ਤੇ ਜਾਣ ਤੋਂ ਪਹਿਲਾਂ ਇੰਨੀ ਕੁ ਬੇਨਤੀ ਜ਼ਰੂਰ ਕਰਦੀ ਹੈ ਕਿ ਭਾਈ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜਿਨ੍ਹਾਂ ਦੇ ਕੋਲੇ ਘਰਾਂ 'ਚ ਮੋਟਰਾਂ ਨਹੀਂ, ਨਲਕੇ ਨਹੀਂ, ਉਹ ਸਰਕਾਰੀ ਪਾਣੀ ਜਿਹੜਾ ਆਉਂਦਾ ਟੂਟੀ ਦਾ ਸਪਲਾਈ ਪਾਣੀ, ਉਹਦੇ ਤੋਂ ਹੀ ਨਹਾਉਣ ਲਈ ਪਾਣੀ ਭਰ ਕੇ ਰੱਖਦੇ, ਉਹਦੇ ਲਈ ਉਹ ਪੀਣ ਵਾਲਾ ਪਾਣੀ ਭਰ ਕੇ ਰੱਖਦੇ ਆ। ਪਰ ਕਈ ਵਾਰੀ ਜਦੋਂ ਬੱਤੀ ਨਹੀਂ ਆਉਂਦੀ, ਕੋਈ ਹੋਰ ਸਮੱਸਿਆ ਪੈਦਾ ਹੋ ਜਾਂਦੀ ਆ, ਤਾਂ ਕਈ ਵਾਰੀ 1-2 ਦਿਨ ਪਾਣੀ ਦੀ ਸਪਲਾਈ ਨਹੀਂ ਹੁੰਦੀ। ਕਈ ਵਾਰੀ ਇੱਕ ਟਾਈਮ ਪਾਣੀ ਦੀ ਸਪਲਾਈ ਨਾ ਹੋਵੇ, ਅਗਲਿਆਂ ਦੇ ਕੋਲੇ ਪਾਣੀ ਮੁੱਕ ਜਾਂਦਾ। ਹੋ ਸਕਦਾ ਕਿ ਦੁਪਹਿਰੇ ਦਿਨ ਦੇ ਤੁਸੀਂ ਸੁੱਤੇ ਹੋਵੋ, ਬੂਹਾ ਖੜਕੇ ਤਾਂ ਮੂਹਰੇ ਇੱਕ ਲਿਬੜਿਆ ਜਾਂ ਨਿਆਣਾ ਖੜਾ ਹੋਵੇ ਕਿ ਆਂਟੀ ਪਾਣੀ ਲੈਣਾ ਹੈ ਜਾਂ ਆਂਟੀ ਬਰਫ਼ ਲੈਣੀ ਹੈ। ਅਗਲਿਆਂ ਦੇ ਘਰੇ ਨਹੀਂ ਫਰਿੱਜ, ਤੁਹਾਡੇ ਘਰੇ ਸਾਰਾ ਕੁਛ ਹੈ। ਉਸ ਵੇਲੇ ਮੱਥੇ ਤੇ ਤਿਊੜੀਆਂ ਪਾਉਣ ਦੀ ਲੋੜ ਨਹੀਂ ਕਿ ਭਾਈ ਫਰਸ਼ ਤਪਣ ਡਿਆ ਇੰਨੀ, ਇਹਨਾਂ ਨੂੰ ਕੀ ਆਖਰ ਆਈ ਹੈ, ਦੁਪਹਿਰੇ ਦਿਨ ਦੇ ਤੁਰੇ ਹੈ। ਉਹ ਲੋੜਵੰਦ ਨੇ, ਹੋ ਸਕਦਾ ਤੁਹਾਡੇ ਕੋਲ ਇੱਕੋ ਹੀ ਡੋਂਗਾ ਜਾਂ ਬਰਫ਼ ਦਾ ਬਚਿਆ, ਅੱਧਾ ਤੋੜ ਕੇ ਦੇ ਦਿਓ, ਕੋਈ ਗੱਲ ਨਹੀਂ। ਤੁਸੀਂ ਤਾਂ ਇੱਕ ਸੋਚੀ ਦੱਬਣਾ ਜਾਂ ਤੁਸੀਂ ਟੂਟੀ ਢਿੱਲੀ ਕਰਨੀ ਆ, ਉਹ ਪਾਣੀ ਲੈ ਜਾਣਗੇ, ਉਹਨਾਂ ਦਾ ਕੰਮ ਸਰਦਾ ਹੋ ਜੂ, ਗਾਲਾਂ ਕੱਢਣ ਦੀ ਲੋੜ ਨਹੀਂ। ਕਈ ਵਾਰੀ ਸੰਧਾਲੀਆ ਸਾਹਿਬ ਇਹ ਵੀ ਹੁੰਦਾ ਕਿ ਆਮ ਹੀ ਘਰਾਂ 'ਚ ਆਪਣੇ ਸਾਰਿਆਂ ਦੇ ਹੀ ਨਿਆਣੇ ਨੂੰ 5-4 ਵਾਰੀ ਕਿਤੇ ਕਿਹਾ ਹੁੰਦਾ ਬਰਫ਼ ਲੈਣੀ ਆ ਤਾਂ ਫਿਰ ਲਿਫਾਫਾ ਲੈ ਕੇ ਆਈ ਘਰੋਂ। ਨਿਆਣੇ ਨੇ, ਨੰਗੇ ਪੈਰੀਂ ਆਉਂਦੇ, ਸੜਦੀ ਧਰਤੀ ਹੁੰਦੀ ਜਿਹਨਾਂ ਤੇ ਪੈਰ ਰੱਖਦੇ ਆਉਂਦੇ ਆ। ਤੇ ਉਸ ਵੇਲੇ ਹੋ ਸਕਦਾ ਕਿ ਸਾਡੀਆਂ ਆਮ ਤੌਰ ਤੇ ਘਰਾਂ 'ਚ ਬੀਬੀਆਂ ਹੁੰਦੀਆਂ, ਬੀਬੀਆਂ ਚੰਗੀਆਂ ਬਹੁਤ ਹੁੰਦੀਆਂ, ਪਰ ਕਈ ਵਾਰੀ ਨਿਆਣੇ ਨੂੰ ਫੇਰ ਤੋਰ ਦੇਣਾ, ਨਹੀਂ ਤੂੰ ਆਪਣਾ ਲਿਫਾਫਾ ਲੈ ਕੇ ਆ, ਕੋਈ ਗੱਲ ਨਹੀਂ, ਕੇਲਿਆਂ ਵਾਲਾ ਲਿਫਾਫਾ, ਦਾਲਾਂ ਵਾਲਾ ਲਿਫਾਫਾ, ਸਬਜ਼ੀ ਵਾਲਾ ਲਿਫਾਫਾ ਕੋ ਖਾਲੀ ਕਰਕੇ ਦੇ ਦਿਓ ਬਰਫ਼। 5 ਨਹੀਂ 10 ਨਹੀਂ 15 ਨਹੀਂ 20 ਦਿਨ ਉਹਨਾਂ ਨੇ ਲੈਣ ਆਉਣਾ, ਕਿਉਂਕਿ ਭਾਈ ਕਨ੍ਹਈਆ ਜੀ ਦੀ ਧਰਤੀ ਹੈ, ਭਾਈ ਗੁਰੂ ਸਾਹਿਬ ਦੀ ਧਰਤੀ ਹੈ, ਉੱਥੇ ਤਾਂ ਪਾਣੀ ਪਿਆਉਣ ਨੂੰ ਵੈਸੇ ਹੀ ਪੁੰਨ ਮੰਨਿਆ ਜਾਂਦਾ। ਇਸ ਕਰਕੇ ਕੋਈ ਨਹੀਂ, ਜੇ ਦੁਪਹਿਰ ਨੂੰ 1-2 ਵਾਰੀ ਉੱਠ ਕੇ ਵੀ ਆਉਣਾ ਪੈਂਦਾ, ਪਤਾ ਸਾਨੂੰ ਤੁਸੀਂ ਲੱਕ ਸਿੱਧਾ ਕਰਨ ਨੂੰ ਮਹਾਂ ਪੈਂਦੀ ਹੈ, ਤੁਹਾਨੂੰ ਕੰਮ ਬਹੁਤ ਹੁੰਦੇ ਆ, ਪਰ ਫਿਰ ਵੀ ਆਹੀ ਮੌਕਾ ਹੈ, ਚੰਗਾ ਹੋਵੇ ਘਰ ਦੇ ਮੂਹਰੇ ਇੱਕ ਘੜਾ ਲਿਆ ਕੇ ਰੱਖ ਦਿਓ ਟੂਟੀ ਵਾਲਾ, ਉਹਦੇ ਵਿੱਚ ਪਾ ਦਿਓ ਪਾਣੀ। ਕੋਈ ਨਿੱਕਾ ਨਿਆਣਾ, ਕੋਈ ਲੋੜਵੰਦ, ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਪਿੰਡਾਂ 'ਚ ਵਸਦੇ, ਆਲੇ ਦੁਆਲੇ ਝੁੱਗੀਆਂ 'ਚ ਰਹਿੰਦੇ, ਟੀਨਾਂ ਪਈਆਂ, ਉਹ ਕਿੰਨੀਆਂ ਤਪਦੀਆਂ ਹੋਣਗੀਆਂ। ਕਿਸੇ ਦੇ ਮੂੰਹ ਨੂੰ ਪਾਣੀ ਦਾ ਗਲਾਸ ਲੱਗ ਜੂਗਾ, ਚੰਗਾ ਹੀ ਆ, ਇਹੀ ਆਲੇ ਦੁਆਲੇ ਵੰਡਿਆਂ ਨਾਲ ਜਾਣਾ, ਬਾਕੀ ਇੱਥੇ ਛੱਡ ਜਾਣ ਸੂਟ ਸਾੜ ਆਪਾਂ। ਇਹ ਤਾਂ ਗੱਲ ਹੈਗੀ ਆ। ਔਰ ਵੈਸੇ ਅੱਜ ਦੀ ਡੇਟ ਤੇ ਬਹਾਨਾ ਹੋਰ ਵੀ ਹੈ ਨਾ ਜੀ, ਸੜ ਜੇ ਤੂੰ ਫੇਰ ਆ ਗਿਆ, ਫਰਿੱਜ 'ਚ ਅੱਗ ਲੱਗਣੀ, ਜੰਮਿਆ ਹੀ ਕੁਛ ਨਹੀਂ ਅਜੇ ਤੱਕ, ਉੱਤੋਂ ਬੱਤੀ ਨਹੀਂ ਆਉਣ ਡਈ,
ਇੱਕ ਆ ਸਾਡਾ ਨਿਗਾਹ ਜਾ ਇਹਨੂੰ ਬੜੀ ਵਾਰਾਂ ਵਰਜਿਆ ਵੀ ਤੂੰ ਵਾਰ-ਵਾਰ ਨਾ ਖੋਲਿਆ ਕਰ, ਖੁੱਲੀ ਛੱਡਿਆਉਂਦਾ ਛੱਡਿਆਉਂਦਾ ਫਰਿੱਜ ਹੈ ਨਾ। ਇਹਨੂੰ ਕਿੰਨੀ ਵਾਰਾਂ ਮੈਂ ਆਖਿਆ ਮੈਂ ਤੂੰ ਆਈ ਸਹੀ ਹੁਣ ਫਰਿੱਜ ਦੇ ਲਾਗੇ ਮੈਂ ਤੇਰੀਆਂ ਲੱਤਾਂ ਵੇਖ ਕਿਦਾ ਤੋੜਦੀ। ਹੁਣ ਉਹ ਕਾਰਨ ਹੈ ਵੀ ਇੱਕ ਤੇ ਉੱਤੋਂ ਧੁੱਪ ਦਾ ਕਰਕੇ ਤਪਿਆ ਹੁੰਦਾ ਸਾਰਾ ਕੁਝ, ਦੂਜੀ ਮਾਤਾ ਤਪੀ ਹੁੰਦੀ ਹੈ, ਤੀਜੀ ਹੁਣ ਜੇ ਬੱਤੀ ਨਾ ਆਉਣ ਕਰਕੇ ਫਰਿੱਜ ਵੀ ਤਪੀ ਹੁੰਦੀ, ਉਹਦੇ ਵਿੱਚ ਬਰਫ਼ ਨਹੀਂ ਹੁੰਦੀ, ਫਿਰ ਕਿਸੇ ਵੇਲੇ ਕਿਹਾ ਵੀ ਜਾਂਦਾ। ਪਰ ਚਲੋ ਗੱਲ ਇਹ ਠੀਕ ਆ ਵੀ ਅਗਲੇ ਦੀ ਮਜਬੂਰੀ ਵੱਡੀ, ਮੈਂ ਨਾ ਆਪਣੇ ਕੋਲ ਤਾਂ ਨਹੀਂ ਹੁੰਦੀ ਕਿਸੇ ਵੇਲੇ। ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਸੀ, ਕਈ ਵਾਰੀ ਜੇ ਪਰੇ ਹੋ ਕੇ ਦੇਖੋ ਨਾ, ਉਹਨਾਂ ਦੀ ਮਜਬੂਰੀ ਬਹੁਤ ਵੱਡੀ ਹੁੰਦੀ। ਦੋ ਨਿਆਣੇ ਕਈ ਵਾਰੀ ਆਉਣਗੇ, ਜੇ ਤੁਸੀਂ ਪਿੱਛੇ ਕਿਤੇ ਕਈਆਂ ਨੇ ਕੈਮਰੇ ਲਾਏ ਹੁੰਦੇ ਘਰਾਂ ਦੇ ਮੂਹਰੇ, ਜਾਂ ਪਿੱਛੇ ਤੁਸੀਂ ਦੇਖੋ, ਉਹ ਦੋਨੇ ਹੀ ਨਿਆਣੇ ਹੋ ਸਕਦਾ 15 ਮਿੰਟ ਹੋ ਗਏ ਹੁਣ ਤੁਹਾਡਾ ਗੇਟ ਖੜਕਾਉਣ ਲੱਗੇ ਡਰਦੇ ਹੋਣਗੇ ਬੀਬੀ ਕੱਬੀ ਬਹੁਤ ਜੇ, ਤੂੰ ਖੋਲ, ਤੂੰ ਖੜਕਾ, ਕਿਉਂਕਿ ਮਜਬੂਰੀ ਹੈ। ਕਿਹੜਾ ਚਾਹੁੰਦਾ ਕਿ ਮੇਰਾ ਧੀ ਪੁੱਤ ਭਾਈ ਪਾਣੀ ਮੰਗਣ ਜਾਵੇ, ਬਰਫ਼ ਮੰਗਣ ਜਾਵੇ। ਉਹਨਾਂ ਨੂੰ ਇੰਨੀ ਇਮਾਨਦਾਰੀ ਨਾਲ, ਇੰਨਾ ਵਧੀਆ ਤਰੀਕੇ ਦੇ ਨਾਲ ਵਿਹਾਰ ਕਰੋ ਕਿ ਅਗਲੇ ਕੁੰਡਾ ਖੜਕਾਉਣ ਲੱਗੇ ਨਾ ਡਰਨ। 15 20 ਮਿੰਟ ਕਈ ਵਾਰੀ ਘਰ ਦੇ ਦਰਵਾਜ਼ੇ ਦੇ ਬਾਹਰ ਖੜੇ ਗਏ, ਉਹੀ ਮੁੜ ਜਾਂਦੇ ਆ ਡਰਦੇ ਕਿ ਬੀਬੀ ਪੈ ਜੂਗੀ। ਫਿਰ ਬੱਚੇ ਨੇ ਭਾਈ, ਉਹਨਾਂ ਨੂੰ ਗੱਲ ਨਾਲ ਲਾਉਣਾ ਪਊਗਾ। ਨਹੀਂ ਚਲੋ ਆਸ ਕਰਦੇ ਹਾਂ ਵੀ ਇਹ ਕੰਮ ਹੋਊਗਾ। ਅੱਛਾ, ਦੂਜੀ ਗੱਲ ਇਹ ਆ ਵੀ ਹੁਣ ਜੇ ਬੱਤੀ ਦੀ ਗੱਲ ਛੇੜ ਲਈਏ ਤੇ ਬੱਤੀ ਦੀ ਕਹਾਣੀ ਤੇ ਇਹ ਚੱਲ ਪਈ ਕਿ ਵੀ ਉਹ ਕਹਿੰਦੇ ਵੀ ਫੇਲ ਹੋ ਗਈ ਸਰਕਾਰ। ਇਹ ਹੁਣ ਅਗਲਿਆਂ ਨੂੰ ਕਹਿਣ ਦਾ ਹੱਕ ਆ। ਮੇਰਾ ਖਿਆਲ ਸਿੱਧੂ ਸਾਹਿਬ ਨੇ ਤਾਂ ਜਿਹੜਾ ਉਹ ਵੀ ਲਿਖਿਆ ਵੀ ਇੱਕ ਮੌਕਾ ਆਪ ਨੂੰ ਤੇ ਨਾ ਬੱਤੀ ਦਿਨੇ ਤੇ ਨਾ ਰਾਤ ਨੂੰ। ਉਹਦੇ ਤੋਂ ਬਾਅਦ ਚਰਚਾ ਬੜੀ ਚੱਲ ਪਈ ਵੀ ਆਹ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਵਾਲੇ ਜਿਹੜੇ ਉਹ ਤਾਂ ਬਿਲਕੁਲ ਹੀ ਭਾਈ ਸਾਹਿਬ ਹੁਣ ਵਿਹਲੇ ਹੋ ਗਏ ਤੁਰੇ ਫਿਰਦੇ ਆ। ਹੁਣ ਵਿਰੋਧੀਆਂ ਨੇ ਜਿਸ ਹਿਸਾਬ ਨਾਲ ਕੰਮ ਚੱਕਿਆ, ਮੇਰੇ ਖਿਆਲ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਤਾ, ਕਹਿੰਦੇ ਆਹ ਬਹੁਤ ਵਧੀਆ ਕੰਮ ਚੱਲ ਪਿਆ। ਕਹਿੰਦੇ ਪਹਿਲਾਂ ਤੇ ਤਾਰ ਨਹੀਂ ਲੱਭਦੀ ਵੀ ਲੀੜੇ ਕਿੱਥੇ ਸੁੱਕਣੇ ਪਾਉਣੇ ਆ, ਹੁਣ ਕਹਿੰਦੇ ਮੈਂ ਬਿਜਲੀ ਵਾਲੀ ਤਾਰ ਤੇ ਪਾ ਦਿਓ, ਕਿਹੜਾ ਬੱਤੀ ਆਉਂਦੀ ਹੈ। ਮਤਲਬ ਇੱਥੋਂ ਦੀਆਂ ਟਿਚਰਾਂ ਜਿਹੜੀਆਂ ਚੱਲਣ ਲੱਗ ਪਈਆਂ, ਉਤੋਂ ਤੇ ਐਂ ਜਾਪਦਾ ਵੀ ਆਮ ਆਦਮੀ ਪਾਰਟੀ ਵਾਲੇ ਅੰਦਰ ਖਾਤੇ ਕਿਤੇ ਨਾ ਕਿਤੇ ਰੱਬ ਨੂੰ ਕੋਸਦੇ ਤੇ ਹੋਣੇ ਵੀ ਹੇ ਮਹਾਰਾਜ ਸੱਚਿਆ ਤੂੰ ਸਾਡੇ ਨਾਲ ਇਦਾਂ ਹੀ ਕਰਨੀ ਦੱਸ। ਸੰਧਾਲੀਆ ਸਾਹਿਬ ਦੇਖੋ, ਸਾਰਿਆਂ ਨੇ, ਚਰਨਜੀਤ ਸਿੰਘ ਬਰਾੜ ਅਕਾਲੀ ਦਲ ਦੇ ਸਪੋਕਸਪਰਸਨ ਨੇ ਰਾਜਪੁਰੇ ਤੋਂ ਇਲੈਕਸ਼ਨ ਲੜੇ, ਉਹਨਾਂ ਵੀ ਕਿਹਾ। ਬੀਬੀ ਸਿਮਰਤ ਕੌਰ ਬਾਦਲ ਹੋਰਾਂ ਨੇ ਕਿਹਾ 34,000 ਸ਼ਿਕਾਇਤਾਂ ਆਈਆਂ ਕਹਿੰਦੇ ਬਿਜਲੀ ਕੱਟਾਂ ਦੀਆਂ ਪੰਜਾਬ ਸਰਕਾਰ ਕੋਲ। ਜਦੋਂ ਸਾਡੀ ਸਰਕਾਰ ਸੀ ਬੀਬੀ ਜੀ ਕਹਿੰਦੇ ਬਿਜਲੀ ਸਰਪਲਸ ਸੀ, ਹੁਣ ਬਿਜਲੀ ਦੇ ਕੱਟ ਸਰਪਲਸ ਨੇ। ਉਧਰਲੇ ਪਾਸੇ ਰਾਜਾ ਵੜਿੰਗ ਸਾਹਿਬ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ, ਕਾਂਗਰਸ ਪਾਰਟੀ ਦੇ ਲੀਡਰ ਨੇ ਦੋਨੋਂ ਸਾਹਿਬ, ਉਹਨਾਂ ਨੇ ਭਗਵੰਤ ਮਾਨ ਸਾਹਿਬ ਦੀ ਇੱਕ ਪੁਰਾਣੀ ਵੀਡੀਓ ਜਿਹੜੀ ਹੈ ਸ਼ੇਅਰ ਕੀਤੀ, ਟਵੀਟ ਕੀਤੀ। ਤੇ ਜਦੋਂ ਕਮੇਟੀ ਕਲਾਕਾਰ ਹੁੰਦੇ ਸੀ ਭਗਵੰਤ ਮਾਨ ਸਾਹਿਬ, ਉਹ ਕਹਿੰਦੇ ਜੀ ਵਧੀਆ ਆਰਾਮ ਨਾਲ ਤਾਰਾਂ ਦੇ ਉੱਤੇ ਕੱਪੜੇ ਸੁੱਕਣੇ ਪਾਏ ਆ, ਬੱਤੀ ਤਾਂ ਆਉਂਦੀ ਨਹੀਂ ਬਿਜਲੀ ਦੀਆਂ ਤਾਰਾਂ ਤੇ ਉਹ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਆ ਦੇਖ ਲਓ ਕੀ ਹੁੰਦਾ। ਜਾਣੀ ਜਿੰਨੀ ਇੱਕ ਸਿਆਸੀ ਤੌਰ ਤੇ ਛਿੱਲ ਸੱਤਾਧਾਰੀ ਧਿਰ ਦੀ ਲਿਥ ਸਕਦੀ ਹੈ, ਉਨੀ ਕੁ ਉਹਨਾਂ ਨੇ ਲਾਈ। ਉਧਰੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਜੀ, ਕਹਿੰਦੇ ਸਾਨੂੰ ਤਾਂ ਮਹੀਨਾ ਡੂਢ ਮਹੀਨਾ ਹੋਇਆ ਇਹ ਕਿਹੜਾ ਬੱਤੀ ਵੇਚ ਦਿੱਤੀ। ਇਹਨਾਂ ਨੇ 60-70 ਸਾਲ ਹੋ ਗਏ ਸਰਕਾਰਾਂ ਵਾਰੀ ਚਲਾਈ ਜਾਂਦੇ ਆ। ਇਹਨਾਂ ਦੀਆਂ ਮਾੜੀਆਂ ਨੀਤੀਆਂ ਦੇ ਕਰਕੇ ਅੱਜ ਲੰਬੇ ਕੱਟ ਲੱਗ ਰਹੇ ਆ। ਕਿਉਂਕਿ ਹਰਭਜਨ ਸਿੰਘ ਈਟੀਓ ਸਾਹਿਬ ਬਿਜਲੀ ਮੰਤਰੀ ਨੇ, ਉਹਨਾਂ ਨੇ ਫਿਰ ਛੋਟਾ ਜਿਹਾ ਇੱਕ ਪੜ੍ਹ ਕੇ ਦੱਸਿਆ। ਉਹ ਕਹਿੰਦੇ ਜੀ ਦੇਖੋ 40% ਦੀ ਮੰਗ ਵੱਧ ਗਈ, ਗਰਮੀ ਬਹੁਤ ਵਧੀ ਹੋਈ ਹੈ। ਇੱਕ ਇਹਨਾਂ ਨੇ ਪਹਿਲਾਂ ਪ੍ਰਬੰਧ ਨਹੀਂ ਚੰਗੇ ਕੀਤੇ, ਅਸੀਂ ਤਾਂ ਆਏ ਨਵੇਂ ਆ, ਗਲ ਕੰਮ ਸਾਡੇ ਪਈ ਜਾਂਦਾ, ਸੰਜਮ ਨਾਲ ਬਿਜਲੀ ਥੋੜ੍ਹੀ ਜਿਹੀ ਵਰਤੋ। ਬਾਕੀ ਉਹ ਕਹਿੰਦੇ ਜੀ ਕਹਾਣੀ ਇਹ ਹੋਈ ਕਿ ਰੋਪੜ ਤੇ ਗੋਇੰਦਵਾਲ ਸਾਹਿਬ ਥਰਮਲ ਥੋੜ੍ਹਾ ਜਿਹਾ ਖਰਾਬ ਵੀ ਹੋ ਗਿਆ, ਪ੍ਰੋਡਕਸ਼ਨ ਬੰਦ ਹੋ ਗਈ। ਰੋਪੜ ਵਾਲਾ ਚੱਲ ਪਿਆ, ਗੋਇੰਦਵਾਲ ਸਾਹਿਬ ਵਾਲਾ ਸਵੇਰ ਤੱਕ ਚੱਲ ਪਊਗਾ। ਤੁਸੀਂ ਥੋੜ੍ਹੇ ਜਿਹੇ 1-2 ਦਿਨ ਇੰਤਜ਼ਾਰ ਕਰੋ, ਬਿਜਲੀ ਦੇ ਕੱਟਾਂ ਤੋਂ ਤੁਹਾਨੂੰ ਰਾਹਤ ਮਿਲੂ। ਹੁਣ ਸੰਧਾਲੀਆ ਸਾਹਿਬ, ਪਹਿਲੀ ਗੱਲ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ, ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਉਹਨਾਂ ਦੀ ਡਿਊਟੀ ਹੈ, ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਰਾਹਤ ਦਿੱਤੀ ਜਾਵੇ, ਬਿਜਲੀ ਦੀ ਸਪਲਾਈ ਹੋਵੇ। ਦੂਸਰੀ ਗੱਲ, ਕਈ ਵਾਰੀ ਸਾਡੀ ਨਿਗਾਹ ਦਾ ਦਾਇਰਾ ਜਾਣੀ ਛੋਟਾ ਰਹਿ ਜਾਂਦਾ। ਜੰਮੂ ਕਸ਼ਮੀਰ ਤੋਂ ਲੈ ਕੇ ਜੇ ਭਾਰਤ ਦਾ ਆਪਾਂ ਨਕਸ਼ਾ ਦੇਖੀਏ ਤਾਂ ਆਂਧਰਾ ਪ੍ਰਦੇਸ਼ ਤੱਕ ਇਹੀ ਹਾਲ ਹੈ। 2 ਘੰਟੇ ਤੋਂ ਲੈ ਕੇ 10 ਘੰਟੇ ਦੇ ਬਿਜਲੀ ਕੱਟ ਨੇ। ਸਾਡੇ ਗੁਆਂਢ ਦੇ ਵਿੱਚ ਹਰਿਆਣਾ ਸੂਬਾ, ਉੱਥੇ ਵੀ ਬਿਜਲੀ ਦੇ ਕੱਟ ਨੇ, ਕਿਉਂਕਿ ਕੋਲਾ ਪੰਜਾਬ ਨੂੰ ਨਹੀਂ ਜੇ ਮਿਲਿਆ, ਕੋਲਾ ਬਾਕੀ ਪਾਸੇ ਵੀ ਘੱਟ ਹੀ ਹੈ। ਜੇ ਗਰਮੀ ਪੰਜਾਬ 'ਚ ਪੈਂਦੀ ਹੈ, ਬਿਜਲੀ ਦੀ ਡਿਮਾਂਡ ਵਧੀ ਹੈ, ਤਾਂ ਡਿਮਾਂਡ ਬਾਕੀ ਪਾਸੇ ਵੀ ਵਧੀ ਹੈ, ਗਰਮੀ ਉੱਥੇ ਵੀ ਵਧੀ ਹੈ। ਉਹ ਵੱਖਰੀ ਗੱਲ ਹੈ ਕਿ ਸਾਡੀ ਰਾਜਨੀਤੀ ਦਾ ਕੇਂਦਰ ਬਿੰਦੂ ਜਿਹੜਾ ਪੰਜਾਬ ਸੂਬਾ ਹੁੰਦਾ। ਮੈਂ ਫਿਰ ਕਹਿਣਾ, ਜੇ ਬਾਕੀ ਸੂਬਿਆਂ ਦੇ ਵਿੱਚ ਬਿਜਲੀ ਦੇ ਕੱਟ ਲੱਗਦੇ ਤੇ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਦੀ ਸਰਕਾਰ ਬਰੀ ਹੋ ਗਈ। ਪੰਜਾਬ ਦੀ ਸਰਕਾਰ ਕਹੇ ਜੀ ਕਿਹੜਾ ਕੱਟ ਇੱਥੇ ਲੱਗਦੇ ਆ, ਸਾਰੇ ਸੂਬਿਆਂ 'ਚ ਲੱਗਦੇ ਆ। ਪ੍ਰਬੰਧ ਤਾਂ ਕਿਤੋਂ ਨਾ ਕਿਤੋਂ ਕਰਨਾ ਪਊ, ਪਰ ਹੁਣ ਲੋਕ ਅੱਕੇ ਪਏ ਨੇ। ਹੁਣ ਕੁਝ ਕਿਸਾਨ ਜਥੇਬੰਦੀਆਂ ਨੇ ਅੱਜ ਦੁਪਹਿਰ 12 ਵਜੇ ਤੱਕ ਦਾ ਸਮਾਂ ਦੇ ਦਿੱਤਾ ਕਿ ਜੇ ਸਾਨੂੰ ਨਿਰਵਿਘਨ ਸਪਲਾਈ ਨਾ ਦਿੱਤੀ, ਅਸੀਂ ਸੜਕਾਂ ਜਾਮ ਕਰ ਦੇਣੀਆਂ। ਕਈ ਜਗ੍ਹਾ ਦੇ ਉੱਤੇ ਸੜਕਾਂ ਤੇ ਜਾਮ ਲੱਗੇ ਵੀ ਹੈ। ਸੰਧਾਲੀਆ ਸਾਹਿਬ, ਮੱਕੀ ਸੁੱਕ ਰਹੀ ਹੈ, ਗੰਨਾ ਸੁੱਕ ਰਿਹਾ। ਜਿਨ੍ਹਾਂ ਨੇ ਸਬਜ਼ੀ ਲਾਈ ਹੈ, ਜੇ ਬਿਜਲੀ ਨਹੀਂ ਆਊਗੀ ਮੋਟਰਾਂ ਦੀ ਤਾਂ ਫਿਰ ਉਹ ਸਬਜ਼ੀ ਸੁੱਕਣੀ ਹੈ। ਨਰਮੇ ਦੀ ਬਿਜਾਈ ਲੇਟ ਹੋ ਰਹੀ ਹੈ। ਕਿਸਾਨਾਂ ਨੂੰ ਐ ਲੱਗਦਾ ਕਿ ਜੇ ਬਿਜਲੀ ਦੀ ਸਪਲਾਈ ਦੇ ਵਿੱਚ ਹੁਣ ਘਾਟ ਹੈ, ਜੇ ਨਰਮਾ, ਮੱਕੀ, ਗੰਨਾ ਤੇ ਸਬਜ਼ੀ ਦੇ ਲਈ ਬਿਜਲੀ ਪੂਰੀ ਨਹੀਂ, ਭਲਕ ਨੂੰ ਝੋਨਾ ਕਿੱਦਾਂ ਲਾਉਣਾ? ਤੌਖਲੇ ਜਾਇਜ਼ ਨੇ।
ਘਰਾਂ ਦੇ ਵਿੱਚ ਇਨਵਰਟਰ ਜਵਾਬ ਦੇਣ ਲੱਗ ਪਏ, ਗਰਮੀ ਇੱਕਦਮ ਵੱਧ ਗਈ। ਹੁਣ ਇਨਵਰਟਰ 2 ਨਹੀਂ 4 ਨਹੀਂ 6 ਘੰਟੇ ਕੱਢ ਲੂ, ਜਿੱਥੇ 2 ਜਾਂ 3 ਚੀਜ਼ਾਂ ਚੱਲਦੀਆਂ ਉੱਥੇ ਘਾਟੀ ਠਾਹ ਹੋ ਜਾਂਦੀ ਕੰਮ ਦੀ। ਸੋ ਲੋਕ ਤੰਗ ਪਰੇਸ਼ਾਨ ਨੇ। ਸੇਕ ਸਾਰਾ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੂੰ ਲੱਗ ਰਿਹਾ। ਦੇਖਦੇ ਹਾਂ ਕਿ ਹਾਲਾਤ ਦਰੁਸਤ ਕਦੋਂ ਹੁੰਦੇ ਆ। ਦੇਖੋ, ਹਾਲਾਤ ਦਰੁਸਤ ਕਰਨ ਲਈ ਜਿੱਦਾਂ ਤੁਸੀਂ ਅੱਗੇ ਜ਼ਿਕਰ ਕੀਤਾ ਵੀ ਈਟੀਓ ਸਾਹਿਬ ਨੇ ਜਿਹੜੀ ਗੱਲ ਇਹ ਕਹੀ, ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਇਹਨਾਂ ਨੂੰ ਪੁੱਛ ਲਓ ਵੀ ਕਈ ਦਹਾਕੇ ਕੀ ਕੀਤਾ, ਵੀ ਜੇ ਕੀਤਾ ਹੁੰਦਾ ਕੁਛ ਨਾ ਕੁਛ ਤੇ ਅਸੀਂ ਵੀ ਉਹ ਜਣੇ ਕਰ ਲੈਂਦੇ। ਫਿਰ ਉਹ ਕਹਿੰਦੇ ਵੀ ਸਾਨੂੰ ਤੇ ਮਹੀਨਾ ਕੁ ਹੋਇਆ ਤੇ 1 ਮਹੀਨੇ ਦੇ ਵਿੱਚ ਹੀ ਮੈਂ ਪਹਿਲਾਂ ਜਾ ਆਇਆ ਬਿਜਲੀ ਮੰਤਰੀ ਸਾਹਿਬ ਕੋਲੇ ਜੀ। ਉਸ ਤੋਂ ਬਾਅਦ ਕਹਿੰਦੇ ਵੀ ਜਿਹੜੀਆਂ ਪੰਜਾਬ ਦੀਆਂ ਬੰਦ ਪਈਆਂ ਖੱਡਾਂ ਸੀ ਉਹਨਾਂ ਦਾ ਵੀ ਪ੍ਰਬੰਧ ਕਰ ਲਿਆ ਵੀ ਭਾਈ ਸਾਹਿਬ ਉੱਥੋਂ ਕੋਲਾ ਕਾਲਾ ਆਉਣਾ ਸ਼ੁਰੂ ਹੋਵੇ। ਤੇ ਹੁਣ ਕਹਿੰਦੇ ਵੀ ਰੇਲਵੇ ਵਾਲਿਆਂ ਨੇ ਵੀ ਕਹਿ ਦਿੱਤਾ ਵੀ ਅਸੀਂ ਰੇਲ ਲਾ ਦਿੱਤੀ ਹੈ ਤੁਹਾਡੇ ਲਈ, ਬਾ ਕੋਲਾ ਲੱਦ ਲਿਆ ਤੇ ਘਲਾ ਦੇਣੀ ਹੈ ਤੁਹਾਡੇ ਪੰਜਾਬ ਵੱਲ ਨੂੰ, ਟੈਨਸ਼ਨ ਨਾ ਲਓ। ਦੂਜੀ ਗੱਲ ਕਹਿੰਦੇ ਵੀ ਉਸ ਦਿਨ ਮਾਨ ਸਾਹਿਬ ਜੇ ਗਏ ਸੀਗੇ ਵੇਖਣ ਦਾ, ਕਹਿੰਦੇ ਗਏ ਸੀ ਸਕੂਲ ਤੇ ਹਸਪਤਾਲ, ਚੇਚਾ ਵਿੱਚੋਂ ਟਾਈਮ ਕੱਢ ਕੇ ਉਹ ਕਹਿੰਦੇ ਬਿਜਲੀ ਮੰਤਰੀ ਸਾਹਿਬ ਨੂੰ ਉਹ ਵੀ ਮਿਲ ਕੇ ਆਏ ਵੀ ਮਹਾਰਾਜ ਇੱਦਾਂ ਗੱਡੀ ਨਹੀਂ ਚੱਲਣੀ, ਜੇ ਅਸੀਂ ਪੰਜਾਬ ਵਾਲੇ ਤੁਹਾਨੂੰ ਇੰਨਾ ਕੁਝ ਦਿੰਦੇ ਆ ਤੇ ਜੇ ਪੰਜਾਬ ਨੂੰ ਬੱਤੀ ਦੀ ਲੋੜ ਆ ਤਾਂ ਫਿਰ ਦਿਓ ਜੀ। ਉਹ ਕਹਿੰਦੇ ਵੀ ਉਹਨਾਂ ਨੇ ਹਾਮੀ ਭਰੀ ਆ ਤੇ ਟੈਨਸ਼ਨ ਤੁਸੀਂ ਲਓ ਨਾ। ਦੂਜਾ ਇਤਰਾਜ਼ ਇਹ ਵੀ ਸੀਗਾ ਵਿਰੋਧੀਆਂ ਦਾ, ਉਹ ਕਹਿੰਦੇ ਵੀ ਆਹ ਵਧੀਆ ਕੰਮ ਆ ਭਾਈ ਸਾਹਿਬ, ਮਹਿਕਮੇ ਵਾਲਿਆਂ ਨੂੰ ਕਹਿਦਾ ਵੀ SDO ਸਾਹਿਬ ਜਾਂ JE ਸਾਹਿਬ ਤੁਸੀਂ ਹੁਣ ਨਾ ਜਾ ਕੇ ਤੇ ਪਿੰਡ 'ਚ ਭਾਈ ਜੀ ਨੂੰ ਕਹਿ ਦਿਓ ਵੀ ਸਪੀਕਰ 'ਚ ਲੌਸਮੈਂਟ ਕਰ ਦਿਓ ਵੀ ਉਹ ਨਾ ਜੀ ਪਿੱਛੇ ਫਿਰ ਥੋੜ੍ਹੀ ਜਿਹੀ ਤਾਰ ਢਿੱਲੀ ਹੋ ਗਈ ਤਾਂ ਕਰਕੇ ਬੱਤੀ ਬੁੱਤੀ ਦਾ ਚੱਕਰ ਪੈ ਗਿਆ, ਥੋੜ੍ਹਾ ਜਿਹਾ ਸੰਜਮ ਨਾਲ ਵਰਤੋ ਤੁਸੀਂ, ਆਪਾਂ ਤਾਰਾਂ ਤੂਰਾਂ ਗੰਢ ਦੇਣੀਆਂ ਤੇ ਬੱਤੀ ਆ ਜਾਣੀ ਕੋਈ ਗੱਲ। ਹੁਣ ਗੱਲ ਆ ਵੀ ਅਗਲਿਆਂ ਨੂੰ ਮੌਕਾ ਮਿਲ ਗਿਆ ਸਿਆਸਤ ਕਰਨ ਦਾ। ਈਟੀਓ ਸਾਹਿਬ ਜਿਸ ਹਿਸਾਬ ਨਾਲ ਕਹਿ ਰਿਹਾ ਵੀ ਆਪਾਂ ਆਪਣੇ ਤੌਰ ਤੇ ਪ੍ਰਬੰਧ ਕਰ ਲਿਆ ਭਾਈ ਸਾਹਿਬ, ਅਸੀਂ ਸਾਰਾ ਕੁਝ ਦਰੁਸਤ ਕਰ ਰਹੇ ਹਾਂ, ਇਹਦੇ 'ਚ ਇੱਕ ਗੱਲ ਤੇ ਪੱਕੀ ਆ ਵੀ ਜਿਹੜੇ ਬੰਦੇ ਦੀ ਬਿਜਲੀ ਖੋਣੋਂ ਜਾਨ ਨਿਕਲਦੀ, ਭਾਵੇਂ ਉਹ ਗਰਮੀ ਕਰਕੇ, ਜਾਂ ਜੇ ਆਪਾਂ ਕਿਸਾਨ ਦੀ ਗੱਲ ਕਰ ਲਈ ਵੀ ਉਹਨੂੰ ਸਾਹਮਣੇ ਭਾਈ ਸਾਹਿਬ ਆਪਣੀ ਫਸਲ ਸੁੱਕਦੀ ਨਜ਼ਰ ਆਉਂਦੀ, ਉਹਦੇ ਲਈ ਜਿਹੜਾ ਬੰਦਾ ਵੀ ਇਹ ਗੱਲ ਕਰੂਗਾ ਵੀ ਭਾਈ ਸਾਹਿਬ ਬੱਤੀ ਇਹਦਾ ਕਰਕੇ ਖਰਾਬ ਹੀ, ਉਹ ਕੁਝ ਵੀ ਹੋ ਸਕਦਾ ABC, ਉਹਨੂੰ ਤੇ ਉਹੀ ਸਹੀ ਲੱਗਣਾ ਵੀ ਆਹ ਮੇਰੇ ਵਾਲ ਦੀ ਗੱਲ ਕਰਦਾ ਹੀ। ਹਾਂ, ਹੁਣ ਇਹ ਕਿੰਨੇ ਕੁ ਦਿਨ ਕੰਮ ਚੱਲਦਾ ਰਹਿਣਾ, ਕਿੰਨੇ ਕੁ ਦਿਨ ਉਹ ਕਾਲੇ ਬੱਦਲ ਨਹੀਂ ਨਜ਼ਰ ਆਉਂਦੇ ਜਾਂ ਕਿੰਨੇ ਕੁ ਦਿਨ ਬੱਤੀ ਵਾਲਾ ਕੰਮ ਨਹੀਂ ਸੈੱਟ ਆਉਂਦਾ, ਉਨੇ ਦਿਨਾਂ ਤੱਕ ਆਪਾਂ ਇਹ ਮੰਨ ਕੇ ਚੱਲੀਏ ਵੀ ਆਮ ਆਦਮੀ ਪਾਰਟੀ ਵਾਲੇ ਭਾਵੇਂ ਜੋ ਮਰਜ਼ੀ ਕਰ ਲੈਣ। ਇਹ ਕਹਿੰਦਾ ਨਾ ਵੀ ਸੇਕ ਵਾਲਾ ਕੰਮ, ਉਹ ਕਹਿੰਦਾ ਨਹੀਂ ਅੱਗੇ ਨੂੰ ਘਟਿਆ, ਕਹਿੰਦਾ ਨਾ ਘਟਣਾ ਕਿੱਥੇ ਆ ਵੀਰ ਜੀ, ਇਹਦੇ ਵਧਣਾ ਅੱਗੇ ਨਾਲੋਂ, ਟੈਨਸ਼ਨ ਨਾ ਲਓ ਤੁਸੀਂ, ਉਹ ਕੰਮ ਚੱਲੀ ਜਾਣਾ। ਹਾਂ, ਇੱਕ ਗੱਲ ਤਾਂ ਹੈਗੀ ਆ ਵੀ ਜੇ ਇਸ ਸਾਰੇ ਕੁਛ ਨੂੰ ਦੇਖ ਕੇ ਅਜੇ ਵੀ ਆਪਾਂ ਉਹ ਕੋਲੇ ਵਾਲਾ ਕੰਮ ਤੇ ਥਰਮਲ ਵਾਲਾ ਕੰਮ ਤੇ ਆਪਾਂ ਉਹ ਕੇਂਦਰੀ ਪੂਲ 'ਚੋਂ ਬੱਤੀ ਖਰੀਦਣ ਵਾਲਾ ਕੰਮ ਸਟਿਲ ਉਸ ਬਾਰੇ ਸੋਚ ਰਹੇ ਹਾਂ ਜਾਂ ਉਸ ਬਾਰੇ ਹੀ ਸਲਾਹਾਂ ਹੋ ਰਹੀਆਂ, ਤੇ ਮੇਰਾ ਖਿਆਲ ਕਿਤੇ ਨਾ ਕਿਤੇ ਇਹ ਵੇਲਾ ਸੋਚਣ ਦਾ ਵੀ ਜੇ ਬਾਕੀ ਸਾਰਾ ਕੁਛ ਦੁਨੀਆ ਬਦਲ ਰਹੀ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਚੀਜ਼ ਤੰਗ ਕਰਦੀ ਸੂਰਜ, ਇਹਨੂੰ ਕਿਤੇ ਨਾ ਕਿਤੇ ਬੱਤੀ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕਰੀਏ। ਨਹੀਂ, ਅਲਟਰਨੇਟਿਵ ਤਾਂ ਲੱਭਣਾ ਪਊਗਾ। ਉਮੀਦ ਕਰਦੇ ਹਾਂ ਕਿ ਭਾਈ ਲੱਭਣ। ਅੱਜ ਤਾਂ ਇਹ ਕਹਿੰਦੇ ਆ ਕਿ ਭਾਈ 1.5 ਮਹੀਨਾ ਜਾਂ ਮਹੀਨਾ ਹੋਇਆ ਸਾਨੂੰ, 1 ਸਾਲ ਤੇ 1.5 ਮਹੀਨਾ ਵੀ ਹੋ ਜਾਣਾ, ਨਿਕਲ ਜਾਂਦਾ ਹੁੰਦਾ ਸਮਾਂ। ਅਜੇ ਕੱਲ ਕੈਪਟਨ ਸਾਹਿਬ ਦੀ ਸਰਕਾਰ ਬਣੀ ਸੀ, 5 ਸਾਲ ਨਿਕਲ ਕੇ ਸਰਕਾਰ ਵੀ ਬਦਲ ਗਈ ਹੈ। ਨੀਤੀ ਘੜ ਲਓ, ਲੋਕਾਂ ਨੂੰ ਆਹ ਚੇਤਾ ਭੁੱਲ ਜਾਣਾ, ਅਗਲਾ ਚੇਤਾ ਰਹਿ ਜਾਣਾ। ਇਸ ਕਰਕੇ ਉਦੋਂ ਤੱਕ ਕਿਵੇਂ ਕੰਮ ਚਲਾਉਣਾ ਦੇਖ ਲਿਆ। ਪਰ ਹਾਂ, ਲੋਕ ਤੰਗ ਨੇ, ਲੋਕ ਪਰੇਸ਼ਾਨ ਨੇ, ਕਸੂਰ ਜਿਹਦਾ ਮਰਜ਼ੀ ਹੈ। ਸੰਧਾਲੀਆ ਸਾਹਿਬ, ਇੱਕ ਬੰਦਾ ਛੋਟੀ ਜਿਹੀ ਦੁਕਾਨ 'ਚ ਬੈਠਾ ਹੈ, ਉਹ ਦੁਕਾਨ ਨਹੀਂ ਬੰਦ ਕਰ ਸਕਦਾ, ਦੁਕਾਨ ਉਹਨੂੰ ਚਲਾਉਣੀ ਪੈਣੀ ਹੈ ਕਿਉਂਕਿ ਉਹਨੇ ਟੱਬਰ ਦਾ ਢਿੱਡ ਭਰਨਾ। ਜੇ ਉੱਥੇ ਪੱਖਾ ਨਹੀਂ ਚੱਲੂਗਾ ਤਾਂ ਉਹਦੇ ਲਈ ਔਖਾ, ਮੁੜਕੀ ਬੈਠਣਾ ਔਖਾ ਹੋ ਜਾਣਾ, ਸਾਹ ਨਹੀਂ ਆਉਂਦਾ ਹੁੰਦਾ। ਕਿਸੇ ਬੰਦੇ ਦੇ ਖਰਾਦ ਹੈ, ਕਿਸੇ ਬੰਦੇ ਦੀ ਛੋਟੀ ਜਿਹੀ ਫੈਕਟਰੀ ਹੈ, ਉਹ ਬਿਜਲੀ ਦੇ ਨਾਲ ਹੀ ਚੱਲਦੀ ਹੈ। ਜੇ ਉੱਥੇ ਵੱਡੇ ਕੱਟ ਲੱਗਣਗੇ ਉਹਦੀ ਪ੍ਰੋਡਕਸ਼ਨ ਘਟ ਜਾਣੀ ਹੈ। ਕੋਈ ਰਿਪੇਅਰ ਦਾ ਕੰਮ ਕਰਦਾ ਤਾਂ ਉਹਦਾ ਕੰਮ ਘਟ ਜਾਣਾ, ਤੇ ਪੈਸੇ ਕਿੱਥੋਂ ਕਮਾਊਗਾ ਤੇ ਟੱਬਰ ਦਾ ਢਿੱਡ ਭਰੂਗਾ ਕਿੱਦਾਂ? ਆਮ ਪਿੰਡਾਂ ਜਿਹੜੀ ਚੀਜ਼ ਹੁੰਦੀ ਕਿ ਨਹੀਂ ਜੀ, ਉਹਨੇ ਪੁੱਤ ਆਟਾ ਮੁੱਕਾ ਵੇਖਾਂ ਆਪਣਾ ਉਥੋਂ ਪੀਣਾ ਦਿੱਤਾ ਸੀ ਕੱਲ, ਉਹ ਜਾ ਲੈ ਤੂੰ ਤਾਈ ਉਹੀ ਗੱਲਾਂ ਕਹਿੰਦੇ ਬੱਤੀ ਦਾ ਕੱਲ ਦੀ ਨੇ, ਮੈਂ ਦੱਸ ਆਟਾ ਤੈਨੂੰ ਕਿੱਥੋਂ ਤੇ ਪੁੱਤ ਫਿਰ ਤੇਰੇ ਕੋਲ ਕੁਝ ਪਿਆ ਹੋਣਾ, ਤੂੰ ਉਹ ਦੇ ਦੇ। ਮੈਂ ਕਿੱਥੋਂ, ਅੱਗੇ ਹੀ ਲੈ ਗਏ ਲੋਕੀ ਸਾਰਾ ਕੁਝ ਚੁੱਕ ਕੇ। ਸਾਡੇ ਤਾਂ ਆਪਣੇ ਜੋਗਾ ਹੈ, ਸਾਡੇ ਮੈਂ ਢਾਬੇ ਤੋਂ ਖਾ ਕੇ ਆਉਣੀ ਹੈ। ਚੱਕੀਆਂ ਦੇ ਆਟਾ ਵੀ ਤੇ ਤਾਂ ਹੀ ਹੋਊਗਾ ਨਾ ਵੀ ਜੇ ਉਹਨੂੰ ਬੱਤੀ ਆਊਗੀ। ਸੋ ਕਹਿਣ ਤੋਂ ਭਾਵ ਇਹ ਆ ਵੀ ਜਿਹੜੀ ਬੱਤੀ ਆ ਹੈ ਤੇ ਲਾਈਫਲਾਈਨ, ਕੋਈ ਮੰਨੇ ਚਾਹੇ ਨਾ ਮੰਨੇ। ਹਾਂ, ਇਹ ਗੱਲ ਠੀਕ ਆ ਵੀ ਉਹ ਜੇ ਉਹਨੂੰ ਹੁਣ ਇਸ ਤਰ੍ਹਾਂ ਬਣਾ ਦਿੱਤਾ ਗਿਆ ਜਾਂ ਉਹ ਕਹਿ ਲਓ ਕਿ ਬਣ ਗਈ ਆ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਖੇਤੀ ਅੰਦੋਲਨ ਚੱਲਦਾ ਸੀ ਉਦੋਂ ਵੀ ਇੱਕ ਵੱਖਰਾ ਬਿੱਲ ਬਿਜਲੀ ਦਾ ਤੁਰਿਆ ਫਿਰਦਾ ਸੀ। ਅਜੇ ਵੀ ਲੱਗਦਾ ਵੀ ਯਾਰ ਬਿਜਲੀ ਇੱਕ ਐਸੀ ਚੀਜ਼ ਹੈ ਤੇ ਸਿਆਸਤ ਕੀਤੀ ਜਾ ਸਕਦੀ ਹੈ, ਤੇ ਫਿਰ ਜ਼ਰੂਰ ਕਿਤੇ ਨਾ ਕਿਤੇ ਇਹ ਸੋਚਣ ਦੀ ਲੋੜ ਹੈਗੀ ਆ ਵੀ ਯਾਰ ਇਸ ਸਾਰੇ ਕੁਛ ਤੋਂ ਆਪਣੇ ਆਪ ਨੂੰ ਬਚਾ ਕੇ ਉਹ ਕੰਮ ਕਰ ਲਿਆ ਜਾਵੇ ਜਿਹਦੇ ਨਾਲ ਪੰਜਾਬ ਆਪਣੇ ਖੁਦ ਸਿਰ ਜਿੰਨਾ ਵੀ ਕੁਛ ਕਰ ਸਕਦਾ ਹੋਵੇ ਉਨੀ ਕੁ ਪੈਦਾ ਕਰ ਲਏ। ਕਿਉਂਕਿ ਕਾਰਨ ਆ ਨਾ ਬੱਤੀ ਦੀ ਲੋੜ ਤੇ ਹੁਣ ਜਦੋਂ ਜੰਮੂ ਕਸ਼ਮੀਰ ਦਾ ਤੁਸੀਂ ਜ਼ਿਕਰ ਕੀਤਾ ਵੀ ਜਿੱਥੇ ਬੰਦਾ ਸੋਚਦਾ ਯਾਰ ਉੱਥੇ ਕਿਹੜਾ ਗਰਮੀ ਹੋਣੀ, ਜੇ ਅਗਲਿਆਂ ਦੇ ਵੀ ਬੱਤੀ ਘੱਟ ਆ ਤੇ ਫਿਰ ਪੰਜਾਬ 'ਚ ਕੀ ਹਾਲ ਹੋਊਗੀ ਆਪ ਸੋਚੋ। ਸੰਧਾਲੀਆ ਸਾਹਿਬ, ਇੱਕ ਗੱਲ ਜਿਹੜੀ ਹੈ ਉਹ ਬਹੁਤ ਚੰਗੇ ਤਰੀਕੇ ਸਮਝਣੀ ਪਊ। ਆਮ ਆਦਮੀ ਪਾਰਟੀ ਨੂੰ ਪ੍ਰਬੰਧ ਕਰਨਾ ਪੈਣਾ। ਇਹ ਨਹੀਂ ਕਿ ਹੁਣ ਵੀ ਕਰਨ, ਫੌਰੀ ਤੌਰ ਤੇ ਵੀ ਕਰਨ, ਲੰਬੇ ਸਮੇਂ ਦੀ ਪਲੈਨਿੰਗ ਵੀ ਚਾਹੀਦੀ ਹੈ। ਨਹੀਂ ਤਾਂ ਬੱਤੀ ਕਰੰਟ ਬਹੁਤ ਮਾਰਦੀ ਹੈ। ਤੁਹਾਨੂੰ ਯਾਦ ਹੋਣਾ ਕਿੰਨੀ ਵਾਰੀ ਇਸ ਮੁੱਦੇ ਤੇ ਰੌਲਾ ਪੈ ਚੁੱਕਿਆ ਕਿ ਬਿਜਲੀ ਸਮਝੌਤੇ ਠੀਕ ਕੀਤੇ ਕਿ ਗਲਤ। ਜੇ ਠੀਕ ਕੀਤੇ ਤਾਂ ਠੀਕ ਹੈ, ਫਿਰ ਮਹਿੰਗੇ ਭਾਅ ਦੇ ਕਿਉਂ ਕੀਤੇ?
ਜੇ ਗਲਤ ਕੀਤੇ ਤਾਂ ਕੀ ਰੱਦ ਕੀਤੇ ਜਾ ਸਕਦੇ ਆ ਕਿ ਨਹੀਂ? ਕਿੱਡੀ ਵੱਡੀ ਸਿਆਸਤ ਚੱਲੀ ਪੰਜਾਬ 'ਚ। ਫਿਰ ਉਹਦੇ ਤੋਂ ਬਾਅਦ ਪਿਛਲੀ ਚੋਣ ਇਸੇ ਮੁੱਦੇ ਤੇ ਲੜੀ ਗਈ ਸੀ, ਫਿਰ ਵਾਈਟ ਪੇਪਰ ਤੇ ਆ ਗਿਆ ਕਿ ਸਮਝੌਤੇ ਦਾ ਰਾਤ ਨੇ ਵਾਈਟ ਪੇਪਰ ਲੈਣੇ ਆ। 5 ਸਾਲ ਵਾਈਟ ਪੇਪਰ ਹੀ ਆਇਆ, ਲੱਭਾ ਨਹੀਂ ਹੋਣਾ ਨਾ, ਦਰਖਤ ਵੱਢ ਕੇ ਕਾਗਜ਼ ਬਣਦਾ, ਕਹਿੰਦੇ ਉਹਨੂੰ ਦਰਖਤ ਬਚਾਉਣਾ ਹੈ। ਉਹਦੇ ਤੋਂ ਬਾਅਦ ਫਿਰ ਉਹੀ ਚਰਚਾ ਚੱਲ ਪਈ ਕਿ ਭਾਈ ਬਿਜਲੀ ਸਮਝੌਤੇ ਰੱਦ ਕੀਤੇ ਜਾ ਸਕਦੇ। ਇਹਨਾਂ ਨੇ ਵੀ ਕਿਹਾ ਸੀ ਕਿ ਆ ਦੇਖੋ ਜੀ ਕੇਜਰੀਵਾਲ ਸਾਹਿਬ ਨੇ ਨੈਗੋਸੀਏਸ਼ਨ ਕੀਤੀ ਹੈ, ਜਦੋਂ ਬਣੇ ਨੇ ਮੁੱਖ ਮੰਤਰੀ ਉਹਦੇ ਤੋਂ ਬਾਅਦ ਸਸਤੀ ਬਿਜਲੀ ਹੋ ਗਈ ਹੈ। ਸਿੱਧੂ ਸਾਹਿਬ ਕਿੰਨੀ ਵਾਰੀ ਕਹਿੰਦੇ ਹੁੰਦੇ ਆ, ਇਸ ਕਰਕੇ ਆਮ ਆਦਮੀ ਪਾਰਟੀ ਕੋਈ ਬਦਲਵਾਂ ਪ੍ਰਬੰਧ ਕਰ ਲੂਗੀ ਆ ਸਾਲ 2 ਸਾਲ 3 ਸਾਲ ਦੇ ਵਿੱਚ ਤਾਂ ਚੰਗੀ ਰਹੂਗੀ, ਨਹੀਂ ਤਾਂ ਇਹਦਾ ਕਰੰਟ ਸਿਆਸੀ ਤੌਰ ਤੇ ਸਹਿਣਾ ਔਖਾ ਹੋ ਜਾਂਦਾ। ਜੇ ਨਹੀਂ ਯਕੀਨ ਤਾਂ 2017 ਦੇ ਵਿੱਚ ਅਕਾਲੀ ਦਲ ਤੇ ਭਾਜਪਾ ਵਾਲੇ ਹਾਰੇ ਆ, ਤੇ 2022 ਦੇ ਵਿੱਚ ਕੈਪਟਨ ਸਾਹਿਬ ਚੰਨੀ ਸਾਹਿਬ ਉਹ ਸਾਰੇ ਬੰਦੇ ਜਿਹੜੇ ਸੱਤਾ 'ਚ ਰਹੇ ਨੇ ਉਹ ਹਾਰੇ ਨੇ। ਇਸ ਕਰਕੇ ਕਿਤੇ ਉਹ ਰਵਾਇਤ ਅੱਗੇ ਨਾ ਤੁਰੇ, ਰਣਨੀਤੀ ਬਣਾ ਲੈਣ, ਚੰਗੇ ਸਮੇਂ ਦੀ ਪਲੈਨਿੰਗ ਬਣਾ ਲੈਣ। ਦੂਸਰੀ ਗੱਲ, ਨਵਜੋਤ ਸਿੰਘ ਸਿੱਧੂ ਗਏ ਸੀ ਫਿਰੋਜ਼ਪੁਰ, ਉੱਥੇ ਉਹਨਾਂ ਨੇ ਕਿਹਾ ਸੀ ਦੇਖੋ ਜੀ ਬੱਤੀ ਨਹੀਂ ਆਉਂਦੀ, ਕਿਸਾਨ ਬਹੁਤ ਔਖਾ, ਬਾਰਡਰ ਦੇ ਬਿਲਕੁਲ ਕੋਲ ਕੰਡਿਆਲੀ ਤਾਰ ਦੇ ਕੋਲ। ਉੱਥੇ ਬਾਕੀ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਬਦਖੋਈ ਕੀਤੀ। ਇਹ ਵੀ ਕਿਹਾ ਕਿ ਕੇਜਰੀਵਾਲ ਸਾਹਿਬ ਝੂਠ ਬੋਲਦੇ ਆ, ਸਿੱਧੂ ਸਾਹਿਬ ਨੇ ਕਿਹਾ। ਇਹ ਵੀ ਕਿਹਾ ਕਿ ਭਗਵੰਤ ਮਾਨ ਸਾਹਿਬ ਉਹੀ ਕੁਝ ਕਰਦੇ ਆ ਜੋ ਕੇਜਰੀਵਾਲ ਸਾਹਿਬ ਕਹਿੰਦੇ ਆ। ਇੱਕ ਗੱਲ ਦੇ ਉੱਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿਫਤ ਵੀ ਕਰਤੀ। ਉਹ ਕਹਿੰਦੇ ਮੈਂ ਨਿੱਜੀ ਤੌਰ ਤੇ ਵਧਾਈ ਦਿੰਦਾ ਕੁਲਦੀਪ ਸਿੰਘ ਧਾਲੀਵਾਲ ਮਿਨਿਸਟਰ ਨੇ, ਮੰਤਰੀ ਨੇ, ਕਿ ਉਹਨਾਂ ਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ 29 ਏਕੜ ਤੋਂ ਨਜਾਇਜ਼ ਕਬਜ਼ਾ ਹਟਾਇਆ, ਆਪ ਜਾ ਕੇ ਹਟਾਇਆ। ਤੇ ਉਹ ਕਹਿੰਦੇ ਆ ਕਿ ਇੱਕ ਬਹੁਤ ਵੱਡੇ ਸਿਆਸੀ ਪਰਿਵਾਰ ਦੇ ਹੋਟਲ ਦੇ ਕੋਲ ਹੈ, ਇੱਕ ਬਹੁਤ ਵੱਡੇ ਸਿਆਸੀ ਲੀਡਰ ਦੇ ਫਾਰਮ ਹਾਊਸ ਦੇ ਕੋਲ ਹੈ, ਯਾਨੀ ਨੇੜੇ ਨੇੜੇ ਹੈ ਕੰਮ, ਉੱਥੇ ਕਹਿ। ਹੁਣ ਦੇਖੋ ਤੁਸੀਂ ਕੁਲਦੀਪ ਸਿੰਘ ਧਾਲੀਵਾਲ ਹੋਰੀ ਆਪ ਗਏ ਅਦਾਲਤ ਤੋਂ, ਜਿਹੜਾ ਉਹ ਦਖਲ ਕਹਿੰਦੇ ਨਾ, ਦਖਲ ਦੇ ਦਿੱਤਾ ਅਦਾਲਤ ਨੇ। ਦਖਲ ਕੀ ਆ ਕਿ ਭਾਈ ਆ ਤੁਹਾਡਾ, ਤੁਸੀਂ ਸਾਂਭ ਲਓ ਜਾ ਕੇ। ਪੁਲਿਸ ਨੂੰ ਨਾਲ ਲੈ ਕੇ ਆਏ, ਮੰਤਰੀ ਸਾਹਿਬ ਖੁਦ ਆਏ, ਉਹਨਾਂ ਦੇ ਸਾਹਮਣੇ ਫਿਰ ਟਰੈਕਟਰ ਚੱਲੇ। 29 ਏਕੜ ਜਿਹੜੀ ਕਿ ਕਰੋੜਾਂ ਰੁਪਈਏ ਦੀ ਬਣਦੀ ਹੈ, ਉਹ ਹੁਣ ਪੰਜਾਬ ਸਰਕਾਰ ਨੇ ਪਹਿਲਾ ਨਜਾਇਜ਼ ਕਬਜ਼ਾ ਛੜਾਇਆ, ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਕੋਲ ਸੀ। ਤੇ ਸਿੱਧੂ ਸਾਹਿਬ ਕਹਿੰਦੇ ਮੈਂ ਵਧਾਈ ਦਿੰਨਾ, ਤੇ ਮੈਂ ਉਮੀਦ ਕਰਦਾ ਕਿ 29 ਤੋਂ 29,000 ਏਕੜ ਤੱਕ ਵੀ ਛੇਤੀ ਪੁੱਜੋ, ਮੈਂ ਨਾਲ ਖੜਾ। ਇਹ ਗੱਲ ਠੀਕ ਹੈ, ਚੰਗੀ ਕੀਤੀ ਉਹਨਾਂ ਨੇ ਵੀ, ਕਿਉਂਕਿ ਕਾਰਨ ਇਹ ਹੈ ਨਾ, ਇਹ ਉਹ ਮੁੱਦਾ ਜਿਹੜਾ ਸਿੱਧੂ ਸਾਹਿਬ ਨੇ ਖੁਦ ਚੁੱਕਿਆ ਸੀ ਜੀ। ਤੇ ਉਹ ਮੇਰਾ ਖਿਆਲ ਆਪਾਂ ਪਿਛਲੇ ਦਿਨੀ ਵੀ ਗੱਲ ਕਰਦੇ ਰਹੇ ਸੀ ਵੀ ਜਦੋਂ ਇਹ ਚਰਚਾ ਚੱਲਦੀ ਸੀ ਵੀ ਆਪਾਂ ਹੁਣ ਪੰਚਾਇਤੀ ਜ਼ਮੀਨਾਂ, ਸਰਕਾਰੀ ਜ਼ਮੀਨਾਂ ਛਡਾਉਣੀਆਂ, ਐਂਡ ਉਦੋਂ ਵੀ ਇਹ ਗੱਲ ਕਹੀ ਸੀ ਵੀ ਮਹਾਰਾਜ, ਸਿੱਧੂ ਸਾਹਿਬ ਵੀ ਕਹਿੰਦੇ ਸੀ ਵੀ ਮਹਾਰਾਜ ਮੈਂ ਤਾਂ ਤੁਹਾਡੇ ਕੋਲੇ ਲਿਸਟ ਬਣਾ ਕੇ ਬੈਠਾ। ਫਿਰ ਉਸ ਤੋਂ ਬਾਅਦ ਜਸਟਿਸ ਸਾਹਿਬ ਦੀ ਰਿਪੋਰਟ ਦਾ ਜ਼ਿਕਰ ਆ ਗਿਆ ਵੀ ਉਹਨਾਂ ਨੇ ਤਾਂ ਸਾਰਾ ਕੁਝ ਜਾਂਚ ਪੜਤਾਲ ਕਰਕੇ ਦੱਸਤਾ ਤੁਹਾਨੂੰ ਵੀ ਇੱਥੇ ਆਹ ਜ਼ਮੀਨਾਂ ਪਈਆਂ, ਭਾਈ ਇਹਨੂੰ ਛਡਾ ਲਓ। ਹੁਣ ਇੱਕ ਚੀਜ਼ ਜਿਹੜੀ ਧਾਲੀਵਾਲ ਸਾਹਿਬ ਨੇ ਉੱਥੇ ਜਾ ਕੇ ਕੋਸ਼ਿਸ਼ ਕੀਤੀ ਵੀ ਇਹ ਸੁਣਿਆ ਨਾ ਜਾਵੇ, ਉਹ ਵੀ ਚੰਗੀ ਗੱਲ ਹੈ ਜੀ, ਕਿਉਂਕਿ ਆਪਣੇ ਭਾਈਚਾਰੇ ਨੇ ਤੇ ਪੁੱਛਣਿਆ ਦਾ ਉਹ ਫਿਰ ਜਨਾਬ, ਫਿਰ ਉਹ ਕਹਿੰਦੇ ਜੀ ਫਲਾਨੇ ਨੇ ਵੀ ਜੀ ਉਹ ਵੀ ਦੱਬੀ ਹੈ ਜੀ, ਫਿਰ ਉਹਦਾ ਕਿੱਦਾਂ? ਉਹ ਕਹਿੰਦੇ ਦੇਖੋ ਗੱਲ ਹੈ ਵੀ ਮੈਂ ਨਾ ਕਿਸੇ ਦਾ ਨਹੀਂ ਲੈਣਾ, ਤੇ ਨਾ ਮੈਨੂੰ ਤੁਸੀਂ ਸਿਆਸੀ ਤੌਰ ਤੇ ਇਸ ਪਾਸੇ ਫਸਾਓ, ਕਿਉਂਕਿ ਸਿਆਸਤ ਆਪਣੀ ਥਾਂ ਤੇ ਆ, ਇਹ ਕੰਮ ਆਪਣੀ ਥਾਂ ਤੇ ਜੀ। ਕਿਉਂਕਿ ਇਹ ਗੱਲ ਵਧੀਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਇਹ ਚੀਜ਼ ਦੇਖਦੇ ਰਹੇ ਵੀ ਜਦੋਂ ਵੀ ਕਿਤੇ ਕੋਈ ਇਹੋ ਜਿਹਾ ਪੇਚ ਫਸਦਾ ਨਾ, ਉਹਦਾ ਇੱਕੋ ਇੱਕ ਬਚਾਅ ਹੁੰਦਾ ਜੀ, ਸਿਆਸੀ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ। ਹੁਣ ਜੇ ਤੇ ਉਹ ਸਿਆਸੀ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਵਾਲਾ ਇੰਪ੍ਰੈਸ਼ਨ ਨਾ ਜਾਣ ਦੇਣ ਵੀ ਦੇਖੋ ਜੀ ਅਸੀਂ ਤਾਂ ਜੋ ਲੀਗਲੀ ਕਾਰਵਾਈ ਬਣਦੀ ਹੈ ਵੀ ਆਹ ਪਿੰਡ ਹੈ, ਇਹਦੀ ਆਹ ਪੰਚਾਇਤੀ ਜ਼ਮੀਨ ਹੈ, ਇਹਦੇ ਤੇ ਅਧਿਕਾਰ ਜਿਹੜਾ ਉਹ ਪੰਚਾਇਤ ਦਾ ਬਣਦਾ, ਪਰ ਇਸ ਜ਼ਮੀਨ ਨੂੰ ਐਸ ਬੰਦਿਆਂ ਨੇ ਇੱਦਾਂ ਪਾਸੇ ਕੀਤਾ, ਇਹਦੇ ਤੋਂ ਜਿਹੜੀ ਆਮਦਨ ਇਨਕਮ ਜੋ ਵੀ ਆਉਣੀ ਚਾਹੀਦੀ ਉਹ ਨਹੀਂ ਆ ਰਹੀ, ਤੇ ਅਸੀਂ ਇਹ ਸਾਰੇ ਕੁਝ ਨੂੰ ਦਰੁਸਤ ਕਰਕੇ, ਕਿਉਂਕਿ ਪੰਚਾਇਤੀ ਮਹਿਕਮੇ ਦੇ ਅਗਲੇ ਮੰਤਰੀ ਨੇ ਤੇ ਪੰਚਾਇਤ ਨੂੰ ਅਸੀਂ ਉਹ ਜ਼ਮੀਨ ਸੌਂਪ ਦਿੱਤੀ। ਉਹ ਗੱਲ ਵਧੀਆ ਕੀਤੀ। ਦੂਜੀ ਗੱਲ ਇਹ ਵੀ ਜਿਹੜੀ ਕਿ ਵੀ ਦਾਵਾ ਉਹਨਾਂ ਦਾ ਹੁਣ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ, ਕਹਿੰਦੇ 1 ਸਾਲ ਦੇ ਵਿੱਚ ਤੁਸੀਂ ਦੇਖਿਓ ਵੀ ਭਗਵੰਤ ਮਾਨ ਹੋਰਾਂ ਦੀ ਸਰਕਾਰ, ਇਹ ਜਿੰਨੀਆਂ ਜ਼ਮੀਨਾਂ ਨੇ ਇਹ ਸਾਰੀਆਂ ਥਾਂ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਦੀਆਂ, ਯਾਨੀ ਕਿ ਪੰਚਾਇਤਾਂ ਦੀਆਂ ਜਾਂ ਸਰਕਾਰ ਨੂੰ ਮਿਲ ਜੂਗੀ। ਤੇ ਰਹੀ ਗੱਲ ਆਮਦਨ ਇਨਕਮ ਦੀ, ਉਹ ਵੀ ਤੁਸੀਂ ਵੇਖੋਗੇ ਕਿੱਦਾਂ ਡਬਲ ਹੁੰਦੀ ਸਾਰੇ ਕੁਝ ਤੋਂ। ਸੰਧਾਲੀਆ ਸਾਹਿਬ ਚੰਗੀ ਗੱਲ ਪਤਾ ਕੀ ਰਹੀ ਹੈ, ਜੇ ਕਿਤੇ ਆਹੀ ਕੰਮ ਹੁੰਦਾ ਜੀ, ਇਸ ਪਿੰਡ ਦੇ ਵਿੱਚੋਂ 3 ਮਰਲੇ ਥਾਂ ਛਡਾ ਲਈ, ਛੱਪੜ ਤੇ ਨਜਾਇਜ਼ ਕਬਜ਼ਾ ਸੀ ਉਹ ਛਡਾ ਲਿਆ, ਜੇ ਉੱਥੋਂ ਸ਼ੁਰੂ ਹੁੰਦਾ ਤਾਂ ਫਿਰ ਉਹੀ ਗੱਲ ਹੋਣੀ ਸੀ ਕਿ ਭਾਈ ਆ ਥੱਲਿਓਂ ਸ਼ੁਰੂ ਕਰੀ ਜਾਂਦੇ ਆ, ਕਰੋੜਾਂ ਦੀ ਜਿਹੜੀ ਉੱਪਰਲੇ ਪਾਸੇ ਆ ਮੁਹਾਲੀ ਦੇ ਕੋਲ ਹੈ ਉਹ ਛਡਾਓ। ਬਹੁਤ ਚੰਗਾ ਕੀਤਾ ਕਿ ਮੰਤਰੀ ਸਾਹਿਬ ਨੇ ਕੰਮ ਹੀ ਉੱਪਰੋਂ ਸ਼ੁਰੂ ਕੀਤਾ। 29 ਏਕੜ ਇੱਕ ਜਗ੍ਹਾ ਤੇ ਦੱਬੇ ਜਾਣੇ, ਤੇ ਉੱਥੇ ਦੱਬੇ ਜਾਣੇ ਜਿੱਥੇ 1-1 ਏਕੜ ਕਹਿੰਦੇ ਕਰੋੜਾਂ ਰੁਪਈਏ ਦਾ। ਪੰਜਾਬ ਸਰਕਾਰ ਕੋਲ ਰੁਪਈਏ ਨਹੀਂ ਹੈਗੇ, ਕਰਜ਼ਾ ਸਾਡੇ ਸਿਰ ਚੜਿਆ ਹੋਇਆ, ਸਰਕਾਰ ਦੀ ਜ਼ਮੀਨ ਹੈ, ਕੋਈ ਹੋਰ ਬਾਉਂਦਾ, ਕੋਈ ਹੋਰ ਖਾਂਦਾ, ਕੋਈ ਹੋਰ ਖੱਟਦਾ, ਤਾਂ ਤੁਰੰਤ ਮੈਂ ਕਹਿੰਦਾ ਧਾਲੀਵਾਲ ਸਾਹਿਬ ਦੇ ਬਾਕੀ ਕੰਮ ਭਾਵੇਂ ਪੈਂਡਿੰਗ ਰਹਿ ਜਾਣ, ਜੇ ਆਹੀ ਕੰਮ ਕਰੀ ਜਾਣ, ਪੰਜਾਬ ਸਰਕਾਰ ਕੋਲ ਵਾਹਵਾ ਪੈਸੇ ਆਉਣਗੇ। ਬੜੀਆਂ ਬਿਲਡਿੰਗਾਂ ਖੜੀਆਂ ਨੇ, ਜਿਹੜੇ ਮਰਜ਼ੀ ਜ਼ਿਲ੍ਹੇ ਦੇ ਵਿੱਚ ਦੇਖ ਲਓ ਦੱਬੀ ਪਈ ਹੈ, ਬਿਲਡਿੰਗਾਂ ਖੜੀਆਂ, ਕੋਈ ਖੇਤੀ ਕਰਦਾ, ਕਿਸੇ ਨੇ ਫੈਕਟਰੀ ਲਾਈ ਆ, ਪਿਛਲੇ 5-7 ਸਾਲ ਦੇ ਰੁਪਈਏ ਉਹਦੇ ਕੋਲੋਂ ਵਸੂਲੋ। ਮੈਂ ਫਿਰ ਕਹਿਣਾ, ਜੇ ਵਸੂਲੋਗੇ ਤੁਸੀਂ ਵੀ ਸੌਖੇ, ਲੋਕ ਵੀ ਸੌਖੇ, ਤੇ ਭਵਿੱਖ ਦੇ ਵਿੱਚ ਕੋਈ ਬੰਦਾ ਕਹਿੰਦੇ ਹੁੰਦੇ ਨੇ ਕਈ
ਉਹ ਦੱਬਲਾ ਉੱਥੇ, ਮੈਨੂੰ ਵੀ 8 ਸਾਲ ਹੋ ਹੀ ਗਏ ਆ, ਕੋਈ ਪੁੱਛਦਾ ਹੀ ਇੱਥੇ ਕੋਈ ਨਹੀਂ ਪੁੱਛਦਾ, ਦੇਖ ਲਾਂ ਕੱਲ੍ਹ ਨੂੰ ਕੀ ਹੁੰਦੀ ਹੈ। ਤੇ ਜਦੋਂ ਲੋਕਾਂ ਨੂੰ ਇਸ ਗੱਲ ਨੂੰ ਕੰਨ ਹੋ ਗਿਆ ਨਾ ਕਿ ਭਾਈ ਪਿਛਲੇ ਪੈਸੇ ਵੀ ਅਗਲੇ ਲੈਂਦੇ ਆ, ਸਾਰੇ ਸਰਕਾਰੀ ਖਜ਼ਾਨੇ ਜਮ੍ਹਾਂ ਹੁੰਦੇ ਆ, ਤਾਂ ਫਿਰ ਬਹੁਤ ਸਾਰੇ ਜਿਹੜੇ ਲੋਕ ਆ ਉਹ ਹੋ ਸਕਦਾ ਕਿ ਇਦਾਂ ਦੇ ਕਾਰਨਾਮੇ ਕਰਨ ਤੋਂ ਪਿਛਾਂ ਹਟਣਗੇ। ਦੂਸਰੀ ਗੱਲ, ਜਦੋਂ ਸਾਲ ਡੂਢ ਸਾਲ ਦੇ ਵਿੱਚ ਸਾਰੇ ਨਜਾਇਜ਼ ਕਬਜ਼ੇ ਹਟਾ ਲੈ, ਫਿਰ ਮੈਨੂੰ ਲੱਗਦਾ ਕਿ ਇੱਕ ਦੀ ਰਿਪੋਰਟ ਇਹ ਬਣਨੀ ਚਾਹੀਦੀ ਹੈ ਕਿ ਭਾਈ ਜਦੋਂ ਇਹ ਨਜਾਇਜ਼ ਕਬਜ਼ੇ ਹੋਏ ਸੀ, ਉਹਨੂੰ ਕਹਿੰਦੇ 15 ਸਾਲ ਪਹਿਲਾਂ ਇਹ ਦੱਬੀ ਜ਼ਮੀਨ, ਅਫਸਰ ਕੌਣ ਸੀ, MLA ਕੌਣ ਸੀ, ਮੰਤਰੀ ਕੌਣ ਸੀ, DC ਸਾਹਿਬ, SSP ਸਾਹਿਬ, ਇਲਾਕੇ ਦੇ ਤਹਿਸੀਲਦਾਰ ਸਾਹਿਬ ਕੌਣ ਸੀ, ਕਾਨੂੰਗੋ ਸਾਹਿਬ, ਪਟਵਾਰੀ ਸਾਹਿਬ ਕੌਣ ਸੀ, ਪਤਾ ਤਾਂ ਲੱਗਣਾ ਚਾਹੀਦਾ ਨਾ। ਕਿਉਂਕਿ ਇਦਾਂ ਤਾਂ ਹੋ ਨਹੀਂ ਸਕਦੀ ਕਿ 29 ਏਕੜ ਦੱਬੀ ਹੈ, ਕਿਸੇ ਨੂੰ ਪਤਾ ਨਹੀਂ ਲੱਗਾ ਕਿ ਭਾਈ ਆ ਜ਼ਮੀਨ ਜਿਹੜੀ ਆ ਕੋਈ ਬੰਦਾ ਊਂ ਲੈ ਗਿਆ ਤਾਂ ਸਰਕਾਰੀ ਜ਼ਮੀਨ ਸੀ, ਇਦਾਂ ਥੋੜੀ ਹੋ ਸਕਦਾ। ਹੁਣ ਮੈਂ ਇੱਥੇ ਇਹ ਵੀ ਬੇਨਤੀ ਕਰਦਾ, ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰ, ਸ਼ਿਸ਼ਰਾ ਕਿਹਨੂੰ ਕਹਿੰਦੇ ਆ? ਕਿਉਂਕਿ ਉੱਥੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਸ਼ਿਸ਼ਰਾ ਸਾਡੇ ਕੋਲ ਆ, ਕਹਿੰਦੇ ਸ਼ਿਸ਼ਰਾ ਕਿਹਨੂੰ ਕਹਿੰਦੇ ਆ? ਜੇ ਪਤਾ ਤਾਂ ਲਿਖ ਦਿਓ, ਜੇ ਸ਼ਿਸ਼ਰਾ ਸ਼ਬਦ ਸੁਣਿਆ ਪਹਿਲੀ ਵਾਰ ਇਹ ਤਾਂ ਲਿਖ ਦਿਓ, ਅਜੇ ਵੀ ਪਤਾ ਲੱਗ ਜੂ। ਨਹੀਂ ਵੈਸੇ ਇਹ ਤੇ ਉਹ ਸ਼ਬਦ ਹੈ ਜਿਹੜਾ ਪੰਜਾਬ ਦੇ ਮੈਂ ਇਕੱਲੇ ਇਕੱਲੇ ਬੰਦੇ ਨੂੰ ਪਤਾ, ਫਿਰ ਵੀ ਦੇਖ ਲੈਨੇ ਆ। ਚਲੋ ਠੀਕ ਆ ਜੀ, ਇਹ ਤੁਸੀਂ ਜ਼ਰੂਰ ਇਹਦੇ ਟਿੱਪਣੀਆਂ ਕਰ ਦਿਓ ਕਮੈਂਟ ਦੇ ਰੂਪ ਵਿੱਚ ਬਾਅਦ ਚ ਵੀ, ਜੇ ਤੁਸੀਂ ਦੇਖੋ ਕਿਤੇ ਪ੍ਰੋਗਰਾਮ ਨੂੰ ਵੀ ਕਹਿੰਦੇ ਕਿ ਇਹਨੂੰ ਆ ਤੇ ਜੇ ਉਹਦੇ 'ਚ ਕਿਤੇ ਹਿਲਜੁਲ ਹੋ ਜਾਵੇ ਤੇ ਫਿਰ ਕਈ ਤਰ੍ਹਾਂ ਦੀ ਹਿਲਜੁਲ ਹੋ ਜਾਂਦੀ। ਐਂਡ ਇਹ ਵੀ ਸੁਣ ਚਾਹੀਏ ਗੱਲ, ਇਹ ਧਾਲੀਵਾਲ ਸਾਹਿਬ ਦੀ ਜ਼ੁਬਾਨੀ ਆ, ਉਹ ਕਹਿੰਦੇ ਵੀ ਕਈਆਂ ਥਾਵਾਂ ਤੇ ਉਹ ਸ਼ਿਸ਼ਰੇ ਦੇ ਵਿੱਚ ਵੀ ਕੁਛ ਨਾ ਕੁਛ ਅੱਗਾ ਪਿਛਾ ਸੱਜਾ ਕੀਤਾ, ਖੱਬਾ ਹੋਇਆ ਹੀ ਕੰਮ। ਕਿਉਂਕਿ ਕਾਰਨ ਹੈ ਨਾ, ਹੁਣ ਜੇ ਆਪਾਂ ਦਹਾਕਿਆਂ ਬੱਧੀ ਵੇਖੀਏ, ਇੱਕ ਤਾਂ ਹੁੰਦਾ ਵੀ ਕੋਈ ਸਾਲ ਦੀ 2 ਸਾਲਾਂ ਦੀ, ਹੁਣ ਜਦੋਂ ਇੰਨੇ ਸਾਲਾਂ ਦੇ ਵਿੱਚ ਕੰਮ ਚੱਲਦਾ ਰਹੂਗਾ, ਜਮ੍ਹਾਂਬੰਦੀਆਂ ਬਦਲ ਜਾਣੀਆਂ। ਹੁਣ ਇੱਕ ਵਾਰ ਮੰਨ ਲਓ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਜਮ੍ਹਾਂਬੰਦੀ ਵੀ ਆ ਗਈ ਆ, ਉਹ ਕਹਿੰਦੇ ਆਹ ਦੇਖੋ ਜੀ ਇਹਦਾ ਨਾਂ ਕਹਿੰਦਾ ਪਿਛਲੀ ਜਮ੍ਹਾਂ ਲੈ ਮਹਾਰਾਜ, ਉਹਦੇ 'ਚ ਵੇਖ ਲਓ, ਉਹਦੇ 'ਚ ਵੀ ਆਪਣਾ ਹੀ ਨਾਂ ਬੋਲਿਆ, ਕਮਾਲ ਕਰੀ ਜਾਂਦੇ ਤੁਸੀਂ। ਬੰਦਾ ਕਿੰਨੀ ਕੁ ਦੂਰ ਤੱਕ ਜਾ ਕੇ ਚੈੱਕ ਕਰ ਲੂਗਾ? ਇਹਦਾ ਮਤਲਬ ਇਹ ਹੋ ਗਿਆ ਵੀ ਜੇ ਦਹਾਕਿਆਂ ਬੱਧੀ ਕੋਈ ਕੰਮ ਇਸ ਤਰ੍ਹਾਂ ਗੋਲ ਹੁੰਦਾ ਰਿਹਾ ਤੇ ਅਖੀਰ ਤੇ ਫਿਰ ਮੰਨ ਨਹੀਂ ਲਿਆ ਜਾਂਦਾ ਭਈ ਰਿਕਾਰਡ ਤੇ ਇਦਾਂ ਹੀ ਕਹਿੰਦਾ ਵੀ ਇਹ ਹੁਣ ਇਦਾਂ ਹੀ ਹੋਣੀ ਹੈ ਗੱਲ। ਉਹ ਜਿਹੜਾ ਰਿਕਾਰਡ ਕਹਿੰਦੇ ਵੀ ਅਸੀਂ ਸੁਧਾਰਨਾ, ਉਹ ਵੀ ਵਧੀਆ ਗੱਲ ਹੈ ਜੀ, ਸੁਧਾਰ ਲੈਣ। ਦੂਜੀ ਚੀਜ਼ ਇਹ ਹੈ ਕਿ ਵੀ ਜਿਹੜਾ ਉਹਨਾਂ ਦਾ ਬਿਆਨ ਆਪਾਂ ਫਿਰ ਕੋਟ ਕਰ ਦਿੰਦੇ ਹਾਂ ਵੀ ਇਸ ਚੀਜ਼ ਤੋਂ ਬਚ ਕੇ ਰਹਿਣਾ ਵੀ ਬਦਲਾਖੋਰੀ ਦੀ ਭਾਵਨਾ ਨਾਲ ਜਾਂ ਸਿਆਸੀ ਰੰਜਿਸ਼ ਦੇ ਹਿਸਾਬ ਨਾਲ ਕਿਤੇ ਕੋਈ ਕਾਰਵਾਈ ਕੀਤੀ ਹੈ। ਕਿਉਂਕਿ ਜੇ ਕਿਤੇ ਨਾ ਕਿਤੇ ਮਾੜਾ ਮੋੜ ਆਖਿਆ ਨਾ ਵੀ ਇਹ ਕਿੱਦਾਂ ਜੀ, ਇਹਦਾ ਜਨਾਬ ਹੁਣ ਬੰਦਾ ਆਪਣੇ ਨਾਲ ਹੀ ਆ, ਕੀ ਕਰਦੇ ਹੋ, ਤੁਰਿਆ ਫਿਰਦਾ ਰਿਹਾ ਵੋਟਾਂ, ਫੰਡ ਬਥੇਰਾ ਦਿੱਤਾ। ਹਾਂਜੀ। ਇਹ ਕਿਤੇ ਇੱਕ ਅੱਧੀ ਉਦਾਹਰਨ ਵੀ ਇਹੋ ਜਿਹੀ ਆ ਗਈ ਤੇ ਫਿਰ ਵਿਰੋਧੀ ਵੀ ਭਾਲਦੇ ਫਿਰਦੇ ਨੇ ਇਸ ਵਕਤ, ਐਨਕਾਂ ਉਹਨਾਂ ਨੇ ਨਿਗਾਲੀਆਂ ਲਵਾ ਲਈਆਂ ਵੀ ਐ ਬਰੀਕ ਚੀਜ਼ ਵੀ ਦਿਸੇ, ਇੱਕ ਨਾ ਮੁੱਦਾ ਆ ਜੇ ਸਹੀ ਹੱਥ। ਕਿਉਂਕਿ ਇੱਕ ਐਗਜ਼ਾਮਪਲ ਵੀ ਇਹੋ ਜਿਹੀ ਲੱਭ ਗਈ, ਉਸੇ ਐਗਜ਼ਾਮਪਲ ਨੂੰ ਚੱਕ ਕੇ ਅਗਲਾ ਨੇ ਅੱਗੇ ਲੈ ਜਾਣਾ ਵੀ ਆਹ ਦੇਖੋ ਮਹਾਰਾਜ, ਆਹ ਦੇਖੋ ਇੱਥੇ ਤਾਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਆਹ ਜਾਣ ਬੁੱਝ ਕੇ ਚੁਣ ਕੇ ਸਾਡੇ ਖਿਲਾਫ ਕਾਰਵਾਈਆਂ ਹੋ ਰਹੀ। ਸੰਧਾਲੀਆ ਸਾਹਿਬ, ਜਦੋਂ ਹੁਣ ਇੱਕ ਕੇਸ ਇਹ ਹੋ ਗਿਆ ਨਾ, ਹੁਣ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਆਪ ਦੱਸਣ ਲੱਗ ਪਣਾ ਇਹਨੇ ਵੀ ਦੱਬੀ ਆ ਤੇ ਉਹਨੇ ਵੀ ਦੱਬੀ ਆ, ਜਿਹੜੀ ਅਜੇ ਰਿਪੋਰਟ ਦੇ ਵਿੱਚ ਸ਼ਾਮਿਲ ਵੀ ਨਹੀਂ ਹੋਣੀ। ਬਾਕੀ ਮੰਤਰੀ ਹੋਰਾਂ ਨੇ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਸਾਹਿਬ, ਜਸਟਿਸ ਸਾਹਿਬ ਦੀ ਜਿਹੜੀ ਰਿਪੋਰਟ ਹੈ, ਅਸੀਂ ਕਹਿੰਦੇ ਮੀਟਿੰਗ ਕਰ ਰਹੇ ਹਾਂ, ਰਿਪੋਰਟ ਪੜ੍ਹਾਂਗੇ, ਉਹਦੇ ਵਿੱਚੋਂ ਨੋਟਸ ਬਣਾਵਾਂਗੇ, ਫਿਰ ਅਗਲੇ ਪਾਸੇ ਨੂੰ ਬਾਕੀ ਵੀ ਤੁਰਾਂਗੇ। ਇਹ ਨਹੀਂ ਕਿ ਕੋਈ ਕਾਰਵਾਈ ਹੁੰਦੀ ਆ ਤਾਂ ਰੌਲਾ ਨਹੀਂ ਪੈਂਦਾ। ਹੁਣ ਅੱਜ ਇਸ ਗੱਲ ਦੀ ਚਰਚਾ ਹੈ ਤੇ ਇੱਕ ਦਿਨ ਪਹਿਲਾਂ ਇਸ ਗੱਲ ਦੀ ਚਰਚਾ ਸੀ ਕਿ ਭਾਈ ਸਰਕਾਰੀ ਫਲੈਟ ਖਾਲੀ ਕਰਾਉਣੇ ਆ, ਸਰਕਾਰੀ ਗੱਡੀਆਂ ਵਾਪਸ ਕਰਾਉਣੀਆਂ। ਸਾਬਕਾ ਉਪ ਮੁੱਖ ਮੰਤਰੀ ਮੌਜੂਦਾ MLA ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਨੋਟਿਸ ਕੱਢਿਆ ਹੀ ਕਿ ਰੰਧਾਵਾ ਸਾਹਿਬ ਤੁਹਾਡੇ ਕੋਲੇ ਇਨੋਵਾ ਗੱਡੀ ਹੈ, ਉਹ ਮੰਤਰੀਆਂ ਦੇ ਕੋਟੇ ਦੀ ਹੁੰਦੀ ਹੈ, ਹੁਣ ਤੁਸੀਂ ਮੰਤਰੀ ਨਹੀਂ, ਹੁਣ ਤੁਸੀਂ ਸਿਰਫ MLA ਹੋ, ਤੁਸੀਂ ਉਹ ਗੱਡੀ ਵਾਪਸ ਕਰੋ। ਨੋਟਿਸ ਦੀ ਚਰਚਾ ਬੜੀ ਹੋਈ ਕਿ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਨੋਟਿਸ ਗਿਆ। ਹੁਣ ਰੰਧਾਵਾ ਸਾਹਿਬ ਨੇ ਕਿਹਾ, ਉਹ ਕਹਿੰਦੇ ਜੀ ਡਰਾਈਵਰ ਨੂੰ ਨੋਟਿਸ ਕੱਢੋ, ਮੈਨੂੰ ਕਿਉਂ ਕੱਢਦੇ ਆ? ਨਾਲ ਉਹਨਾਂ ਨੇ ਵੀ ਕਹਿ ਦਿੱਤਾ, ਕਹਿੰਦੇ ਜੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਮੇਰੇ ਖਿਲਾਫ ਨੋਟਿਸ ਕੱਢਿਆ, ਜਿਨ੍ਹਾਂ ਨੇ ਉਹ ਨੋਟਿਸ ਅੱਗੇ ਵਿਖਾਇਆ, ਮੇਰੀ ਭੰਡੀ ਕੀਤੀ ਹੈ, ਮੈਂ ਹੁਣ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਹੈ ਕਿ ਭਾਈ ਤੁਸੀਂ ਇਦਾਂ ਕਿੱਦਾਂ ਕਰ ਸਕਦੇ ਹੋ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਰਾਂ ਨੇ ਪੁੱਛਿਆ, ਉਹ ਕਹਿੰਦੇ ਜੀ ਗੱਲ ਇਦਾਂ ਹੈ, 1.5 ਮਹੀਨਾ ਹੋ ਗਿਆ ਕਹਿੰਦੇ ਜੀ ਸਰਕਾਰ ਬਣੀ ਨੂੰ, ਹੁਣ ਤੱਕ ਇਹਨਾਂ ਨੂੰ ਵਾਪਸ ਕਰ ਦੇਣੀ ਚਾਹੀਦੀ ਜਿਹੜੀ ਗੱਡੀ ਵਰਤਦੇ ਰਹੇ ਆ, ਉਹ ਗੱਡੀ ਵਾਪਸ ਕੀਤੀ ਕਿਉਂ ਨਹੀਂ? ਹੁਣ ਨੋਟਿਸ ਕੱਢਿਆ ਤੇ ਗੱਡੀ ਵਾਪਸ ਕੀਤੀ ਹੈ। ਉਹ ਕਹਿੰਦੇ ਸਾਰਿਆਂ ਨੂੰ ਪਤਾ ਕਿ ਭਾਈ ਇਹ ਗੱਡੀਆਂ ਸਿਰਫ ਮੰਤਰੀਆਂ ਨੂੰ ਮਿਲਦੀਆਂ, MLA ਸਾਹਿਬ ਨੂੰ ਨਹੀਂ ਮਿਲਦੀ। ਤਾਂ ਫਿਰ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਜੇ ਹੁਣ ਗੱਡੀ ਵਾਪਸ ਨਹੀਂ ਕਰਨਗੇ ਫਿਰ ਨੋਟਿਸ ਹੀ ਕੱਢਾਂਗੇ ਭਾਈ, ਹੋਰ ਕੀ ਕਰਾਂਗੇ ਅਸੀਂ, ਹੋਰ ਕਿਸੇ ਨੂੰ ਨੋਟਿਸ ਕੱਢ ਸਕਦੇ ਸੀ। ਉਧਰ ਰੰਧਾਵਾ ਸਾਹਿਬ ਕਹਿੰਦੇ ਜੀ ਦੇਖੋ ਅਗਲੇ ਨੂੰ ਬਦਨਾਮ ਕਰਨ ਦੀ ਗੱਲ ਹੁੰਦੀ ਹੈ। ਲਾਲਜੀਤ ਸਿੰਘ ਭੁੱਲਰ ਜੀ ਮੰਤਰੀ ਬਣੇ, ਮੇਰੇ ਕੋਲ ਆਏ ਸੀ, ਮੈਂ ਸੇਵਾ ਕੀਤੀ, ਟਹਿਲ ਸੇਵਾ ਕੀਤੀ, ਇਹਨਾਂ ਦਾ ਮਾਣ ਸਤਿਕਾਰ ਕੀਤਾ, ਆਦਰ ਭਾਅ ਜਿੰਨਾ ਕੁ ਕਰਨਾ ਹੁੰਦਾ, ਪਰ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਹੋਸ਼ ਹੈ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਗੱਲ ਕਿੱਧਰ ਨੂੰ ਜਾਂਦੀ ਹੈ। ਨਹੀਂ ਦੇਖੋ ਗੱਲਾਂ ਤੇ ਇਹ ਆ ਨਾ, ਇਹ ਉੱਥੇ ਜਾ ਕੇ ਜਿੱਥੇ ਪੇਜ ਫਸ ਜਾਂਦਾ ਵੀ ਇਹ ਬਦਲਾਖੋਰੀ ਦੀ ਭਾਵਨਾ ਹੈ ਜਾਂ ਫਿਰ ਬਦਲਾਅ ਹੈ ਜੀ। ਆਪਾਂ ਉਦੋਂ ਦਾ ਇਹੀ ਜ਼ਿਕਰ ਕਰੀ ਜਾਂਦੇ ਵੀ ਆਮ ਆਦਮੀ ਪਾਰਟੀ ਕਹਿੰਦੇ ਵੀ ਸਾਡਾ ਜਿਹੜਾ ਆਮ ਆਦਮੀ ਪਾਰਟੀ ਵਾਲਾ ਐੜਾ ਉਹ ਬਦਲਾਅ ਦੇ ਪਿੱਛੇ ਲੱਗਦਾ, ਬਦਲਾਅ ਆ ਰਿਹਾ। ਉਹ ਕਹਿੰਦੇ ਵੀ ਐੜਾ ਕਿਤੇ ਹੈ ਨਹੀਂ, ਇਹ ਬਦਲਾ। ਹੁਣ ਇਹੀ ਇੱਕ ਫਰਕ ਹੈ, ਜੇ ਆਮ ਲੋਕਾਂ ਦੇ ਵਿੱਚ ਇਹ ਪ੍ਰਭਾਵ ਚਲੇ ਗਿਆ ਵੀ ਉਹ ਇਹ ਬਦਲਾ, ਫਿਰ ਆਮ ਆਦਮੀ ਪਾਰਟੀ ਲਈ ਮਾੜਾ। ਜੇ ਆਮ ਲੋਕਾਂ 'ਚ ਇਹ ਪ੍ਰਭਾਵ ਚਲਾ ਗਿਆ ਵੀ ਯਾਰ ਇਹ ਵਾਕਈ ਬਦਲਾਅ ਆ
ਤੇ ਫਿਰ ਵਿਰੋਧੀਆਂ ਨੂੰ ਸੋਚਣਾ ਪਊ ਵੀ ਯਾਰ ਕਿਤੇ ਨਾ ਕਿਤੇ ਆਪਾਂ ਉਹ ਕੰਮ ਕਰਦੇ ਰਹੇ ਜਿਹੜਾ ਇੱਥੇ ਨਾ ਭੁੱਲਰ ਹੋਰਾਂ ਨੇ ਇੱਕ ਗੱਲ ਹੋਰ ਵੀ ਕਹੀ। ਉਹ ਕਹਿੰਦੇ ਜੀ ਦੇਖੋ, ਲਾਲਜੀਤ ਸਿੰਘ ਭੁੱਲਰ ਮੰਤਰੀ ਸਾਹਿਬ ਦੀ ਗੱਲ ਕਰਦਾ, ਉਹ ਕਹਿੰਦੇ ਜੀ ਪਹਿਲਾਂ ਹੋਊਗੀ ਰਵਾਇਤ ਕਿ ਬੰਦਾ ਮੰਤਰੀ ਨਹੀਂ ਵੀ ਰਿਹਾ, ਐਮਐਲਏ ਰਹਿ ਗਿਆ, ਜਾਂ ਐਮਐਲਏ ਵੀ ਨਹੀਂ ਰਿਹਾ ਤਾਂ ਕੋਈ ਗੱਲ ਗੱਡੀ ਵਰਤੀ ਜਾਓ, ਕਿਹੜਾ ਅਗਲੇ ਨੇ ਮੰਗਣੀ ਹੈ, ਕਿਉਂਕਿ ਉਹਨਾਂ ਦਾ ਵੀ ਇਹ ਕੁਛ ਹੋਣਾ। ਕਹਿੰਦੇ ਹੁਣ ਨਹੀਂ, ਹੁਣ ਤਾਂ ਜਿਹਨੂੰ ਕਾਨੂੰਨ ਦੇ ਮੁਤਾਬਕ ਜਿਹੜੀ ਚੀਜ਼ ਅਲਾਓ ਕੀਤੀ ਜਾਊਗੀ, ਉਹਨੂੰ ਆਗਿਆ ਦਿੱਤੀ ਜਾਊਗੀ, ਉਹੀ ਵਰਤੂਗਾ, ਦੂਜਾ ਬੰਦਾ ਨਹੀਂ ਵਰਤ ਸਕਦਾ। ਕਹਿੰਦੇ ਰਵਾਇਤਾਂ ਰਵੂਤਾਂ ਗਈਆਂ, ਹੁਣ ਤਾਂ ਕੰਮ ਨਿਯਮ ਦੇ ਮੁਤਾਬਕ ਹੋਣਾ, ਜੋ ਮਰਜ਼ੀ ਕੋਈ ਕਹਿੰਦਾ ਤੇ ਉਹ ਕਹੀ ਜਾਵੇ। ਹੁਣ ਭਾਈ ਅਸੀਂ ਤੇ ਇਹ ਵੀ ਬੇਨਤੀ ਕਰਦੇ ਹਾਂ ਕਿ ਜੇ ਕਿਸੇ ਦੇ ਕੋਲ ਅਜੇ ਵੀ ਕੋਈ ਇਦਾਂ ਦਾ ਕੋਈ ਸਮਾਨ, ਕੋਈ ਗੱਡੀ, ਕੋਈ ਘਰ ਹੈਗਾ, ਆਪੇ ਵਾਪਸ ਕਰ ਦਿਓ। ਸਾਨੂੰ ਉਦਾਂ ਦੀਆਂ ਗੱਲਾਂ ਹੀ ਨਾ ਕਰਨੀਆਂ ਪੈਣ ਤੇ ਨਾ ਫਿਰ ਮੁੜ ਕੇ ਵੀ ਕਿ ਭਾਈ ਕਾਰਵਾਈ ਕਰਨੀ ਹੈ। ਨਹੀਂ, ਗੱਲ ਤੇ ਹੈ ਨਾ, ਇਹ ਮੈਂ ਵੀ ਤੇ ਇਹ ਸੋਚਾਂ ਵੀ ਬੜੀ ਦੇਰ ਬਾਅਦ ਇਹ ਗੱਲ ਸਾਹਮਣੇ ਹੀ ਆਉਣੀ ਨਹੀਂ ਚਾਹੀਦੀ, ਕਿਉਂਕਿ ਪਿਛਲੇ ਨੋਟਿਸਾਂ ਤੋਂ ਹੀ ਦੇਖ ਲੈਣਾ ਚਾਹੀਦਾ ਹੈ ਵੀ ਅਗਲਿਆਂ ਦੇ ਕੁਰਸੀ ਮੇਜ਼ ਤੇ ਟੈਲੀਵਿਜ਼ਨ ਦੇ ਨੋਟਿਸ ਵੀ ਕੱਢੇ ਸੀਗੇ ਵੀ ਵੀਰ ਮੇਰੇ ਉਹ ਘੱਟ ਹੈ ਜੀ ਇੱਥੇ, ਤੇ ਫਿਰ ਬੰਦਾ ਆਪ ਸੋਚ ਲੇ ਵੀ ਜਿਹੜਾ ਮੇਜ਼ 10-15 ਹਜ਼ਾਰ ਦਾ ਅਗਲੇ ਉਹਦਾ ਨੋਟਿਸ ਕੱਢੀ ਜਾਂਦੇ ਨੇ, ਤੇ ਹੁਣ ਜੇ 20-25 ਲੱਖ ਦੀ ਗੱਡੀ ਉਹਦਾ ਤੇ ਆਊਗਾ ਹੀ ਆਊਗਾ। ਸਰਦਾਰ ਸਾਹਿਬ ਮੈਨੂੰ ਇੱਕ ਗੱਲ ਸਮਝਾਇਓ, ਇਹ 10-15 ਹਜ਼ਾਰ ਦਾ ਮੇਜ਼ ਕਿਹੜਾ ਹੁੰਦਾ? ਆਪਣੀ ਮੇਰੀ ਬੇਨਤੀ ਸੁਣ ਲਿਓ, ਆਮ ਬੰਦਾ ਤਾਂ ਲੱਕੜ ਦਾ ਕੋਈ ਘਰ 'ਚ ਕੰਮ ਕਰਾਵੇ, 2 ਕੋਨੇ ਮੰਨ ਲਓ ਚਗਾਠਾਂ ਬਣਾਈਆਂ, ਤੇ ਉੱਥੇ ਸਾਰੀ ਨਿਗਾਹ ਘਰਦਿਆਂ ਦੀ ਇਹ ਲੱਗੀ ਹੁੰਦੀ ਥੋੜ੍ਹੀ ਜਿਹੀ ਲੱਕੜਾਂ ਬਣ, ਇੱਕ ਦਾ ਮੇਜ਼ ਬਣਾ ਲਵਾਂਗੇ, ਸਟੂਲੀ ਬਣਾ ਲਵਾਂਗੇ। ਇਹ 10-15 ਹਜ਼ਾਰ ਰੁਪਏ ਦਾ ਮੇਜ਼ ਕਿਹੜਾ ਹੁੰਦਾ ਜੀ? ਅਜੇ ਤਾਂ ਮੈਂ 10-15 ਹਜ਼ਾਰ ਕਿਹਾ, ਹੋ ਸਕਦਾ ਇੱਥੇ ਵੀ ਉਹਨਾਂ ਨੂੰ ਗੁੱਸਾ ਆਇਆ ਹੋਵੇ ਵੀ ਅਸੀਂ 5 ਲੱਖ ਦਾ ਚੈੱਕ ਦਿੱਤਾ, ਤੂੰ 10-15 ਹਜ਼ਾਰ ਦਾ ਕਿਹਾ। ਲੱਦਾ ਸਾਹਿਬ ਮੈਂ ਤਾਂ ਜੇ ਬਹੁਤ ਘਟਾ ਕੇ ਕਿਹਾ, ਤੁਹਾਡੀ ਇੱਥੇ ਜਾਨ ਨਿਕਲਦੀ ਆਂਦੀ। ਜੇ ਮੰਨ ਲਓ ਮੇਜ਼ ਚੱਲ ਕੇ ਆਉਂਦਾ ਹੀ ਤੇ ਮੇਜ਼ ਦੇ ਕੋਲ ਜਾਣਾ ਪੈਂਦਾ ਇੰਨੇ ਮਹਿੰਗੇ, ਇਹ ਨਹੀਂ ਪਤਾ, ਪਰ ਅਗਲਿਆਂ ਨੇ ਆਪਣੇ ਹਿਸਾਬ ਨਾਲ ਰੇਟ ਰੱਖਿਆ ਵੀ ਭਾਈ ਸਾਡਾ ਆ। ਅੱਛਾ, ਕਾਰਵਾਈ ਦੀ ਗੱਲ ਇਹ ਆ, ਤੇ ਹੁਣ ਕਾਰਵਾਈ ਕਹਿੰਦੇ ਕਿਸ਼ਨ ਕੁਮਾਰ ਹੋਰਾਂ ਨੂੰ ਜਦੋਂ ਦਾ ਸਹੁੰ ਦਿੱਤਾ ਆ ਮਾਈਨਿੰਗ ਵਾਲਾ ਮਹਿਕਮਾ, ਉਦਣ ਦੇ ਉਹ ਵੀ ਕਹਿੰਦੇ ਵੀ ਵਾਹ ਤੱਤੇ ਹੋਏ ਫਿਰਦੇ ਆ, ਕਿਉਂਕਿ ਪਿਛਲੇ ਦਿਨ ਹੀ ਬੜਾ ਰੌਲਾ ਪਿਆ ਜੀ, ਉਹ ਰੇਤ ਨੂੰ ਤੇ ਹੱਥ ਨਹੀਂ ਲੱਗਦਾ ਮਹਾਰਾਜ, ਇੰਨੀ ਤੱਤੀ ਰੇਤ। ਤੇ ਦੂਜੇ ਪਾਸੇ ਸਰਕਾਰ ਵਾਲੇ ਪਾਸਿਓਂ ਬਿਆਨ ਇਹ ਆਇਆ, ਉਹ ਕਹਿੰਦੇ ਵੀ ਰੇਤ ਤੇ ਆਪੇ ਮਹਿੰਗੀ ਹੋਣੀ ਮਾਲਕੋ, ਜਦੋਂ ਪਹਿਲੋਂ ਇਹ ਸੀ ਵੀ ਜਿਹੜੀ ਖੱਡ ਜਿਹਨੂੰ ਦਿੱਤੀ ਉੱਤੇ ਤੇ ਪਤਾ ਨਹੀਂ ਹੈਗਾ ਕੁਛ ਕਿ ਨਹੀਂ ਹੈਗਾ, ਆਸਿਓਂ ਪਾਸਿਓਂ ਪੁੱਟ ਕੇ ਜਿਹੜਾ ਮਰਜ਼ੀ ਵੇਚੀ ਜਾਂਦੇ ਸੀ, ਰੇਟ ਦਾ ਰੇਟ ਤੇ ਆਪੇ ਸੈੱਟ ਹੋ ਜਾਣਾ। ਪਰ ਹੁਣ ਜਦੋਂ ਅਸੀਂ ਨਜਾਇਜ਼ ਮਾਈਨਿੰਗ ਬੰਦ ਕਰਤੀ ਹੈ, ਜਾਇਜ਼ ਉਹਨਾਂ ਕੁ ਕੰਮ ਚੱਲਦਾ, ਉਹਦੇ ਵਿੱਚ ਵੀ ਕਈਆਂ ਦਾ ਪਿਛਲੇ ਦਿਨ ਹੀ ਦੇਖਿਆ ਸੀ ਵੀ ਜੇ ਭਾਈ ਜੇ ਕੋਈ ਨਹੀਂ ਸਿੱਧਾ ਤੇ ਫਿਰ ਸਿੱਧਾ ਕਰ ਦਿਆਂਗੇ, ਤਾਂ ਕਰਕੇ ਰੇਤ ਮਹਿੰਗੀ ਆ, ਕੋਈ ਗੱਲ ਨਹੀਂ ਸਾਨੂੰ ਥੋੜ੍ਹਾ ਜਿਹਾ ਚਿਰ ਦਿਓ, ਇਹ ਸਾਰਾ ਕੁਝ ਸੈੱਟ ਕਰ ਦੇਣਾ। ਪਰ ਜੋ ਪਿਛਲੇ ਸਮੇਂ 'ਚ ਇਹ ਸਾਰਾ ਕੁਝ ਹੋ ਰਿਹਾ ਸੀ, ਉਹਦੇ ਬਾਵਜੂਦ ਵੀ ਜੇ ਅਜੇ ਅਫਸਰ ਮੁਅੱਤਲ ਕਰਨੇ ਪੈ ਰਹੇ ਆ, ਮੰਨ ਲਓ ਉੱਪਰੋਂ ਕਾਰਵਾਈਆਂ ਹੋ ਰਹੀਆਂ, ਸਖਤੀਆਂ ਕਰਨੀਆਂ ਪੈ ਰਹੀਆਂ, ਇਹਦਾ ਮਤਲਬ ਇਹ ਹੋ ਗਿਆ ਵੀ ਉੱਪਰੋਂ ਜਿਹੜੀ ਚੀਜ਼ ਅਜੇ ਕਹੀ ਜਾ ਰਹੀ ਸੀ ਉਹਦੇ ਹਿਸਾਬ ਨਾਲ ਸਾਰੇ ਅਜੇ ਲਾਈਨ 'ਚ ਨਹੀਂ ਹੋਏ। ਕਿਸੇ ਵੇਲੇ ਹੁੰਦਾ ਨਾ ਵੀ ਜਵਾਕ ਵੀ ਲਾਈਨ 'ਚ ਹੋ, ਫਿਰ 2-3 ਵਾਰ ਮਾਸਟਰ ਜੀ ਕਹਿੰਦੇ ਵੀ ਲਾਈਨ 'ਚ ਹੋ ਜਾ, ਮੈਂ ਤੈਨੂੰ ਕਹੀ ਜਾਂਦਾ ਨਹੀਂ, ਕੋਈ ਇੱਕ ਅੱਧਾ ਮਿਰਗਾ ਮਤਲਬ ਤੂੰ ਵੀ ਅੱਗੇ ਆ ਜਾ, ਇੱਥੇ ਆ ਮੁਰਗਾ ਬਣ ਦੇਖ ਰਿਹਾ ਨਾ, ਇਹ ਕਿਉਂ ਆਤਾ ਮੈਨੂੰ ਸਮਝ ਨਹੀਂ ਆਈ ਗੱਲ। ਸੰਧਾਲੀਆ ਸਾਹਿਬ ਦੇਖੋ, ਬਹੁਤ ਸਾਰੀਆਂ ਸ਼ਿਕਾਇਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਹੋਈਆਂ ਕਿ 2 ਨੰਬਰ 'ਚ ਕੰਮ ਚੱਲਦਾ। ਕਈ ਪਿੰਡਾਂ ਵਾਲਿਆਂ ਨੇ ਇਕੱਠੇ ਹੋਏ, ਕਹਿੰਦੇ ਜੀ ਅਜੇ ਵੀ ਟਰਾਲੀਆਂ ਜਾਂਦੀਆਂ। ਆਮ ਆਦਮੀ ਪਾਰਟੀ ਦੇ 2-3 ਵਿਧਾਇਕ ਇਕੱਠੇ ਹੋ ਕੇ ਹਰਜੋਤ ਸਿੰਘ ਬੈਂਸ ਜਿਹੜੇ ਕਿ ਮਿਨਿਸਟਰ ਨੇ ਸੰਬੰਧਿਤ ਵਿਭਾਗ ਦੇ, ਉਹਨਾਂ ਦੇ ਕੋਲੇ ਗਏ ਸੀ ਕਿ ਭਾਈ ਮਾਈਨਿੰਗ ਦਾ ਕੰਮ ਚੱਲੀ ਜਾਂਦਾ, ਕੁਝ ਕਰਨਾ ਪਊਗਾ। ਸਭ ਤੋਂ ਪਹਿਲਾਂ ਕ੍ਰੈਸ਼ਰ ਬੰਦ ਕੀਤੇ ਸੀ ਕੁਛ ਰੋਪੜ ਜ਼ਿਲ੍ਹੇ 'ਚ, ਫਿਰ ਰੋਪੜ ਤੇ ਮੁਹਾਲੀ 2 ਜ਼ਿਲ੍ਹਿਆਂ ਦੇ ਮਾਈਨਿੰਗ ਆਫੀਸਰ ਸਸਪੈਂਡ ਕੀਤੇ। ਉਹਦੇ ਤੋਂ ਬਾਅਦ ਤੁਹਾਨੂੰ ਯਾਦ ਹੋਣਾ, ਪਹਿਲਾਂ ਡਰੋਨ ਦੇ ਨਾਲ ਮੈਜ਼ਰਮੈਂਟ ਦੀ ਗੱਲ, ਡਰੋਨ ਦੇ ਨਾਲ ਨਜ਼ਰ ਰੱਖਣ ਦੀ ਗੱਲ ਕਿ ਖੱਡ ਕਿੱਥੋਂ ਕਿੱਥੇ ਤੱਕ ਹੈ, ਉੱਥੇ ਬੋਰਡ ਲਾਉਣ ਦੀ ਗੱਲ ਕਿ ਉਹ ਸਾਰਾ ਕੁਝ ਕੀਤਾ ਜਾਊਗਾ। ਹੁਣ ਜਦੋਂ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਵੀ ਵਿਭਾਗ ਦੇ ਵਿੱਚ ਲੈ ਜਾਂਦਾ, ਕਿਉਂਕਿ ਕਹਿੰਦੇ ਆ ਕਿ ਲਗਾਤਾਰ ਸ਼ਿਕਾਇਤਾਂ ਆਉਂਦੀਆਂ ਸੀ, ਅਜੇ ਗੱਲ ਸਾਬਿਤ ਹੋਣੀ ਹੈ ਕਿ ਜਿਹੜੇ ਪਠਾਨਕੋਟ ਦੇ ਨੇੜੇ ਜਾਂ ਕਈ ਹੋਰ ਆਫੀਸਰ ਨੇ, ਅਜੇ ਵੀ ਉਹਨਾਂ ਦੀ ਅੰਦਰੂਨੀ ਤਾਣੇ ਬਾਣੇ ਦੇ ਉੱਤੇ ਪੂਰੀ ਪਕੜ ਹੈ ਅਜੇ ਵੀ, ਕਿਉਂਕਿ ਮੰਤਰੀ ਨੇ ਸਾਰੇ ਕੰਮ ਤਾਂ ਆਪ ਕਰਨੇ ਨਹੀਂ ਨਾ, ਮੁੱਖ ਮੰਤਰੀ ਨੇ। ਆਖਰਕਾਰ ਤਾਂ ਉੱਪਰ ਤੋਂ ਪ੍ਰਕਿਰਿਆ ਹੁੰਦੀ ਨਾ ਕਿ ਆ ਅਫਸਰ, ਉਹ ਕਹਿੰਦੇ ਜੇ ਚਮਦੀਆਂ ਚਲਾਈ ਜਾਂਦੇ ਆ। ਅਗਲਿਆਂ ਨੇ ਚੱਕ ਕੇ ਸਸਪੈਂਡ ਕਰ ਦਿੱਤਾ ਤੇ ਨਾਲ ਇੱਕ ਹੁਕਮ ਦਿੱਤਾ। ਹੁਕਮ ਕੀ ਦਿੱਤਾ? ਉਹ ਕਹਿੰਦੇ ਜੀ ਰੋਪੜ, ਮੁਹਾਲੀ ਤੇ ਪਠਾਨਕੋਟ, ਇਹਨਾਂ 3 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਰੇਤ ਦੀਆਂ ਖੱਡਾਂ ਨੇ ਲੀਗਲ, ਉਹਨਾਂ ਦੀ ਨਿਸ਼ਾਨਦੇਹੀ ਕਰੋ, ਤੇ ਨਾਲ ਦੀ ਨਾਲ ਇਸ ਗੱਲ ਦੀ ਵੀ ਨਿਸ਼ਾਨਦੇਹੀ ਕਰੋ ਕਿ ਪਿਛਲੇ ਸਮੇਂ ਦੇ ਵਿੱਚ ਹੋਰ ਕਿੱਥੋਂ ਰੇਤਾ ਕੱਢੀ ਗਈ ਹੈ। ਜਾਣੀ ਹੁਣ 2 ਤਰ੍ਹਾਂ ਦੇ ਬੋਰਡ ਉੱਥੇ ਲੱਗਣਗੇ ਕਿ ਆਹ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਖੱਡ, ਤੇ ਇੱਥੋਂ ਕਿੰਨੀ ਰੇਤ ਕੱਢੀ ਜਾ ਸਕਦੀ ਹੈ, ਵੱਧ ਕੱਢੀ ਗਈ ਹੈ ਕਿ ਘੱਟ ਕੱਢੀ ਗਈ ਹੈ। ਦੂਸਰਾ, ਕਿ ਆ ਇਹਦੇ ਨੇੜੇ ਹੀ ਗੈਰ ਮਾਨਤਾ ਪ੍ਰਾਪਤ ਖੱਡ, ਜਿੱਥੋਂ 2 ਨੰਬਰ ਦੇ ਵਿੱਚ ਰੇਤਾ ਕੱਢੀ ਜਾਂਦੀ ਸੀ, ਜਿਹਦੇ ਪੈਸੇ ਕਿਸੇ ਵਿਅਕਤੀ ਵਿਸ਼ੇਸ਼ ਦੀ ਜੇਬ ਦੇ ਵਿੱਚ ਤਾਂ ਗਏ ਆ, ਪਰ ਸਰਕਾਰ ਦੀ ਜੇਬ 'ਚ ਆਏ ਨਹੀਂ। ਲੋਕਾਂ ਨੇ ਵੀਡੀਓ ਵੀ ਬਣਾਈਆਂ ਹੁੰਦੀਆਂ, ਲੋਕਾਂ ਨੇ ਆਪੇ ਹੀ ਦੱਸ ਦੇਣਾ ਕਿ ਭਾਈ ਇੱਥੋਂ ਆਹ ਟਰੈਕਟਰ ਵਾਲਾ ਜਾਂ ਆਹ ਟਰੱਕ ਵਾਲਾ ਜਾਂ ਆਹ ਟਿੱਪਰ ਵਾਲਾ ਜਾਂ ਆਹ ਪੋਕਲੇਨ ਮਸ਼ੀਨ ਵਾਲਾ ਬੰਦਾ ਇਹ ਰੇਤਾ ਕੱਢਦਾ ਸੀ, ਆਹ ਨੰਬਰ ਟਰੱਕ ਜਾਂ ਟਿੱਪਰ ਦੇ ਵਿੱਚੋਂ ਰੇਤਾ ਜਾਂਦੀ ਸੀ, ਇੱਥੇ ਫਲਾਨੀ ਕਾਰ ਜਾਂ ਫਲਾਨੀ ਜੀਪ ਤੇ ਇਸ ਨੰਬਰ ਦੇ ਉੱਤੇ ਲੋਕ ਆਉਂਦੇ ਹੁੰਦੇ ਸੀ, ਰੁਪਈਏ ਇਕੱਠੇ ਕਰਕੇ ਲੈ ਜਾਂਦੇ ਸੀ, ਸਰਕਾਰ ਨੂੰ ਵੀ ਚੂਨਾ, ਲੋਕਾਂ ਦੀਆਂ ਸੜਕਾਂ ਭੰਨ ਦਿੰਦੇ ਸੀ। ਫਿਰ ਜੇ ਕਿਤੇ ਸਰਕਾਰ ਕੰਮ ਕਰਨ ਦੇ ਉੱਤੇ ਆ ਗਈ ਤਾਂ ਪੈਸੇ ਉਧਰਲੇ ਪਾਸਿਓਂ ਵੀ ਵਸੂਲੇ ਜਾ ਸਕਦੇ ਆ। ਹਾਂ, ਰੇਤਾ ਮਹਿੰਗੀ ਹੈ, ਉਹਦੇ ਜੇ ਸਸਤੀ ਹੋਣ ਦੇ ਆਸਾਰ ਘੱਟ ਨੇ, ਕਿਉਂਕਿ ਉਹ ਸਪਲਾਈ ਦੇ ਉੱਤੇ ਨਿਰਭਰ ਕਰਨਾ।
ਨਹੀਂ, ਨਾਲੇ ਇੱਕ ਗੱਲ ਹੋਰ ਵੀ ਆ, ਮੇਰਾ ਖਿਆਲ ਪਿਛਲੇ ਸਮੇਂ 'ਚ ਵੀ ਚਰਚਾ ਦਾ ਵਿਸ਼ਾ ਬਣੀ ਸੀ ਵੀ ਯਾਰ ਰੇਤ ਜਿਹੜੀ ਪੰਜਾਬ 'ਚ ਪਤਾ ਨਹੀਂ ਕਦੋਂ ਤੋਂ ਨਿਕਲ ਹੀ ਆਉਂਦੀ ਹੈ। ਪੰਜਾਬੀ ਇੰਨੇ ਅਮੀਰ ਹੋ ਗਏ ਆ ਵੀ ਅਗਲਾ ਕਹਿੰਦਾ ਯਾਰ ਕੋਠੀ ਪਾਈ ਸੀ 2 ਸਾਲ ਪਹਿਲਾਂ ਢਾਹ ਕੇ ਫਿਰ ਬਣਾ ਦਿਓ, ਕੋਈ ਰੇਤ ਦੀ ਕਿਹੜੀ ਗੱਲ ਆ, ਭਾਵੇਂ ਜਿੰਨੀ ਮਰਜ਼ੀ ਮਹਿੰਗੀ ਹੋਵੇ ਆਪਾਂ ਪਾ ਲੈਂਦੇ ਵੀ ਕੀ ਇਹ ਸਾਰੀ ਦੀ ਸਾਰੀ ਖਪਤ ਜਿਹੜੀ ਹੈ ਇਹ ਪੰਜਾਬ 'ਚ ਹੋਈ ਜਾਂਦੀ ਹੈ। ਕਿਉਂਕਿ ਇਹ ਵੀ ਇੱਕ ਵਿਸ਼ਾ ਹੋ ਸਕਦਾ ਵਿਚਾਰਨ ਦਾ ਵੀ ਕਿਤੇ ਇੱਦਾਂ ਦੀ ਨਹੀਂ ਅਗਲਾ ਕਹਿੰਦਾ ਵੀ ਯਾਰ ਸਾਡੇ ਵਾਲੇ ਸਟੇਟ 'ਚ ਤੇ ਯਾਰ ਫੜੋ ਫੜੀ ਬੜੀ ਆ, ਕਹਿੰਦਾ ਫਿਰ ਤੁਸੀਂ ਕੋਈ ਗੱਲ ਨਹੀਂ ਮਾਰਾ ਪੰਜਾਬ ਤੋਂ ਲੈਵਾਂਗੇ, ਤੁਸੀਂ ਗੱਲ ਕਰੋ ਕੀ ਕਿੰਨੀ ਚਾਹੀਦੀ। ਉਹ ਵੀ ਕਿਤੇ ਨਾ ਕਿਤੇ ਮੇਰੇ ਖਿਆਲ ਨਾਲ ਚੈੱਕ ਕਰ ਲੈਣਾ ਚਾਹੀਦਾ ਵੀ ਮਹਾਰਾਜ ਕਿਤੇ ਇੱਦਾਂ ਦੇ ਨੇ ਵੀ ਮਤਲਬ ਖਾਡਾਂ ਤੇ ਜਿਹੜੀਆਂ ਚੀਜ਼ਾਂ ਨੂੰ ਆਪਾਂ ਰੋਂਦੇ ਫਿਰਦੇ ਆ ਵੀ ਇੱਥੋਂ ਪਤਾ ਨਹੀਂ ਕਿਹੜਾ ਪੁੱਟ ਕੇ ਲੈ ਗਿਆ, ਉਹ ਪੰਜਾਬ ਵਾਲਾ ਵੀ ਰੋਈ ਜਾਂਦਾ ਵੀ ਸਾਨੂੰ ਮਿਲਦੀ ਨਹੀਂ, ਤੇ ਜਿੱਥੇ ਅਗਲੇ ਨੇ ਪਹੁੰਚਦੀ ਕਰਨੀ ਉੱਥੇ ਵੀ ਪਹੁੰਚਦੀ ਕਰੀ ਜਾਂਦੇ, ਉਹਨਾਂ ਦੇ ਹਿਸਾਬ ਨਾਲ ਕਾਨੂੰਨ ਫਿੱਟਿਆ, ਉੱਥੇ ਰੌਲਾ ਕੋਈ ਨਹੀਂ, ਤੇ ਪੰਜਾਬ ਜਿਹੜਾ ਉਹ ਵਿਚਾਰਾ ਰੋਂਦਾ ਫਿਰਦਾ ਵੀ ਮਹਾਰਾਜ। ਕਿਉਂਕਿ ਜਿੱਦਾਂ ਫਿਰ ਆਪਾਂ ਸਿੱਧੂ ਸਾਹਿਬ ਦੀ ਗੱਲ ਕੋਟ ਕਰਦੇ ਨੇ, ਉਹਨਾਂ ਨੇ ਉਦੋਂ ਜਦੋਂ ਜ਼ਿਕਰ ਕੀਤਾ ਉਹ ਕਹਿੰਦੇ ਵੀ 200 ਸਾਲ ਭਾਵੇਂ ਤੁਸੀਂ ਰੇਤ ਬੱਜਰੀ ਵਰਤੀ ਆ ਉਹ ਨਹੀਂ ਮੁੱਕਦੀ। ਹੁਣ ਜਿਹੜੀ ਚੀਜ਼ ਦੀ ਸਪਲਾਈ 200 ਸਾਲ ਦੀ ਹੈ ਜੀ, ਉਹ ਇੰਨੀ ਹੁਣ ਤੋਂ ਹੀ ਮਹਿੰਗੀ ਸੋਨੇ ਦੇ ਭਾਅ ਵੀ ਕੀ ਜਾਵੇ, ਕਿਤੇ ਨਾ ਕਿਤੇ ਕੁੰਡੀ ਤੇ ਹੋਊਗੀ ਕੋਈ ਕਿ ਨਹੀਂ। ਨਹੀਂ, ਇੱਥੇ ਧਿਆਨ ਤਾਂ ਰੱਖਣਾ ਪਊਗਾ ਕਿਉਂਕਿ ਇਹਨਾਂ ਨੇ 6 ਮਹੀਨੇ ਮੰਗੇ ਸੀ, ਡੂਢ ਹੋ ਗਿਆ, 4.5 ਮਹੀਨੇ ਰਹਿ ਗਏ ਮਾਈਨਿੰਗ ਪਾਲਿਸੀ ਬਣਾਉਣ 'ਚ। ਨਵਜੋਤ ਸਿੰਘ ਸਿੱਧੂ ਹੋਰੀ ਬਾਰ-ਬਾਰ ਕਹਿੰਦੇ ਹੁੰਦੇ ਕਿ ਨੀਤੀ ਬਣਾਉਣੀ ਪਊਗੀ, ਸਰਕਾਰ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੱਭੇ, ਤੇਲੰਗਾਨਾ ਵਾਲਿਆਂ ਨੇ ਲਈ ਹੈ, ਪੈਸੇ ਉਹਨਾਂ ਦੇ ਕੋਲੇ ਵਾਹਵਾ ਨਹੀਂ ਤੇ ਤੁਸੀਂ ਖੱਟ ਸਕਦੇ ਹੋ। ਹੁਣ ਜੇ ਤਾਂ ਵੱਖਰੇ ਤਰੀਕੇ ਨਾਲ ਚੱਲ ਪਏ ਠੀਕ ਹੈ। ਬਾਕੀ ਸੰਧਾਲੀਆ ਸਾਹਿਬ ਇੰਨੀ ਗੱਲ ਜ਼ਰੂਰ ਹੈ ਕਿ ਹਰਜੋਤ ਸਿੰਘ ਬੈਂਸ ਹੋਰੀ ਉਹਨਾਂ ਦੀ ਇੱਕ 2 ਸਫ਼ਿਆਂ ਦੀ ਚਿੱਠੀ ਚਰਚਾ ਦੇ ਵਿੱਚ ਹੈ, 2 ਸਫ਼ਿਆਂ ਦੀ। ਉਹਨਾਂ ਨੇ ਚਿੱਠੀ ਲਿਖੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਾਹਿਬ ਨੂੰ, ਤੇ ਥੱਲੇ ਲਿਖਿਆ ਹਰਜੋਤ ਸਿੰਘ ਬੈਂਸ, ਉੱਪਰਲੇ ਪਾਸੇ ਲਿਖਿਆ ਕਿ ਉਹਨਾਂ ਦੇ ਕੋਲੇ ਕਿਹੜਾ ਡਿਪਾਰਟਮੈਂਟ ਹੈ। ਉਹ ਪੌਣੇ 2 ਸਫ਼ਿਆਂ ਦੀ ਹੈ, ਸਫ਼ੇ 2 ਹੀ ਨੇ, ਛਪੇ ਵਿੱਚ ਪੌਣੇ 2 ਸਫ਼ੇ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਤੁਸੀਂ ਬੜੇ ਇਮਾਨਦਾਰ ਹੋ ਸਪੀਕਰ ਸਾਹਿਬ, ਤੁਹਾਡੇ ਤੇ ਆਸਾਂ ਬਹੁਤ ਹੈ, ਇਸ ਮਸਲੇ ਨੂੰ ਕਿਤੇ ਉਭਾਰੋ। ਇਹ ਮਸਲਾ ਹਰਜੋਤ ਸਿੰਘ ਬੈਂਸ ਹੋਰੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਉਭਾਰ ਚੁੱਕੇ ਆ। ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਦਾਅਵਾ ਕੀਤਾ ਸੀ ਕਿ ਦਰਜਨਾਂ ਕਰਮਚਾਰੀ ਗਲਤ ਤਰੀਕੇ ਦੇ ਨਾਲ ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬ ਦੀ ਵਿਧਾਨ ਸਭਾ ਦੇ ਲਈ ਭਰਤੀ ਕੀਤੇ ਗਏ ਆ ਪਿਛਲੇ 5 ਸਾਲਾਂ 'ਚ। ਉਹਨਾਂ ਨੇ ਕਿਹਾ ਇਹ ਚਿੱਠੀ ਦੇ ਵਿੱਚ, ਦੇਖੋ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ, ਪਰ ਕਿਉਂਕਿ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਨੇ ਚਿੱਠੀ ਲਿਖੀ ਹੈ ਤੇ ਚਿੱਠੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲਿਖੀ ਹੈ ਤੇ ਸੰਧਵਾਂ ਸਾਹਿਬ ਨੇ ਨਾਲ ਲੱਗਦੀ ਕਹਿਤਾ ਜਾਂਚ ਕਰਾਵਾਂਗੇ। ਚਿੱਠੀ ਦੇ ਵਿੱਚ ਲਿਖਿਆ ਕੀ ਗਿਆ, ਉਹਦੇ ਵਿੱਚ ਤਾਂ ਰਾਣਾ KP ਹੋਰੀ ਜਿਹੜੇ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ, ਜਿਹੜੇ ਸਾਬਕਾ ਸਪੀਕਰ ਨੇ ਕਿ ਭਾਈ ਉਹਨਾਂ ਨੇ ਆਪਣੇ ਨੇੜਲੇ ਬੰਦੇ ਭਰਤੀ ਕਰਾਏ। ਰਾਜਾ ਵੜਿੰਗ ਸਾਹਿਬ ਦਾ ਜ਼ਿਕਰ ਕੀਤਾ, ਅਜੈਬ ਸਿੰਘ ਭੱਟੀ ਸਾਹਿਬ ਦਾ ਜ਼ਿਕਰ ਕੀਤਾ, ਮਨਪ੍ਰੀਤ ਸਿੰਘ ਬਾਦਲ ਸਾਹਿਬ ਦਾ ਜ਼ਿਕਰ ਕੀਤਾ। ਸਾਰੇ ਬੰਦੇ ਪਿਛਲੀ ਸਰਕਾਰ ਦੇ ਵਿੱਚ ਸੀ ਕਿ ਇਹਨਾਂ ਨੇ ਆਪਣੇ ਨੇੜਲੇ ਬੰਦਿਆਂ ਨੂੰ ਭਰਤੀ ਕਰਾਇਆ। ਸੰਧਾਲੀਆ ਸਾਹਿਬ ਜੇ ਤਾਂ ਸਾਰਾ ਕੁਝ ਹੋਇਆ ਨਿਯਮਾਂ ਦੇ ਮੁਤਾਬਕ, ਕਿਸੇ ਨੂੰ ਕਾਹਦਾ ਇਤਰਾਜ਼ ਹੈ? ਕੋਈ ਮੰਤਰੀ ਦਾ ਬੱਚਾ, ਭਤੀਜਾ, ਕੋਈ ਉਹਨਾਂ ਦੇ ਡਰਾਈਵਰ ਦਾ ਜੇ ਮੁੰਡਾ ਕੁੜੀ, ਕੋਈ ਕਿਸੇ ਦੇ PA ਦਾ ਕੋਈ ਰਿਸ਼ਤੇਦਾਰ, ਇੱਕ ਪਰਿਵਾਰ ਦੇ ਵਿੱਚੋਂ ਜੇ 2 ਸਕੇ ਭਰਾ, ਜੇ ਤਾਂ ਨਿਯਮਾਂ ਦੇ ਮੁਤਾਬਕ ਹੋਇਆ ਗੱਲ ਹੀ ਕੋਈ ਨਹੀਂ, ਜਾਂਚ ਪੜਤਾਲ ਹੋ ਜਾਏ। ਪਰ ਜੇ ਸੱਚੀ ਮੁੱਚੀ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਮੌਕਾ ਦਿੱਤੇ ਬਗੈਰ ਚੁੱਪ ਚਪੀਤੇ ਪਿਛਲੇ ਰਸਤਿਓਂ ਕਿਸੇ ਦੀ ਸਿਫਾਰਿਸ਼ ਤੇ ਕੋਈ ਬੰਦੇ ਭਰਤੀ ਕੀਤੇ ਗਏ ਤਾਂ ਉਹ ਪੰਜਾਬ ਦੇ ਲੱਖਾਂ ਨੌਜਵਾਨਾਂ ਦੇ ਨਾਲ ਧੋਖਾ ਹੈ। ਜਾਂਚ ਹੋ ਜਵੇ, ਪਤਾ ਲੱਗੇ ਗੱਲ ਕਿੱਧਰਲੇ ਪਾਸੇ ਨੂੰ ਜਾਂਦੀ ਹੈ। ਵੈਸੇ ਅਜੈਬ ਸਿੰਘ ਭੱਟੀ ਸਾਹਿਬ ਤੇ ਰਾਣਾ KP ਹੋਰਾਂ ਨੇ ਕਿਹਾ, ਕਹਿੰਦੇ ਬਿਲਕੁਲ ਗਲਤ ਹੈ, ਅਸੀਂ ਕੋਈ ਸਿਫਾਰਿਸ਼ ਨਹੀਂ ਕੀਤੀ, ਨਿਯਮਾਂ ਦੇ ਮੁਤਾਬਕ ਰਾਣਾ KP ਸਾਹਿਬ ਕਹਿੰਦੇ ਭਰਤੀਆਂ ਕੀਤੀਆਂ, ਸਾਬਤ ਕਰ ਦਿਓ, ਕਹਿੰਦੇ ਮੈਂ ਕੋਈ ਬੰਦਾ ਆਪਣਾ ਭਰਤੀ ਕਰਾਇਆ, ਮੈਂ ਸਿਆਸਤ ਛੱਡ ਜਾਊਂ। ਇਹ ਤੇ ਬਿਆਨ ਹੀ ਦਿੱਤਾ ਉਹਨਾਂ ਨੇ, ਇਹਦੇ 'ਚ ਕਿਹੜੀ ਗੱਲ ਹੈ? ਹੁਣ ਉਹ ਕੀ ਕਹਿ ਦੇਣ ਵੀ ਮਤਲਬ ਜ਼ਰੂਰ ਕੀਤਾ ਹੀ। ਦੇਖੋ ਕਾਰਨ ਪਤਾ ਕੀ ਬਾਟ ਸਾਹਿਬ, ਇਹ ਆ ਸਿਆਸਤ। ਸਿਆਸਤ ਦੇ ਵਿੱਚ ਉਹ ਦੇਖੋ ਜਿਹੜੀ ਗੱਲ ਬੈਂਸ ਸਾਹਿਬ ਕਹਿੰਦੇ ਆ, ਉਹ ਇਹ ਗੱਲ ਤੇ ਪੱਕੀ ਆ ਵੀ ਇਸ ਤੋਂ ਪਹਿਲਾਂ ਗੱਲ ਚੱਲਦੀ ਰਹੀ, ਪਰ ਮੁਸ਼ਕਲ ਇਹ ਆ ਵੀ ਆਹ ਜਿਹੜੀ ਚੇਂਜ ਆਈ ਉਸ ਤੋਂ ਬਾਅਦ ਹੁਣ, ਕਿਉਂਕਿ ਕੁਲਤਾਰ ਸਿੰਘ ਸੰਧਵਾ ਸਾਹਿਬ ਦਾ ਬਿਆਨ ਆਇਆ ਜਿਸ ਹਿਸਾਬ ਉਹਨਾਂ ਨੇ ਕਿਹਾ ਵੀ ਹਾਂਜੀ ਜਾਂਚ ਤੇ ਆਪਾਂ ਕਰਾ ਲਵਾਂਗੇ, ਕੋਈ ਗੱਲ ਨਹੀਂ। ਹੁਣ ਜਾਂਚ ਕੌਣ ਕਰੂਗਾ? ਜਾਂਚ ਜਿਹੜੀ ਆ ਉਸ ਜਾਂਚ ਦਾ ਨਤੀਜਾ ਕੀ ਆਊਗਾ, ਇਹ ਤੇ ਲੱਗਣਾ ਵਕਤ। ਉਦੋਂ ਤੱਕ ਇੱਕ ਚਰਚਾ ਇਹ ਵੀ ਚੱਲਦੀ ਆ ਵੀ ਸ਼ਾਇਦ ਵਿੱਚ ਜੇ ਕੋਈ ਵੀ ਜਿਹੜੇ ਬੰਦੇ ਨੂੰ ਉਦੋਂ ਕਿਤੇ ਕੋਈ ਲੱਗਦਾ ਵੀ ਯਾਰ ਅੱਛਾ ਯਾਰ ਨਾ ਆ ਸਕਦਾ ਕਿ, ਤੇ ਕਰਨਾ ਕੀ ਹੁੰਦਾ, ਜਿਹੜਾ ਤੁਸੀਂ 2 ਸਫ਼ਿਆਂ ਦੀ ਗੱਲ ਕੀਤੀ ਨਾ, 2 ਨਹੀਂ, ਉਹ 'ਚ ਸਿਰਫ ਇੱਕ ਕਾਗਜ਼ ਲੱਗਣਾ, ਉਹਦੇ ਲਿਖਣਾ ਅਸਤੀਫਾ। ਦੇਖੋ ਜੀ ਵੀ ਕੁਛ ਨਿੱਜੀ ਕਾਰਨਾਂ ਦਾ ਕਰਕੇ ਮੈਨੂੰ ਲੱਗਦਾ ਹੈ ਕਿ ਵੀ ਮੈਂ ਇਹ ਨੌਕਰੀ ਜਿਹੜੀ ਹੈ ਜੀ ਕੰਟੀਨਿਊ ਨਹੀਂ ਕਰ ਸਕਦਾ, ਸੋ ਮੈਨੂੰ ਤੁਸੀਂ ਹੁਣ ਨੌਕਰੀ ਤੋਂ ਪਾਸੇ ਕਰ ਦਿਓ, ਮੈਨੂੰ ਫਾਰਗ ਕੀਤਾ ਜਾਵੇ, ਵੀ ਮੈਂ ਰਿਟਾਇਰਮੈਂਟ ਲੈ ਰਿਹਾ ਜਾਂ ਨੌਕਰੀ ਛੱਡ ਰਿਹਾ, ਉਹ ਕੰਮ ਹੀ ਕੀਤਾ ਜਾ ਸਕਦਾ। ਜੇ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਹੁੰਦੀਆਂ ਫਿਰ ਤੇ ਆਪਾਂ ਆਈਡੀਆ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਤੇ ਨਾ ਕਿਤੇ ਹੋ ਸਕਦਾ ਵੀ ਦਾਲ 'ਚ ਕੁਛ ਕਾਲਾ ਰਹਿ ਗਿਆ ਹੋਵੇ। ਪਰ ਜਿਸ ਹਿਸਾਬ ਨਾਲ ਬੈਂਸ ਸਾਹਿਬ ਦੋਸ਼ ਲਾਉਂਦੇ ਆ ਜਾਂ ਜਿਸ ਹਿਸਾਬ ਨਾਲ ਇਸ ਤੋਂ ਪਹਿਲਾਂ ਚਰਚਾਵਾਂ ਚੱਲਦੀਆਂ ਸੀ, ਆਪਾਂ ਉਹਨਾਂ ਖਬਰਾਂ ਨੂੰ ਯਾਦ ਕਰੀਏ ਜੇ ਇਲੈਕਸ਼ਨਾਂ ਤੋਂ ਪਹਿਲੀਆਂ ਨੂੰ, ਜਦੋਂ ਪ੍ਰੈਸ ਕਾਨਫਰੰਸ ਹੁੰਦੀ ਸੀ ਤੇ ਉਹ ਸਾਰੇ ਦੋਸ਼ ਲਾਏ ਜਾਂਦੇ ਸੀ, ਉਦੋਂ ਤਾਂ ਇਹ ਲੱਗਦਾ ਵੀ ਦਾਲ ਹੀ ਕਾਲੀ ਆ ਸਾਰੀ। ਭਾਈ ਸਾਹਿਬ ਸੰਧਾਲੀਆ ਸਾਹਿਬ ਚੰਗੀ ਗੱਲ ਪਤਾ ਕੀ ਰਹੀ ਹੈ, ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਾਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਹੁਤ ਪ੍ਰਚਾਰ ਹੁੰਦਾ, ਇੱਕ ਦੂਜੇ ਤੇ ਰੱਜ ਕੇ ਦੋਸ਼ ਲੱਗਦੇ ਹੁੰਦੇ ਆ। ਬੜੇ ਲੀਡਰ ਆ ਪੰਜਾਬ ਦੇ ਜਿਹੜੇ ਇੱਕ ਦੂਜੇ ਦੇ ਉੱਤੇ ਕਹਿੰਦੇ ਅਸੀਂ ਜੀ ਫਲਾਨਾ ਨਸ਼ਾ ਵਿਕਵਾਉਂਦਾ ਹੈ, ਇਹਨਾਂ ਨੇ ਪੰਜਾਬ ਦੇ ਵਿੱਚ ਨਜਾਇਜ਼ ਸ਼ਰਾਬ ਦੀਆਂ ਨਹਿਰਾਂ ਵਹਾਤੀਆਂ,
ਇਹਨਾਂ ਨੇ ਚਿੱਟੇ ਦੀਆਂ ਟਰਾਲੀਆਂ ਵੇਚਤੀਆਂ, ਬੜਾ ਕੁਝ ਕਹਿੰਦੇ ਹੁੰਦੇ ਆ। ਤੇ ਉਹਨਾਂ ਦੇ ਵਿੱਚੋਂ ਜਦੋਂ ਕਿਸੇ ਇੱਕ ਧਿਰ ਦੀ ਸਰਕਾਰ ਬਣ ਜਾਂਦੀ ਹੈ ਫਿਰ ਚੁੱਪ। ਮੈਂ ਕਹਿੰਦਾ ਕਿ ਹਰਜੋਤ ਸਿੰਘ ਬੈਂਸ ਹੋਰੀ ਐਜ਼ ਏ ਮਿਨਿਸਟਰ ਕਿੰਨਾ ਕੁ ਵਧੀਆ ਕੰਮ ਕਰਦੇ ਆਉਣ ਵਾਲਾ ਸਮਾਂ ਦੱਸੂਗਾ, ਲੋਕਾਂ ਨੇ ਤੈਅ ਕਰਨਾ। ਪਰ ਜਿਹੜਾ ਦੋਸ਼ ਉਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲਾਇਆ ਸੀ, ਚੁੱਪ ਵੀ ਕਰ ਲੈਂਦੇ, ਕਿਸੇ ਨੇ ਲੱਤ ਥੋੜੀ ਭੰਨ ਲੈਣੀ ਸੀ ਵੈਸੇ ਦੇਖਿਆ ਜਾਵੇ। ਜਾਨੀ ਦੋਸ਼ ਉਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲਾਇਆ, ਹੁਣ ਜਿੱਤ ਵੀ ਗਏ ਆ, ਮਿਨਿਸਟਰ ਵੀ ਬਣ ਗਏ, ਮੈਜੋਰਟੀ ਬਹੁਮਤ ਵੀ ਫੁੱਲ ਹੈ, ਤੇ ਐਡਾ ਕੋਈ ਪ੍ਰੈਸ਼ਰ ਵੀ ਨਹੀਂ ਸੀ। ਜੇ ਇਹਦੇ ਬਾਵਜੂਦ ਵੀ ਉਹਨਾਂ ਨੇ ਚਿੱਠੀ ਹੁਣ ਦੁਬਾਰਾ ਲਿਖ ਦਿੱਤੀ ਹੈ, ਇਹਦਾ ਮਤਲਬ ਹੈ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਦਾਲ 'ਚ ਕੋਕੜੂ ਲੱਗਦਾ ਜ਼ਰੂਰ ਹੋਣਾ। ਤੇ ਜੇ ਦਾਲ 'ਚ ਕੋਕੜੂ ਲੱਗਿਆ, ਇਹ ਪਿਰਤ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਾਉਣੀ ਚਾਹੀਦੀ ਹੈ। ਜਿਹੜੇ ਵੀ ਕਿਸੇ ਸਿਆਸੀ ਪਾਰਟੀ ਦੇ ਬੰਦੇ ਨੂੰ ਇਤਰਾਜ਼ ਹੈ ਕਿ ਭਾਈ ਦੂਸਰਾ ਬੰਦਾ ਗਲਤ ਕੰਮ ਕਰਦਾ, ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਕਰਦਾ, ਉਹਨੂੰ ਕਾਨੂੰਨੀ ਤਰੀਕਾ ਅਪਣਾਉਣਾ ਚਾਹੀਦਾ। ਤੇ ਜੇ ਕਾਨੂੰਨੀ ਤਰੀਕਾ ਅਪਣਾ ਕੇ ਭਲਕ ਨੂੰ ਇਨਸਾਫ ਮਿਲ ਜਾ, ਸੱਚ ਸਾਹਮਣੇ ਆ ਜਾ, ਤਾਂ ਫਿਰ ਲੋਕ ਕਲੀਅਰ ਹੋ ਜਾਣਗੇ। ਇਹ ਗੱਲ ਹੈਗੀ ਆ। ਦੇਖੋ ਇੱਕ ਗੱਲ ਤੇ ਆ ਵੀ 17 ਬਣ ਸਕਦੇ ਟੋਟਲ, ਤੇ ਅਜੇ ਸਿਰਫ 10 ਕੁ ਮੰਤਰੀ ਨੇ ਜੀ। ਤੇ 10 ਦੇ 10 ਮੰਤਰੀ ਕਿਸੇ ਨਾ ਕਿਸੇ ਪਾਸੇ ਰੋਜ਼ ਕੋਈ ਨਾ ਕੋਈ ਪੇਜ ਹੋਣ। ਜਿੱਦਾਂ ਆਪਾਂ ਹੁਣ ਦਾ ਜ਼ਿਕਰ ਕਰੀਏ ਤੇ ਹੁਣ ਤੱਕ ਆਪਾਂ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਦਾ ਜ਼ਿਕਰ ਕਰ ਚੁੱਕੇ ਹਾਂ, ਆ ਬੈਂਸ ਸਾਹਿਬ ਦੀ ਆਪਾਂ ਗੱਲ ਕਰ ਲਈ। ਇਸ ਤੋਂ ਇਲਾਵਾ ਆਪਾਂ ਮਾਈਨਿੰਗ ਡਿਪਾਰਟਮੈਂਟ ਚਲੋ ਇਹਨਾਂ ਦੇ ਅੰਡਰ ਆਉਂਦਾ, ਲਾਲਜੀਤ ਸਿੰਘ ਭੁੱਲਰ ਹੋਰਾਂ ਦੀ ਗੱਲ ਕਰ ਲਈ। ਹੁਣ ਜੇ ਆਪਾਂ ਸਿਹਤ ਮੰਤਰੀ ਵਿਜੇ ਸਿੰਗਲਾ ਸਾਹਿਬ ਦੀ ਗੱਲ ਕਰ ਲਈ ਹੋਵੇ, ਤੇ ਉਹ ਵੀ ਆਖੀ ਜਾਂਦੇ ਵੀ ਮਹਾਰਾਜ ਅਸੀਂ ਗਏ ਤੇ ਸੀਗੇ ਪਿਛਲੇ ਦਿਨੀ, ਤੇ ਤੁਸੀਂ ਟੈਨਸ਼ਨ ਨਾ ਲਓ ਜੀ। 117 ਦੀ ਗੱਲ ਚੱਲੀ ਹੈ, ਤੇ ਉਹਦੇ 'ਚੋਂ ਸਿਹਤ ਮਹਿਕਮਾ ਕਹਿੰਦੇ ਮੇਰੇ ਅੰਡਰ ਆਉਂਦਾ, ਤੇ ਅਸੀਂ ਹੁਣ ਪ੍ਰਬੰਧ ਕਰਨਾ ਸ਼ੁਰੂ ਕਰ ਲਿਆ ਵੀ ਕਿਹੜੀ ਕਿਹੜੀ ਥਾਂ ਆ ਜਿੱਥੇ ਉਹ ਜਿਹੜੇ ਛੋਟੇ ਛੋਟੇ ਮਹੱਲਾ ਕਲੀਨਿਕ ਨੇ ਉਹ ਬਣਾਏ ਜਾ ਸਕਦੇ ਆ। ਉਹ ਕਹਿੰਦੇ ਵੀ ਇਹ ਨਹੀਂ ਵੀ ਜ਼ਰੂਰੀ ਵੀ ਮਹੱਲਾ ਕਲੀਨਿਕ ਹੀ ਬਣਾਉਣਾ, ਸਾਡੇ ਕੋਲੇ ਬਕਾਇਦਾ ਡਿਸਪੈਂਸਰੀਆਂ ਨੇ, ਸਾਡੇ ਕੋਲੇ ਸਰਕਾਰੀ ਹਸਪਤਾਲ ਆ, ਉਹਨਾਂ ਦੇ ਵਿੱਚ ਜਿਹੜੀਆਂ ਕਮੀਆਂ ਨੇ, ਕਿਉਂਕਿ ਕਹਿੰਦੇ ਵੀ ਅਸੀਂ ਡਿਮਾਂਡ ਮੰਗਾਈ ਆ, ਤੇ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਵੀ ਆਹ ਦਵਾਈਆਂ ਨੇ ਮਹਾਰਾਜ ਹੁੰਦੀਆਂ ਨਹੀਂ। ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਪੂਰੀਆਂ ਕਰ ਦਿਆਂਗੇ। ਫਲਾਨੀ ਥਾਂ ਦੇ ਉੱਪਰ ਕਹਿੰਦੇ ਵੀ ਕਮਰਾ ਵੀ ਹੈਗਾ, ਸਟਾਫ ਵੀ ਹੈਗਾ, ਮਸ਼ੀਨ ਹੈ ਨਹੀਂ, ਕਹਿੰਦੇ ਕੋਈ ਗੱਲ ਨਹੀਂ, ਮਸ਼ੀਨ ਦਾ ਵੀ ਕੰਮ ਕਰ ਦਿਆਂਗੇ। ਫਿਰ ਰਹੀ ਗੱਲ ਵੀ ਉਹ ਉੱਥੇ ਕਈਆਂ ਥਾਵਾਂ ਦੇ ਉੱਪਰ ਇਮਾਰਤ ਵੀ ਹੈ, ਸਾਰਾ ਕੁਝ ਹੈ, ਪਰ ਸਟਾਫ ਹੈ ਨਹੀਂ। ਉਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਸਟਾਫ ਨੂੰ ਵੀ ਪੂਰਾ ਕਰ ਦਿਆਂਗੇ। ਹੁਣ ਜਿਸ ਹਿਸਾਬ ਨਾਲ ਪਿਛਲੇ ਦਿਨੀ ਦਿੱਲੀ ਗੇੜਾ ਮਾਰਨ ਤੋਂ ਬਾਅਦ ਆਉਂਦਿਆਂ ਕੀ ਸਿਹਤ ਮੰਤਰੀ ਸਾਹਿਬ ਵੀ ਸਰਗਰਮ ਹੋ ਗਏ ਨੇ, ਲੱਗਦਾ ਤਾਂ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਵੀ ਪੰਜਾਬ ਦੇ ਲੋਕ ਵੀ ਕਿਸੇ AC ਲੱਗਾ ਹੋਵੇ, ਹੈ ਨਾ, ਚੰਗਾ ਸੋਹਣਾ ਜਿਹਾ ਕਮਰਾ ਹੋਵੇ, ਡਾਕਟਰ ਸਾਹਿਬ ਚਿੱਟਾ ਕੋਟ ਪਾ ਕੇ ਬੈਠੇ ਹੋਣ, ਤੇ ਉਦੋਂ ਬਾਅਦ ਦਵਾਈ ਲੈ ਕੇ ਇਹਦੇ ਬਾਪੂ ਆ ਕੇ ਵੀ ਡਾਕਟਰ ਸਾਹਿਬ ਕਿੰਨੇ ਪੈਸੇ? ਲੈ ਬਾਪੂ ਵੀ ਪੈਸੇ ਕਾਹਦੇ, ਤੁਸੀਂ ਕੋਈ ਗੱਲ ਨਹੀਂ, ਦਵਾਈ ਲਓ, ਬਾਹਰੋਂ ਨਜ਼ਾਰੇ ਲਓ, ਪਰਸੋਂ ਫੇਰ ਵਿਖਾ ਜਿਓ, ਤੇ ਜੇ ਠੀਕ ਵੀ ਹੋ ਗਿਆ ਆਉਂਦੇ ਜਾਂਦੇ ਰਹੋ। ਸੰਧਾਲੀਆ ਸਾਹਿਬ ਦੇਖੋ, 1 ਮਈ ਉਹ ਕਹਿੰਦੇ ਜੀ ਜਗ੍ਹਾ ਦੀ ਨਿਸ਼ਾਨਦੇਹੀ ਹਰ ਵਿਧਾਨ ਸਭਾ ਹਲਕੇ 'ਚ ਇੱਕ ਮੁਹੱਲਾ ਕਲੀਨਿਕ ਜਿੱਥੇ ਵੀ ਬਣਾਉਣਾ 1 ਮਈ ਤੱਕ ਕਹਿੰਦੇ ਨਿਸ਼ਾਨਦੇਹੀ ਕਰਨੀ। ਦਿਨ 3 ਨੇ, ਇਹ ਨਹੀਂ ਕਿ 15 ਦਿਨ ਦਿੱਤੇ, 20 ਦਿੱਤੇ ਜਾਂ 25 ਦਿੱਤੇ ਆ। ਜੇ 1 ਮਈ ਨੂੰ ਲਿਸਟ ਜਾਰੀ ਹੋ ਜਾਵੇ ਜੀ, ਇੱਥੇ ਪੰਜਾਬ ਦੇ ਵਿੱਚ 117 ਮੁਹੱਲਾ ਕਲੀਨਿਕ ਜਾਂ ਪਿੰਡ ਕਲੀਨਿਕ ਬਣਨਗੇ, ਉਹਦੇ ਤੋਂ ਬਾਅਦ ਮਹੀਨੇ ਡੂਢ ਮਹੀਨੇ ਜੇ ਚਾਲੂ ਕਰ ਦੇਣ, ਚਾਹੇ ਪਹਿਲਿਆਂ ਨੂੰ ਸੈੱਟ ਸੁੱਟ ਕਰਕੇ ਕਰ ਦੇਣ, 2-3 ਮਹੀਨਿਆਂ ਦੇ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਜਾਣ, ਪਤਾ ਲੱਗ ਜਾ ਕਿ ਸਿਸਟਮ ਦਿੱਲੀ ਵਾਲਾ ਮਾਡਲ ਪੰਜਾਬ 'ਚ ਪਾਸ ਹੁੰਦਾ ਕਿ ਫੇਲ ਹੁੰਦਾ। ਬਹੁਤ ਵਧੀਆ ਗੱਲ ਹੈ ਜੇ ਡਾਕਟਰ ਸਿੰਗਲਾ ਸਾਹਿਬ ਨੇ ਇਧਰਲੇ ਪਾਸੇ ਨੂੰ ਧਿਆਨ ਜਿਹੜਾ ਉਹ ਦਿੱਤਾ ਹੈ। ਨਾਲ ਇੱਕ ਗੱਲ ਜਿਹੜੀ ਆਮ ਆਦਮੀ ਪਾਰਟੀ ਦੇ ਲਈ, ਸਰਕਾਰ ਦੇ ਲਈ ਥੋੜੀ ਜਿਹੀ ਵੱਧ ਦੇਖਣ ਵਾਲੀ ਹੈ। ਸੰਧਾਲੀਆ ਸਾਹਿਬ ਉਦਯੋਗਿਕ ਸਿਖਲਾਈ ਕੇਂਦਰ ਨੇ, ITIs, ਬਹੁਤ ਤਕਨੀਕੀ ਕਾਲਜ ਵੀ ਉਹਨਾਂ ਨੂੰ ਕਹਿੰਦੇ ਆ, ਕਿ ਟੈਕਨੀਕਲ ਐਜੂਕੇਸ਼ਨ ਜਿੱਥੇ ਦਿੱਤੀ ਜਾਂਦੀ ਹੈ, ਹੱਥੀਂ ਕੰਮ ਕਰਨਾ ਜਾਣੀ ਮੰਨ ਲਓ ਕਿੱਥੇ ਸਿਖਾਇਆ ਜਾਂਦਾ ਹੈ। ਆਪਣੇ ਇਧਰਲੇ ਪਾਸੇ ਤਾਂ ਕੈਨੇਡਾ ਦੇ ਵਿੱਚ ਤਾਂ ਬੜੀ ਡਿਮਾਂਡ ਹੈ ਉਹਨਾਂ ਸਾਰੇ ਕਿੱਤਿਆਂ ਦੀ। ਅਧਿਆਪਕਾਂ ਨੇ ਰੋਸ ਕੀਤਾ, 22 ਨੇ ਸਰਕਾਰੀ ਉਹ ਉਦਯੋਗਿਕ ਸਿਖਲਾਈ ਕੇਂਦਰ ਜਾਂ ਬਹੁਤ ਤਕਨੀਕੀ ਕਾਲਜ ਜਿਹੜੇ ਆ, ਅਧਿਆਪਕਾਂ ਨੇ ਰੋਸ ਕੀਤਾ, ਪ੍ਰੈਸ ਨੋਟ ਵੀ ਲਿਖ ਕੇ ਭੇਜਿਆ। ਨਿਰਦੇਸ਼ਕ ਸਾਹਿਬ ਜਿਹੜੇ ਨਵੇਂ 2 ਦਿਨ ਪਹਿਲਾਂ ਉਹਨਾਂ ਨੇ ਮਹਿਕਮਾ ਸਾਂਭਿਆ, ਉਹਨਾਂ ਨੂੰ ਵੀ ਜਾ ਕੇ ਮਿਲੇ। ਹੁਣ ਹੋਇਆ ਕੀ ਕਿ ਜਿਹੜੀ ਸਾਲਾਨਾ ਗੁਪਤ ਰਿਪੋਰਟ ਹੁੰਦੀ ACR, ਕੋਈ ਵੀ ਅਧਿਆਪਕ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦਾ ਤਾਂ ਉਹਦੀ ACR ਲਿਖੀ ਜਾਂਦੀ ਹੈ ਕਿ ਇਹਨੇ ਸਾਲ ਭਰ ਦੇ ਵਿੱਚ ਕਿੰਨਾ ਕੁ ਵਧੀਆ ਕੰਮ ਕੀਤਾ, ਉਹਦੇ ਆਧਾਰ ਦੇ ਉੱਤੇ ਹੀ ਸਾਰਾ ਕੁਝ ਅੱਗੇ ਚੱਲਦਾ ਹੈ। ਉਹ ਕਹਿੰਦੇ ਜੀ ਸਾਨੂੰ ਫਰਮਾਨ ਹੋਇਆ 22 ਉਦਯੋਗਿਕ ਸਿਖਲਾਈ ਕੇਂਦਰਾਂ ਦੀ ਗੱਲ ਕਰਦਾ ਹੈ, ਸਾਨੂੰ ਫਰਮਾਨ ਹੋਇਆ ਕਿ ਭਾਈ ਤੁਹਾਡੀ ACR ਫਿਰ ਇਹਦੇ ਆਧਾਰ ਤੇ ਬਣਨੀ ਹੈ। ਕਿਹੜੇ ਤੇ? ਕਿ ਤੁਸੀਂ 100% ਦਾਖਲਾ ਕਰਨਾ ਹੈ, ਕਿ ਜਿੰਨੀਆਂ ਸੀਟਾਂ ਨੇ ਤੁਹਾਡੇ ਕਾਲਜ ਦੇ ਵਿੱਚ ਉਹ 100% ਬੱਚੇ ਭਰਤੀ ਹੋਣੇ ਚਾਹੀਦੇ ਆ, ਤੁਹਾਨੂੰ 5 ਨੰਬਰ ਦੇਵਾਂਗੇ ACR 'ਚ। ਫਿਰ ਤੁਹਾਡਾ ਰਿਜ਼ਲਟ ਕਹਿੰਦੇ 100% ਹੋਣਾ ਚਾਹੀਦਾ, 5 ਨੰਬਰ ਹੋਰ ਦੇ ਦੇਵਾਂਗੇ। ਫਿਰ ਜਿੰਨੇ ਬੱਚੇ ਪਾਸ ਹੋਏ ਆ ਸਾਰਿਆਂ ਦੀ ਪਲੇਸਮੈਂਟ ਵੀ ਹੋਣੀ ਚਾਹੀਦੀ, ਉਹਨਾਂ ਨੂੰ ਕੰਮ ਮਿਲਣਾ ਚਾਹੀਦਾ, 5 ਨੰਬਰ ਤੁਹਾਨੂੰ ਫੇਰ ਦੇਵਾਂਗੇ। ਹੁਣ ਅਧਿਆਪਕ ਕਹਿੰਦੇ ਜੀ ਅਸੀਂ ਵਿਚਕਾਰਲੀ ਗੱਲ ਮੰਨਣ ਨੂੰ ਤਿਆਰ ਹਾਂ ਕਿ ਰਿਜ਼ਲਟ 100% ਆਵੇ, ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ, ਤਿਆਰ ਕਰਾਂਗੇ, ਪੇਪਰ ਪਾਉਣਗੇ, ਪ੍ਰੈਕਟੀਕਲ ਹੋਊਗਾ, ਉਹ ਗੱਲ ਮੰਨੀ। ਪਰ ਪਲੇਸਮੈਂਟ ਕਰਾਉਣ ਦਾ ਕਹਿੰਦੇ ਕੰਮ ਸਾਡਾ ਨਹੀਂ ਹੈਗਾ, ਉਹ ਤਾਂ ਸਰਕਾਰ ਕੋਈ ਸੈਂਟਰਲ ਪਲੇਸ ਜੀ ਕਿੱਦਾਂ ਦੀ ਬਣਾਵੇ।
ਦੂਸਰਾ ਉਹ ਕਹਿੰਦੇ ਜੀ ਅਸੀਂ 15,000 ਸੀਟਾਂ ਐਵਰੇਜ 3 ਸਾਲਾਂ ਦੇ ਵਿੱਚ 15,000 ਬੱਚਾ ਆਉਣਾ ਚਾਹੀਦਾ, ਔਸਤਨ 5 ਆਉਂਦਾ ਹੈ। ਉਹ ਕਹਿੰਦੇ ਜੀ ਸਹੂਲਤਾਂ ਦੀ ਘਾਟ ਹੈ, ਵਰਕਸ਼ਾਪਾਂ ਦੇ ਵਿੱਚ ਬਹੁਤ ਜਗ੍ਹਾ ਜਿੰਦਰੇ ਲੱਗੇ ਹੈ, ਨਵੀਂ ਟੈਕਨੋਲੋਜੀ ਆ ਨਹੀਂ ਰਹੀ, ਜੇ ਬੱਚੇ ਨਹੀਂ ਪੜ੍ਹਨ ਆਉਂਦੇ ਤਾਂ ਫਿਰ ਅਸੀਂ ਕਿੱਥੋਂ ਪੜ੍ਹਨ ਲੈ ਆਈਏ, ਤੁਸੀਂ ਸਹੂਲਤਾਂ ਪੂਰੀਆਂ ਕਰੋ, ਪ੍ਰੈਕਟੀਕਲ ਦੇ ਸਾਰੇ ਪ੍ਰਬੰਧ ਕਰੋ, ਬੱਚੇ ਆਪੇ ਹੀ ਆਉਣਗੇ। ਹੁਣ ਨਿਰਦੇਸ਼ਕ ਸਾਹਿਬ ਜੀ ਕਿਉਂਕਿ ਨਵੇਂ ਬਣੇ, ਉਹ ਕਹਿੰਦੇ ਜੀ ਦੇਖੋ ਮੈਂ ਦੇਖਦਾ ਅਧਿਆਪਕਾਂ ਦੀ ਗੱਲ ਸਾਡੇ ਸਾਹਮਣੇ ਹੈ, ਯਾਨੀ ਕਿਤੇ ਨਾ ਕਿਤੇ ਅਧਿਆਪਕ ਦਾ ਕੰਮ ਬੱਚਿਆਂ ਨੂੰ ਦਾਖਲ ਕਰਾਉਣਾ ਨਹੀਂ ਹੈਗਾ, ਹਾਂ ਉਹ ਮੋਟੀਵੇਟ ਕਰ ਸਕਦਾ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਤੇਰੀ ਰਿਪੋਰਟ, ਹਾਂ ਜਿਹੜਾ ਬੱਚਾ ਉੱਥੇ ਦਾਖਲ ਹੋਣ ਆ ਗਿਆ, ਜਿਹੜੇ ਸਾਧਨ ਸਰਕਾਰ ਨੇ ਦਿੱਤੇ ਹੈ ਉਹਦੇ ਮੁਤਾਬਕ ਜੇ ਅਧਿਆਪਕ ਇੰਸਟ੍ਰਕਟਰ ਠੀਕ ਕੰਮ ਨਹੀਂ ਕਰਾਉਂਦਾ, ਬੱਚਿਆਂ ਦੇ ਨਤੀਜੇ ਫਿਰ ਵੀ ਮਾੜੇ ਆਉਂਦੇ ਆ, ਫਿਰ ਉਹਦੀ ਪੁੱਛ ਪੜਤਾਲ ਕਰ ਲਓ, ਪਰ ਪਲੇਸਮੈਂਟ ਤੇ ਐਡਮਿਸ਼ਨ ਨੂੰ ਉਹਦੀ ACR ਦੇ ਵਿੱਚ ਦਰਜ ਕਰਨਾ ਥੋੜਾ ਅਜੀਬ ਲੱਗਾ। ਨਹੀਂ ਗੱਲ ਹੈਗੀ ਆ। ਦੂਜੀ ਚੀਜ਼ ਇਹ ਆ ਕਿ ਦੇਖੋ ITIs ਜਦੋਂ ਪਹਿਲਾਂ ਸ਼ੁਰੂ ਚ ਚੱਲੀਆਂ ਉਦੋਂ ਕਿਉਂਕਿ ਆਮ ਨਾਰਮਲ ਕਾਲਜਾਂ ਦੇ ਵਿੱਚ ਇਹ ਵਾਲੀ ਸਿੱਖਿਆ ਨਹੀਂ ਸੀ ਹੁੰਦੀ, ਇਸ ਕਰਕੇ ਬੰਦੇ ਨੇ ਨਹੀਂ ਯਾਰ ਕਾਲਜੇ ਨਹੀਂ ਪੜ੍ਹਨਾ, ਆਪਾਂ ITI ਤੋਂ ਕੋਰਸ ਕਰ ਲੈਣਾ। ਹੌਲੀ ਹੌਲੀ ਕੀ ਹੋਇਆ ਕਿ ਪ੍ਰਾਈਵੇਟ ਕਾਲਜ ਆਉਣ ਲੱਗ ਪਏ, ਯੂਨੀਵਰਸਿਟੀਜ਼ ਆਉਣ ਲੱਗ ਪਈਆਂ, ਉਹਨਾਂ ਕੋਲੇ ਆਪਣਾ ਸੈਟਅਪ ਹੈ, ਅਗਲਾ ਕਹਿੰਦਾ ਵੀ ਆਹ ਦੇਖੋ ਜੀ ਅਸੀਂ ਤੁਹਾਨੂੰ ਕੋਰਸ ਹੀ ਉਹ ਕਰਾਉਣੇ ਆ ਵੀ ਇੱਥੋਂ ਲੈ ਕੇ ਤੇ ਮੰਗਲ ਤਾਰੇ ਤੱਕ ਤੁਸੀਂ ਖੋਜ ਕਿੱਦਾਂ ਕਰਨੀ। ਹੁਣ ਜਦੋਂ ਮੰਨ ਲਓ ਜਵਾਕ ਹੈ ਜਾਂ ਜਵਾਕ ਦੇ ਪੇਰੈਂਟਸ ਨੇ, ਉਹ ਜਦੋਂ ਜਾ ਕੇ ਉੱਥੇ AC ਆਫਿਸ ਦੇ ਵਿੱਚ ਇਹ ਗੱਲ ਸਮਝਦੀ, ਉਹ ਅੱਛਾ ਵੀ ਸਾਡਾ ਬੱਚਾ ਇਹ ਤਕਨੀਕ ਬਾਰੇ ਜਾਣੂਗਾ, ਓਕੇ ਕਰਾਓ ਦਾਖਲਾ, ਕੋਈ ਗੱਲ ਨਹੀਂ ਭਾਵੇਂ ਮਹਿੰਗਾ। ਹੁਣ ਉਹਨਾਂ ਦੇ ਕੋਈ ਇੱਧਰੋਂ ਉੱਧਰੋਂ ਸੱਜਣ ਮਿੱਤਰ ਆਖੇ ਵੀ ਤੂੰ ਨਾ ITI ਆ ਜਾ, ਆਪਾਂ ਤੈਨੂੰ ਉੱਥੋਂ ਮਕੈਨੀਕਲ ਦਾ ਕੋਰਸ ਕਰਾ ਦੇਣੇ। ਕਹਿੰਦਾ ਵੀ ਚਲੋ ਉਹਦੇ ਕਰ ਲੈਨੇ, ਕਰਨਾ ਕੀ ਇੱਥੇ। ਕਹਿੰਦਾ ਉੱਥੇ ਬਾਅਦ 10 ਕੁ ਸਾਲ ਪੁਰਾਣੀ ਇੱਕ ਮੋਪੜ ਰੱਖੀ ਉਹਨਾਂ ਨੇ, ਉਹਨੂੰ ਖੋਲ੍ਹ ਲੈਣਾ ਫੇਰ ਕੱਸ ਲੈਣਾ, ਖੋਲ੍ਹ ਲੈਣਾ ਫੇਰ ਕੱਸ ਲੈਣਾ। ਉਹ ਆਪਣੇ ਆਪ ਹੀ ਬੰਦਾ ਸੋਚਦਾ ਵੀ ਯਾਰ ਹੁਣ ਮੋਪੜ ਦਾ ਜ਼ਮਾਨਾ ਨਹੀਂ ਰਿਹਾ ਵੀਰ, ਮੈਂ ਮੰਗਲ ਤਾਰੇ ਵਾਲੇ ਪਾਸੇ ਜਾਣਾ। ਮੈਨੂੰ ਨਹੀਂ ਪਤਾ ਵੀ ਉੱਥੋਂ ਮੰਗਲ ਤਾਰੇ ਦਾ ਕੋਰਸ ਕਰਕੇ ਕਿੰਨੇ ਕੁ ਲੋਕ ਮੰਗਲ ਤਾਰੇ ਵਾਲੇ ਪਾਸੇ ਜਾਣਦੇ ਹੋਣਗੇ, ਪਰ ਇੱਕ ਹਰੇਕ ਬੰਦਾ ਸੁਪਨਾ ਤੇ ਹੁੰਦਾ ਨਾ ਵੀ ਮੈਂ ਅਗਾਂਹ ਵਧਾਂ ਜੀ। ਹਾਂ ਜੇ ਆਪਾਂ ਨੂੰ ਜਾਪਦਾ ਵੀ ਉਹ ਵਾਲੇ ਜਿਹੜੇ ਵਿਭਾਗ ਨੇ ਜਾਂ ਜਿਹੜੀਆਂ ਸੰਸਥਾਵਾਂ ਨੇ ਉਹ ਵਾਕਿਆ ਹੀ ਪਿੱਛੇ ਰਹਿ ਗਈਆਂ, ਤੇ ਉਹਦੇ ਵਿੱਚ ਕਿਹੜੀਆਂ ਕਮੀਆਂ ਨੇ ਜਿਹੜੀਆਂ ਸਮੇਂ ਦੇ ਹਾਣ ਦੀਆਂ ਨਹੀਂ ਲੱਗਦੀਆਂ, ਜੇ ਉਹ ਪੂਰੀਆਂ ਕਰ ਲਈਆਂ ਜਾਣ ਤੇ ਮੇਰੇ ਖਿਆਲ ਨਾਲ ਜੇ ਜਵਾਗ ਨੂੰ ਉੱਥੇ 2.5 ਲੱਖ ਦਾ ਕੋਰਸ ਹੈ ਤੇ ਇੱਥੇ ਅਗਲੇ ਨੂੰ 15,000 ਚ ਲੱਭਦਾ, ਤੇ ਕਿਹਨੂੰ ਕਿਹੜਾ ਕਰੂ 2.5 ਲੱਖ ਦਾ ਉੱਥੇ ਜਾ ਕੇ। ਸੰਧਾਲੀਆ ਸਾਹਿਬ ITI ਪੋਲੀਟੈਕਨਿਕ ਕਈ ਨਾਂ ਨੇ, ਇੱਕ ਗੱਲ ਤਾਂ ਪੱਕੀ ਹੈ ਕਿ ਜੇ ਸਰਕਾਰੀ, ਕਿਉਂਕਿ ਅਸੀਂ ਨਹੀਂ ਕਹਿੰਦੇ ਕਿ ਸਰਕਾਰ ਦਾ ਮੌਜੂਦਾ ਤੱਕ ਪੂਰਾ 1.5 ਮਹੀਨਾ ਹੋਇਆ ਤੁਹਾਨੂੰ ਆਏ ਨੂੰ, ਪਰ ਤੁਹਾਡੀ ਡਿਊਟੀ ਹੈ ਕਿ ਉੱਥੇ ਸਹੂਲਤਾਂ ਪੂਰੀਆਂ ਕਰੋ ਪ੍ਰੈਕਟੀਕਲੀ, ਕਿ ਜੇ ਕੋਈ ਬੱਚਾ ਮੋਟਰ ਮਕੈਨਿਕ ਦਾ ਡਿਪਲੋਮਾ ਕਰਕੇ ਨਿਕਲਿਆ ਤਾਂ ਉਹ ਮੋਟਰ ਮਕੈਨਿਕ ਹੋਵੇ, ਉਹ ਕੱਲਾ ਥਿਊਰੀ ਵਾਲਾ ਨਾ ਹੋਵੇ, ਉਹ ਪ੍ਰੈਕਟੀਕਲ ਹੋਵੇ। ਇਹਦੇ ਤੋਂ ਇਲਾਵਾ ਜਿਹੜੇ ਵੀ ਬੱਚੇ ਨੇ ਉੱਥੇ ਜਿਹੜਾ ਵੀ ਡਿਪਲੋਮਾ, ਕੋਈ ਸਰਟੀਫਿਕੇਟ, ਕੋਈ ਕੁਛ ਕਰਨਾ, ਉਹ ਪ੍ਰੈਕਟੀਕਲੀ ਇੰਨਾ ਹੋਵੇ ਕਿ ਭਾਈ ਉੱਥੋਂ ਬਾਹਰ ਨਿਕਲਦਾ ਹੀ ਉਹਨੂੰ ਇੱਲਾਂ ਵਾਂਗੂ ਪੈ ਜਾਣ ਉਦਯੋਗਪਤੀ ਕਿ ਭਾਈ ਤੂੰ ਸਾਡੇ ਕੰਮ ਕਰਨਾ, ਸਾਨੂੰ ਪਤਾ ਕਿ ਇੱਥੋਂ ਜਿਹੜਾ ਬੱਚਾ ਕੰਮ ਕਰਨ ਨਿਕਲਦਾ ਉਹਨੂੰ ਸਾਰਾ ਕੰਮ ਆਉਂਦਾ ਹੁੰਦਾ, ਕੱਲ ਨੂੰ ਹੀ ਤੂੰ ਆਣ ਕੇ ਕੰਮ ਸਾਂਭ ਲੈਣਾ, ਕੰਮ ਵੀ ਮਿਲ ਜੂਗਾ ਉਹਨੂੰ। ਤੀਸਰੀ ਗੱਲ ਜਿਹੜੀ ਹੈ ਕਿ ਬੱਚੇ ਵਿਦੇਸ਼ ਜਾਂਦੇ, ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਅਸੀਂ ਵਿਦੇਸ਼ ਜਾਣਾ ਹੀ ਬੰਦ ਕਰਾ ਦੇਣਾ, ਅਸੀਂ ਫੈਸਿਲਿਟੀ ਇੱਥੇ ਦੇਣੀ, ਬਹੁਤ ਚੰਗਾ ਜੇ ਤੁਸੀਂ ਇੱਦਾਂ ਕਰ ਦੋ, ਪਰ ਜੇ ਕਿਤੇ ਪ੍ਰਬੰਧ ਦਰੁਸਤ ਹੋਵੇ, ਤੁਹਾਡੀ ਰੈਂਕਿੰਗ ਵਧੀਆ ਹੋਵੇ, ਜੇ ਕਿਤੇ ਉੱਥੋਂ ਬੱਚਿਆਂ ਨੂੰ ਪ੍ਰੈਕਟੀਕਲੀ ਕੋਈ ਐਜੂਕੇਸ਼ਨ ਦਿੱਤੀ ਜਾਵੇ, ਇਹਨਾਂ ਦੇਸ਼ਾਂ 'ਚ ਆ ਕੇ ਡਾਲਰ ਰੋਲ ਦੇਣ, ਨੋਟ ਨਹੀਂ ਮੈਂ ਕਹਿੰਦਾ, ਕਿਉਂਕਿ ਕੰਮ ਹੀ ਬੜਾ, ਜੇ ਹੱਥੀਂ ਕੰਮ ਉਹਨਾਂ ਨੂੰ ਕਰਨਾ ਆਉਂਦਾ ਹੋਊਗਾ ਤੇ ਇੱਥੇ ਜਿੰਨਾ ਮਰਜ਼ੀ ਕਰੀਓ, ਹਾਂ ਸਮੇਂ ਦੇ ਹਾਣ ਦਾ ਹੋਵੇ, ਇਹ ਨਾ ਹੋਵੇ ਕਿ ਇੰਜਣ ਉਹ ਤੋਂ ਉਹ ਬਣਾਈ ਜੋ ਜਿਹੜਾ ਹੁਣ ਚੱਲਦਾ ਹੀ ਨਹੀਂ। ਨਹੀਂ ਇਹਦੇ 'ਚ ਆਪਾਂ ਇੱਕ ਉਦਾਹਰਨ ਹੋਰ ਦੇ ਦਿੰਦੇ ਹਾਂ। ਪਿੰਡਾਂ ਥਾਵਾਂ ਤੇ ਆਮ ਨਹੀਂ ਹੁੰਦਾ ਵੀ ਕਿਸੇ ਵੇਲੇ ਮੁੰਡਾ ਉਹ ਕਹਿੰਦੇ ਯਾਰ ਕਰਦਾ ਉਹ ਯਾਰ ਉਹ ਹੁਣ ਅੱਡੇ ਤੇ ਜਾਂਦਾ, ਉੱਥੇ ਮੋਟਰ ਮਾਟਰ ਬੰਨਣੀ ਸਿੱਖਦਾ, ਭੂਆ ਉਹੀ ਪੁੱਛਦੀ ਹੁੰਦੀ ਵੀ ਅੱਛਾ ਉੱਥੇ ਪਤਾ ਨਹੀਂ ਕੀ ਕਰਦਾ ਹੋਊਗਾ ਕੀ ਨਾ ਕਰਦਾ ਹੋਊਗਾ। 6 ਮਹੀਨਿਆਂ ਬਾਅਦ ਉਹੀ ਕਹਿੰਦਾ ਵੀ ਉਹ ਕਿਤੇ ਉਹਦੇ ਕਦੇ ਟਾਈਮ ਹੀ ਨਹੀਂ ਲੱਗਦਾ, ਕਿਤੇ ਅੱਧੀ ਰਾਤ ਨੂੰ ਆਉਂਦਾ, ਕੰਮ ਬੜਾ ਹੁਣ ਸੀਜ਼ਨ ਦੇ ਵਿੱਚ ਤੇ ਨਾ ਉਹਨੂੰ ਛੱਡਦੇ ਹੀ ਨਹੀਂ ਗੇ, ਕਿਸੇ ਦੀ ਮੋਟਰ ਘਰੋਂ ਲੈ ਜਾਂਦੇ ਆ ਕੇ, ਕਿਸੇ ਦੀ ਮੋਟਰ ਸੜ ਗਈ, ਕਿਸੇ ਦਾ ਪੱਖਾ ਸੜ ਗਿਆ, ਕਿਸੇ ਦੀ ਤਾਰ ਬਲ ਗਈ, ਉਹਦੇ ਕਈ ਉਧਰਲੇ ਪਾਸੇ ਕੰਮ। ਹੁਣ ਗੱਲ ਇਹ ਆ ਵੀ ਜੇ ਆਮ ਸਧਾਰਨ ਦੁਕਾਨਾਂ ਤੋਂ ਅੱਡਿਆਂ ਤੋਂ ਉਹ ਕੰਮ ਸਿੱਖ ਕੇ ਹੱਥੀਂ ਕਰਨ ਵਾਲਾ ਕਿਰਤ, ਉਹਦੇ 'ਚ ਕੋਈ ਉਹਨਾਂ ਨੇ ਪੜ੍ਹਾਈ ਨਹੀਂ ਕੀਤੀ ਹੁੰਦੀ, ਕੋਈ ਕੋਰਸ ਨਹੀਂ ਕੀਤਾ ਹੁੰਦਾ, ਕੋਈ ਡਿਗਰੀ ਨਹੀਂ ਹੁੰਦੀ, ਸਿਰਫ ਹੱਥੀਂ ਸਿੱਖਿਆ ਹੁੰਦਾ, ਉਹ ਲੋਕ ਜਾਂ ਉਹ ਜਿਹੜੇ ਨੌਜਵਾਨ ਆਪਣੇ ਪੰਜਾਬ ਦੇ ਉਹ ਸਿੱਖ ਕੇ ਦੇ ਬਾਅਦ ਦੇ ਵਿੱਚ ਲੋਕ ਉਹਨਾਂ ਦੇ ਮਗਰ ਤੁਰੇ ਫਿਰਦੇ ਰਹਿੰਦੇ ਆ। ਜਿਹਦੇ ਕੰਮ ਹੀ ਕਿੱਡਾ ਸੌਖਾ ਵੀ ਜੇ ਆਪਾਂ ਹੁਣ ਇਹ ਕਹਿੰਦੇ ਆ ਵੀ ਹਾਂ ਜੀ ਜ਼ਰੂਰ ਨੌਕਰੀ ਮਿਲਣੀ ਚਾਹੀਦੀ ਹੈ, ਬੰਦਾ ਆਪਾਂ ਕਾਬਲ ਬਣਾ ਦਈਏ, ਨੌਕਰੀ ਮਿਲਣੀ ਛੱਡ ਕੇ ਹੋ ਸਕਦਾ ਅਗਲਾ ਪੁੱਛਣਾ ਹੋਵੇ ਵੀ ਕਿੰਨੇ ਚਿਰ ਦਾ ਕੋਰਸ ਰਹਿ ਗਿਆ ਜੀ, ਇਹਦਾ ਬੰਦਾ ਦੇ ਦਿਓ ਸਾਨੂੰ, ਬਹੁਤੀ ਗੱਲ ਤੁਸੀਂ ਨਾਂ ਇਹਦਾ ਲਿਖ ਲੈਂਦੇ, ਇਹ ਨਾ ਵੀ ਕਿਤੇ ਹੋਰ ਚਲੇ ਜਾਵੇ। ਨਹੀਂ ਜ਼ਰੂਰੀ ਆ ਜੀ, ਜ਼ਰੂਰੀ ਆ। ਦੇਖੋ ਜੇ ਤਾਂ ਇੱਧਰਲੇ ਪਾਸੇ ਨੂੰ ਕੰਮ ਹੋ ਜਾਵੇ ਤਾਂ ਠੀਕ ਹੈ, ਨਹੀਂ ਹੁੰਦਾ ਤਾਂ ਫਿਰ ਗੱਲ ਵੱਖਰੀ ਆ। ਜਾਖੜ ਸਾਹਿਬ ਦੀ ਗੱਲ ਜ਼ਰੂਰ ਕਰ ਲਈਏ। ਦੇਖੋ ਜਾਖੜ ਸਾਹਿਬ ਤੇ ਹੁਣ ਉਹ ਕਹਿੰਦੇ ਵੀ ਵਾਹਵਾ ਚਿਰ ਹੋ ਗਿਆ ਮੈਂ ਨਹੀਂ ਬੋਲਿਆ, ਪਰ ਜਿਹੜੇ ਆ ਨੋਟਸਾਂ ਵਾਲੀ ਗੱਲ ਇਹਨਾਂ ਨੇ ਕੀਤੀ ਹੈ ਨਾ, ਇਹਦੇ ਨਾਲ ਠੇਸ ਬਹੁਤ ਪਹੁੰਚੀ ਮੇਰੇ ਮਨ ਨੂੰ। ਨਹੀਂ ਦੇਖੋ ਉਹ ਕਹਿੰਦੇ ਜੀ ਮੇਰਾ ਆਤਮ ਸਨਮਾਨ ਹੈ, ਮੈਂ ਕਦੇ ਕਹਿੰਦੇ ਪਾਰਟੀ ਤੋਂ ਬਗਾਵਤ ਨਹੀਂ ਕੀਤੀ, ਕਦੇ ਭਾਈਚਾਰਿਆਂ 'ਚ ਫੇਕ ਪਾਉਣ ਵਾਲੀ ਗੱਲ ਨਹੀਂ ਕੀਤੀ, ਕਦੇ ਕੋਈ ਮੰਗਿਆ ਨਹੀਂ। ਇਹਦੇ ਬਾਵਜੂਦ ਵੀ ਕਹਿੰਦੇ 52 ਸਾਲ ਹੋ ਗਿਆ ਕਾਂਗਰਸ 'ਚ, ਜਾਂ ਤਾਂ ਕਹਿੰਦੇ ਕਾਂਗਰਸ ਮੈਨੂੰ ਨਹੀਂ ਸਮਝ ਸਕੀ ਤੇ ਜਾਂ ਮੈਂ ਕਾਂਗਰਸ ਨੂੰ ਨਹੀਂ ਸਮਝ ਸਕਿਆ। ਉਹ ਕਹਿੰਦੇ ਕੋਈ ਕਿਤੇ ਨਾ ਕਿਤੇ ਘਾਟ ਤਾਂ ਹੈਗੀ ਹੈ।
ਬਾਕੀ ਉਹ ਕਹਿੰਦੇ ਜੀ ਚਾਪਲੂਸਾਂ ਖਿਲਾਫ ਮੈਂ ਬੋਲਦਾ ਸੀ, ਜੀ ਹਜ਼ੂਰੀ ਕਰਨ ਵਾਲਿਆਂ ਦੇ ਖਿਲਾਫ ਮੈਂ ਪਾਰਟੀ 'ਚ ਬੋਲਦਾ ਸੀ ਤੇ ਬੋਲਣਾ ਵੀ ਆ। ਮੈਨੂੰ ਨਹੀਂ ਪਸੰਦ ਉਹ ਬੰਦੇ ਜਿਹੜੇ ਕਿ ਚਮਚੀ ਮਾਰੀ ਜਾਣ, ਕਿ ਭਾਈ ਚਮਚੀਆਂ ਮਾਰ ਕੇ ਅੱਗੇ ਵਧੀ ਜਾਣ, ਤੇ ਜਿਹੜੇ ਗਰਾਊਂਡ ਦੇ ਉੱਤੇ ਕੰਮ ਕਰਦੇ ਬੰਦੇ ਆ ਉਹਨਾਂ ਨੂੰ ਅੱਗੇ ਨਾ ਆਉਣ ਦੇਣ। ਬਾਕੀ ਉਹਨਾਂ ਨੂੰ ਪੁੱਛਿਆ, ਪੱਤਰਕਾਰਾਂ ਨੂੰ ਪੁੱਛਣਾ ਹੀ ਹੁੰਦਾ ਜੀ ਕਿੱਦਾਂ, ਫਿਰ ਹੁਣ ਕਿੱਧਰ ਜਾਣਾ, ਫਿਰ ਭਾਰਤੀ ਜਨਤਾ ਪਾਰਟੀ ਜਾਣਾ। ਉਹ ਕਹਿੰਦੇ ਨਹੀਂ, ਇਹ ਸਮੇਂ ਤੋਂ ਬਹੁਤ ਪਹਿਲਾਂ ਦੀਆਂ ਗੱਲਾਂ। ਬਾਕੀ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨਾਲ ਮੇਰੇ ਨਿੱਜੀ ਸਬੰਧ ਨੇ, ਉਹਨਾਂ ਨੇ ਇਹ ਗੱਲ ਕੋਟ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਨਾਲ ਮੇਰੇ ਨਿੱਜੀ ਸਬੰਧ ਆ। ਕਹਿੰਦੇ ਮੈਂ ਨਿੱਜੀ ਸਬੰਧਾਂ ਤੇ ਸਿਆਸਤ ਨੂੰ ਕਦੇ ਰਲਗੱਡ ਨਹੀਂ ਕੀਤਾ। ਅਸੀਂ ਕਿਸੇ ਵੀ ਪਾਰਟੀ 'ਚ ਹੋ ਸਕਦੇ ਹਾਂ, ਨਿੱਜੀ ਸਬੰਧ ਸਾਡੇ ਕਿਤੇ ਵੀ ਹੋ ਸਕਦੇ ਆ, ਉਹਦਾ ਸਿਆਸਤ ਦੇ ਨਾਲ ਜਾਂ ਪਾਰਟੀ ਦੇ ਨਾਲ ਸਬੰਧ ਕੋਈ ਨਹੀਂ। ਪਰ ਜੇ ਇਸ ਤਰੀਕੇ ਉਹਨਾਂ ਨੂੰ ਪੁੱਛਿਆ ਜੀ ਫਿਰ ਸੋਨੀਆ ਗਾਂਧੀ, ਰਾਹੁਲ ਗਾਂਧੀ ਹੋਰਾਂ ਨੂੰ ਮਿਲਣ ਜਾਣਾ, ਕਹਿੰਦੇ ਕੰਮ ਉਹ ਸਮਾਂ ਲੰਘ ਗਿਆ ਜਦੋਂ ਉਹਨਾਂ ਨੂੰ ਮਿਲਣ ਜਾਣਾ ਹੁੰਦਾ। ਕਹਿੰਦੇ ਨੋਟਿਸ ਮੈਨੂੰ ਕੱਢ ਦਿੱਤਾ, 3 ਪੀੜ੍ਹੀਆਂ ਸਾਡੀਆਂ ਕਾਂਗਰਸ ਦੇ ਵਿੱਚ, ਕਦੇ ਕੁਝ ਮੰਗਿਆ ਨਹੀਂ, ਕਦੇ ਬਗਾਵਤ ਨਹੀਂ ਕੀਤੀ, ਮਾੜੇ ਸਮਿਆਂ ਦੇ ਵਿੱਚ ਹਮੇਸ਼ਾ ਪਾਰਟੀ ਲਈ ਖੜਦੇ ਰਹੇ। ਛੋਟਾ ਜਿਹਾ ਹੁੰਦਾ ਸੀ, ਕਾਂਗਰਸ ਪਾਰਟੀ ਦਾ ਝੰਡਾ ਫੜ ਕੇ ਤੁਰਿਆ ਫਿਰਦਾ ਰਿਹਾ। ਮੈਨੂੰ ਕਹਿੰਦੇ ਤੁਸੀਂ ਬੁਲਾ ਕੇ ਪੁੱਛਣ ਦੱਸਣ ਦੀ ਜਗ੍ਹਾ ਦੇ ਉੱਤੇ ਨੋਟਿਸ ਕੱਢਦੇ ਹੋ, ਫਿਰ ਠੀਕ ਹੈ, ਕਹਿੰਦੇ ਤੁਹਾਡੀ ਆਪਣੀ ਰਾਜਨੀਤੀ ਆ, ਕਰੀ ਜਾਓ। ਅਰੇ ਕੁੱਲ ਮਿਲਾ ਕੇ ਜੇ ਉਹਨਾਂ ਮਤਲਬ ਮੂੰਹ ਨਹੀਂ ਕਿਹਾ, ਪਰ ਜਿਹੜੀ ਕਹਿੰਦਾ ਵੀ ਜੇ ਲੋਕਾਂ 'ਚ ਚਰਚਾ ਜੀ ਚੱਲਦੀ, ਜਿਹੜੀ ਲੋਕਾਂ 'ਚ ਚਰਚਾ ਚੱਲਦੀ ਹੈ ਉਹ ਵੀ ਉਹਨਾਂ ਨੇ ਬੰਦ ਨਹੀਂ ਕਰਾਈ। ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਬੰਦੇ ਬਥੇਰੇ ਨੇ, ਉਹ ਬਥੇਰੇ ਮਤਲਬ ਥਾਂ ਨੇ ਜਾਣ। ਕਈ ਵਾਰੀ ਸ਼ੀਸ਼ੀ ਕਰਕੇ ਦੇਖੀਦਾ ਨਾ, ਕੋਈ ਹੋਵੇ ਇੱਥੇ ਕੋਈ ਜੀਵ ਜੰਤੂ ਜਾਂ ਧੋਰੇ ਭਰੇ ਹੋ ਜਾਏ। ਅੱਛਾ, ਡਾਕਟਰ ਬਲਜੀਤ ਕੌਰ ਉਹ ਵੀ ਮੰਤਰੀ ਨੇ, ਆ ਦੇਖੋ ਕਿੰਨੇ ਮੰਤਰੀਆਂ ਦੀ ਗੱਲ ਕਰ ਰਹੇ, ਉਹਨਾਂ ਨੇ ਵੀ ਦੇਖੋ ਆਪਣੇ ਵੱਲੋਂ ਥੋੜਾ ਜਿਹਾ ਇਸ਼ਾਰਾ ਜਿਹਾ ਉਹਨਾਂ ਨੇ ਦਿੱਤਾ। ਉਹ ਕਹਿੰਦੇ ਕੋਈ ਪਿਛਲੇ ਦਿਨੀ ਵਿਰੋਧੀ ਕਹਿਣ ਲੱਗ ਪਏ ਕਿਹੜੀਆਂ ਗਰੰਟੀਆਂ ਦੀਆਂ ਗੱਲਾਂ ਕਰਦੇ ਹੋ, 1000 ਰੁਪਈਆ ਤੁਸੀਂ ਕਹਿੰਦੇ ਸੀ ਵੀ ਦੇਣਾ ਜੀ। 18 ਸਾਲ ਤੋਂ ਵੱਧ ਉਮਰ ਦੀ ਹਰੇਕ, ਚਾਹੇ ਉਹ ਕੋਈ ਨੌਜਵਾਨ ਬੀਬੀ ਭੈਣ ਆ, ਚਾਹੇ ਉਸ ਤੋਂ ਬਾਅਦ ਕੋਈ ਮਾਤਾ ਬਜ਼ੁਰਗ ਹੈ, ਵੀ 1000 ਰੁਪਈਆ ਉਹਨਾਂ ਨੂੰ ਦੇਣਾ। ਉਹ ਕਹਿੰਦਾ ਮਹੀਨੇ 1.5 ਮਹੀਨੇ ਦੀ ਗੱਲ ਆ, ਤੁਸੀਂ ਦੇਖੋ ਉਹ ਗਰੰਟੀ ਵੀ ਆਪਾਂ ਪੂਰੀ ਕਰ ਦੇਣੀ। ਦੇਖੋ ਸੰਧਾਲੀਆ ਸਾਹਿਬ, ਮਹੀਨੇ 6.5 ਨੇ, ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ 'ਚ ਬਹੁਤ ਅਸਰ ਪੈਣਾ। ਪੰਜਾਬ 'ਚ ਕੀ ਹੁੰਦਾ ਹੈ, ਹਾਲਾਂਕਿ ਰਾਜਾ ਵੜਿੰਗ ਸਾਹਿਬ ਨੇ ਕਿਹਾ ਕਿ ਨੋਟੀਫਿਕੇਸ਼ਨ ਇੱਕ ਨਹੀਂ ਜਾਰੀ ਹੋਇਆ। ਉਹ ਕਹਿੰਦੇ ਐਲਾਨ ਕਰੀ ਜਾਂਦੇ, ਐਲਾਨਵੰਤ ਸਿੰਘ ਨਾਮ ਰੱਖ ਦਿੱਤਾ ਸਿੱਧੂ ਸਾਹਿਬ ਨੇ ਭਗਵੰਤ ਮਾਨ ਸਾਹਿਬ ਦਾ। ਰਾਜਾ ਵੜਿੰਗ ਸਾਹਿਬ ਕਹਿੰਦੇ ਇੱਕ ਵੀ ਨੋਟੀਫਿਕੇਸ਼ਨ ਜਾਰੀ ਨਹੀਂ, ਸਿਰਫ ਐਲਾਨ ਕਰ ਰਹੇ ਆ, ਗੱਲਾਂ ਬਾਤੀਆਂ, ਹੋਰ ਕੁਝ ਨਹੀਂ। ਪਰ ਜਿਸ ਤਰੀਕੇ ਕਹਿਤਾ ਜੀ 1 ਜੁਲਾਈ ਤੋਂ ਬਿਜਲੀ 300 ਯੂਨਿਟ ਪਰ ਮੰਥ, ਜਿਸ ਤਰੀਕੇ ਹੁਣ ਡਾਕਟਰ ਬਲਜੀਤ ਕੌਰ ਹੋਰੀ ਉਹਨਾਂ ਨੇ ਕਹਿ ਦਿੱਤਾ ਕਿ 1-1000 ਰੁਪਈਆ ਦੇਣਾ ਹਰ ਉਸ ਔਰਤ ਨੂੰ ਜਿਹੜੀ 18 ਸਾਲ ਤੋਂ ਉੱਪਰ ਉਮਰ ਦੀ ਹੈ। ਉਹ ਕਹਿੰਦੇ ਜੀ ਪੂਰਾ ਬਜਟ ਹੀ ਸਾਡਾ ਉਦੋਂ ਨੂੰ ਪੇਸ਼ ਹੋਣਾ, ਅਸੀਂ ਬਿਜਲੀ ਵਾਲਾ ਵਾਅਦਾ ਵੀ ਉਦੋਂ ਹੀ ਪੂਰਾ ਕਰਨਾ ਜਦੋਂ ਸਾਡਾ ਪੂਰਾ ਬਜਟ ਹੈ, ਪੈਸੇ ਰੱਖਾਂਗੇ ਉਹ 'ਚ, ਕਹਿੰਦੇ ਉਦੋਂ ਹੀ ਥੋੜੀ ਹੋਣਾ। 1000 ਰੁਪਈਆ ਵੀ 2 ਨਹੀਂ ਤਾਂ ਵੱਧ ਤੋਂ ਵੱਧ ਕਹਿੰਦੇ 3 ਮਹੀਨਿਆਂ ਦੇ ਵਿੱਚ ਖਾਤੇ 'ਚ ਆਉਣ ਲੱਗ ਪਊਗਾ, ਉਹਦੇ ਪੈਸੇ ਵੀ ਅਸੀਂ ਬਜਟ 'ਚ ਰੱਖਣੇ ਆ। ਤੇ ਨਾਲ ਬੀਬੀ ਜੀ ਨੇ ਇੱਕ ਗੱਲ ਹੋਰ ਕਹਿਤੀ, ਉਹ ਕਹਿੰਦੇ ਜੀ ਦੇਖੋ ਔਰਤਾਂ ਨੂੰ ਪੈਰਾਂ ਸਿਰ ਤਾਂ ਕਰਨਾ ਹੀ ਆ। ਮੈਨੂੰ ਪੰਜਾਬ 'ਚ ਜਿੱਥੇ ਵੀ ਕਿਤੇ ਲੱਗੂਗਾ ਕਿ ਲੜਕੀਆਂ ਦੀ ਪੜ੍ਹਾਈ ਦੇ ਮੌਕੇ ਥੋੜੇ ਨੇ, ਚਾਂਸ ਘੱਟ ਨੇ, ਪਲੇਟਫਾਰਮ ਨਹੀਂ ਹੈ ਪੂਰੀ ਤਰ੍ਹਾਂ, ਮੈਂ ਕਹਿੰਦੇ ਉੱਥੇ ਆਪਣੇ ਮਹਿਕਮੇ ਵੱਲੋਂ ਨਿੱਜੀ ਤੌਰ ਤੇ ਕੋਸ਼ਿਸ਼ਾਂ ਕਰਕੇ ਕੁੜੀਆਂ ਨੂੰ ਪੜ੍ਹਾਉਣਾ ਜ਼ਰੂਰ ਹੈ, ਪੈਰਾਂ ਸਿਰ ਖੜਾ ਜ਼ਰੂਰ ਕਰਨਾ, ਤਾਂ ਜੋ ਕਮਾਉਣ, ਖਾਣ, ਪੂਰੇ ਸਤਿਕਾਰਤ ਢੰਗ ਦੇ ਨਾਲ ਸਮਾਜ ਦੇ ਵਿੱਚ ਵਿਚਰਨ। ਦੇਖੋ ਜੇ ਤਾਂ ਵਾਅਦੇ ਪੂਰੇ ਕਰ ਦੇਣਗੇ, ਪੈਸੇ ਕਿੱਥੋਂ ਆਉਣੇ ਆ ਸਾਨੂੰ ਨਹੀਂ ਪਤਾ, ਫਿਰ ਸੱਚੀ ਚੰਗਾ ਪ੍ਰਭਾਵ ਜਾਊਗਾ। ਪਰ ਜੇ ਕਿਤੇ ਰਾਜਾ ਵੜਿੰਗ ਸਾਹਿਬ ਦੀ ਗੱਲ ਸੱਚ ਹੋਈ ਤਾਂ ਫਿਰ ਨੁਕਸਾਨ ਵੀ ਬੜਾ। ਇਹ ਤਾਂ ਗੱਲ ਹੈਗੀ ਆ, ਕਿਉਂਕਿ ਜਿਸ ਹਿਸਾਬ ਨਾਲ ਅਜੇ ਵਿਰੋਧੀ ਧਿਰਾਂ ਨੇ ਕੰਮ ਚੱਕ ਲਿਆ ਨਾ, ਚਾਹੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ, ਚਾਹੇ ਕਾਂਗਰਸ ਦੀ ਗੱਲ ਕਰ ਲਈਏ, ਬੀਜੇਪੀ ਵਾਲੇ ਪਾਸੋਂ ਵੀ ਰੋਜ਼ ਹੀ ਬਿਆਨ ਆਉਂਦਾ ਕੋਈ ਨਾ ਕੋਈ, ਉਹਨਾਂ ਨੂੰ ਅਜੇ ਤੱਕ ਤੇ ਇਹ ਲੱਗਦਾ ਵੀ ਇਹ ਬੰਦੇ ਤੁਰੇ ਨਹੀਂ, ਉਹ ਅਜੇ ਬਣਿਆ ਕੁਛ ਨਹੀਂ, ਉਹ ਬਸ ਕੋਈ ਨਹੀਂ ਖਿੱਚ ਲੋ ਢਾਹ ਲੋ, ਕਿ ਫਿਰ ਵੀ ਕੰਧ ਟੱਪ ਜਾਣੀ। ਕਹਿੰਦਾ ਕੰਧ ਨਹੀਂ ਟੱਪਣ ਦੇਣੀ, ਲੱਤ ਨੂੰ ਪੂਰਾ ਹੱਥ ਰੱਖਣਾ। ਉਹ ਹੁਣ ਦੇਖੋ ਵੀ ਇਹ ਕੰਧ ਟੱਪਦੇ ਆ ਜਾਂ ਫਿਰ ਅਗਲੇ ਬੰਦੇ ਲੱਤ ਨੂੰ ਹੱਥ ਰੱਖਦੇ ਆ। ਪਰ ਇਹ ਹੈ ਜੁਲਾਈ ਤੱਕ ਦਾ ਹੀ ਕੰਮ, ਕਿਉਂਕਿ ਇੱਕ ਵਾਰ ਪਹਿਲਾ ਬਜਟ ਆ ਗਿਆ, ਉਸ ਬਜਟ ਤੋਂ ਬਾਅਦ ਬਹੁਤ ਕੁਝ ਸਾਫ਼ ਹੋ ਜਾਣਾ ਵੀ ਕਿਸ ਪਾਸੇ ਕੰਮ ਜਾ ਰਿਹਾ ਤੇ ਕਿਸ ਪਾਸੇ ਨਹੀਂ ਜਾ ਰਿਹਾ। ਉਨੀ ਦੇਰ ਤੱਕ ਵਿਚਾਲੇ ਗਰਮੀ ਆ, ਗਰਮੀ 'ਚ ਬੱਤੀ ਦੀ ਲੋੜ ਆ ਤੇ ਬੱਤੀ ਕਹਿੰਦੇ ਹੈ ਨਹੀਂ। ਨਹੀਂ ਦੇਖੋ ਪੱਖੀ ਤਾਂ ਹੈਗੀ ਆ ਨਾ, ਪਾਣੀ ਪੂਣੀ ਇੱਕ ਦੂਜੇ ਨੂੰ ਪਿਆਉਂਦੇ ਰਹੋ। ਅਸੀਂ ਇਹ ਨਹੀਂ ਕਹਿੰਦੇ ਸ਼ਿਕੰਜਵੀ ਪੀਓ ਕਿਉਂਕਿ ਨਿੰਬੂ ਬੜੇ ਮਹਿੰਗੇ ਆ, ਪਰ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ। ਔਖੇ ਹੋਣ ਸੌਖੇ ਹੋਣ, ਲੋਕ ਜੇ ਗੁੱਸਾ ਕਰਦੇ ਆ ਤਾਂ ਜਾਇਜ਼ ਕਰਦੇ ਆ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਇੱਕ ਉਹ ਸ਼ਿਸ਼ਰੇ ਵਾਲੀ ਗੱਲ ਅਸੀਂ ਕੀਤੀ ਸੀ, ਉਹਦੀ ਟਿੱਪਣੀ ਕਮੈਂਟ ਜ਼ਰੂਰ ਕਰ ਦਿਓ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।